ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਭਾਨੀ ਜੀ, ਕਿਉਂਕਿ ਮਾਤਾ ਭਾਨੀ ਜੀ ਗੁਰੂ ਅਮਰਦਾਸ ਮਹਾਰਾਜ ਦੀ ਸੁਪੁੱਤਰੀ ਸੀ। ਸਤਿਗੁਰੂ ਰਾਮਦਾਸ ਮਹਾਰਾਜ ਦੇ ਧਰਮ ਸੁਪਤਨੀ ਸਨ। ਗੁਰੂ ਰਾਮਦਾਸ ਮਹਾਰਾਜ ਜੀ ਦੇ 3 ਸੁਪੁੱਤਰ ਸਨ। ਬਾਬਾ ਪ੍ਰਿਥੀਆ ਜੀ ਸਭ ਤੋਂ ਵੱਡੇ, ਉਸ ਤੋਂ ਛੋਟੇ ਬਾਬਾ ਮਹਾਦੇਵ ਜੀ। ਇਹਨਾਂ ਦਾ ਸੁਭਾਅ ਕੁਝ ਮਸਤਾਨਾ ਸੀਗਾ। ਮਸਤਾਨੇ ਦਾ ਅਰਥ ਹੁੰਦਾ ਕੋਈ ਜ਼ਿਆਦਾ ਇਹ ਸ਼ਰੀਕੇ ਭਾਈਚਾਰੇ ਵਿੱਚ, ਕੋਈ ਗਮੀ ਕੋਈ ਖੁਸ਼ੀ ਦੇ ਕਾਰਜ ਵਿੱਚ, ਕੋਈ ਸੰਗਤਾਂ ਦੇ ਨਾਲ ਮੇਲ ਮਿਲਾਪ, ਇੱਦਾਂ ਬਹੁਤਾ ਮੇਲ ਮਿਲਾਪ ਬਾਬਾ ਮਹਾਦੇਵ ਜੀ ਕਿਸੇ ਨਾਲ ਰੱਖਦੇ ਸਨ। ਆਪਣੇ ਆਪ ਵਿੱਚ ਹੀ ਰਹਿੰਦੇ ਸਨ। ਸਭ ਤੋਂ ਛੋਟੇ ਸੁਪੁੱਤਰ ਸਨ ਧੰਨ ਗੁਰੂ ਅਰਜਨ ਦੇਵ ਮਹਾਰਾਜ। ਇਤਿਹਾਸ ਦੱਸਦਾ ਕਿ ਬਾਲ ਅਵਸਥਾ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਬਾਲ ਕ੍ਰੀੜਾ ਕਰਦੇ ਕਰਦੇ ਆਪਣੇ ਨਾਨਾ ਗੁਰੂ ਅਮਰਦਾਸ ਮਹਾਰਾਜ ਜਿਸ ਆਸਣ ਤੇ ਬੈਠੇ ਸਨ, ਉਹਨਾਂ ਦੇ ਆਸਣ ਵੱਲ ਨੂੰ ਗਏ। ਕਿਉਂਕਿ 4 ਵਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਨਾਨਾ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਪ੍ਰਾਪਤ ਕਰ ਲਏ ਸਨ। ਕਈ ਵਿਦਵਾਨਾਂ ਨੇ 3 ਲਿਖੇ ਨੇ, ਪਰ ਜੋ ਮੈਂ ਪੜ੍ਹਿਆ 4 ਦਾ ਜ਼ਿਕਰ ਆਉਂਦਾ। ਬਾਲ ਕ੍ਰੀੜਾ ਕਰਦੇ ਕਰਦੇ ਖੇਡਦੇ ਖੇਡਦੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਨਾਨਾ ਜੀ ਦਾ ਜਿਹੜਾ ਆਸਣ ਸੀ, ਜਿਸ ਆਸਣ ਉੱਪਰ ਬੈਠ ਕੇ ਗੁਰੂ ਅਮਰਦਾਸ ਮਹਾਰਾਜ ਬੰਦਗੀ ਕਰਦੇ, ਨਾਮ ਜਪਦੇ, ਸਿਮਰਨ ਅਭਿਆਸ ਕਰਦੇ ਨਿਤਾ ਪ੍ਰਤੀ ਦੀ ਤਰ੍ਹਾਂ, ਉਸ ਆਸਣ ਨੂੰ ਲਾ ਕੇ ਬਾਲਾ ਪ੍ਰੀਤਮ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਹੀ ਨੂੰ ਹੱਥ ਪਾਇਆ। ਜਦੋਂ ਬਾਹੀ ਨੂੰ ਹੱਥ ਪਾਇਆ, ਮਾਤਾ ਭਾਨੀ ਜੀ ਕੰਮਕਾਰ ਕਰ ਰਹੇ ਸਨ, ਉਹਨਾਂ ਨੂੰ ਕੁਝ ਪਤਾ ਨਾ ਲੱਗਿਆ। ਬਾਹੀ ਨੂੰ ਹਿਲਾਇਆ। ਗੁਰੂ ਅਮਰਦਾਸ ਮਹਾਰਾਜ ਕਿਸੇ ਅਲੌਕਿਕ ਆਨੰਦ ਵਿੱਚ ਸੀ। ਚੌਂਕੜਾ ਵੱਜਿਆ ਸੀ, ਨਾਮ ਬਾਣੀ ਦਾ ਅਭਿਆਸ ਹੋ ਰਿਹਾ ਸੀ, ਪਰਮਾਤਮਾ ਦੀ ਯਾਦ ਵਿੱਚ ਜੁੜੇ ਸਨ। ਹਜੂਰ ਗੁਰੂ ਅਮਰਦਾਸ ਮਹਾਰਾਜ ਨੇ ਨੇਤਰ ਪੁੱਟੇ, ਅੱਖਾਂ ਦੀਆਂ ਪਲਕਾਂ ਖੋਲੀਆਂ, ਆਪਣੇ ਦੋਹਤੇ ਨੂੰ ਦੇਖ ਕੇ ਥੋੜਾ ਜਿਹਾ ਮੁਸਕਰਾਏ। ਪਹਿਲਾ ਬਚਨ ਮਹਾਰਾਜ ਨੇ ਆਪਣੇ ਮੁਖਾਰ ਬਿੰਦ ਤੋਂ ਕਿਹਾ, ਕੌਣ ਪ੍ਰਗਟਿਆ ਪੁਰਖ ਅਵਤਾਰੀ, ਜਿਨ ਮੰਜੀ ਹਲਾਈ ਸਾਰੀ। ਐਸਾ ਕੌਣ ਇਹ ਪੁਰਖ, ਪੂਰਨ ਅਵਤਾਰੀ ਪੁਰਸ਼, ਪਰਮਾਤਮਾ ਦਾ ਰੂਪ, ਜਿਨ੍ਹਾਂ ਨੇ ਸਾਡਾ ਆਸਣ ਹਿਲਾ ਦਿੱਤਾ। ਇੱਧਰ ਗੁਰੂ ਅਮਰਦਾਸ ਮਹਾਰਾਜ ਨੇ ਮੁਖਾਰ ਬਿੰਦ ਤੋਂ ਬਚਨ ਕਹੇ ਤੇ ਮਾਤਾ ਭਾਨੀ ਜੀ ਘਰ ਦਾ ਕਾਰ ਵਿਵਹਾਰ ਕਰ ਰਹੇ ਸਨ। ਉਹਨਾਂ ਦੇ ਕੰਨਾਂ ਵਿੱਚ ਬਚਨ ਪਏ ਵੀ ਕੋਈ ਗੱਲ ਹੋਈ ਆ। ਦੌੜ ਕੇ ਆਏ ਕਿ ਦੇਖਿਆ ਕਿ ਮੇਰਾ ਪੁੱਤਰ ਪਿਤਾ ਗੁਰੂ ਅਮਰਦਾਸ ਮਹਾਰਾਜ ਦੇ ਆਸਣ ਕੋਲੇ, ਉਹ ਬੰਦਗੀ ਵਿੱਚ ਸਨ, ਸਿਮਰਨ ਵਿੱਚ ਸਨ। ਉਹਨਾਂ ਦੀ ਬੰਦਗੀ ਦੇ ਵਿੱਚ ਕੋਈ ਵਿਘਨ ਨਾ ਮੇਰੇ ਪੁੱਤਰ ਨੇ ਪਾ ਦਿੱਤਾ ਹੋਵੇ। ਦੌੜ ਕੇ ਆਏ, ਆਪਣੇ ਪੁੱਤਰ ਨੂੰ ਚੱਕਣ ਲੱਗੇ ਗੁਰੂ ਅਰਜਨ ਦੇਵ ਜੀ ਨੂੰ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਧੀਏ ਰੁਕ। ਰੁਕ ਗਏ। ਕਹਿਣ ਲੱਗੇ, ਧੀਏ ਤੇਰੇ ਦੋਹਤੇ ਨੂੰ, ਵਾਹਿਗੁਰੂ ਆਪਣੇ ਦੋਹਤੇ ਨੂੰ, ਤੇਰੇ ਪੁੱਤਰ ਨੂੰ ਅਸੀਂ ਚੁੱਕਣਾ ਹੈ। ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਚੁੱਕਿਆ ਤੇ ਹਜੂਰ ਨੇ ਬਾਹਾਂ ਦੇ ਨਾਲ ਭਾਰ ਤੋਲਿਆ, ਜਿਵੇਂ ਆਪਾਂ ਨਿਆਣੇ ਨੂੰ ਚੁੱਕ ਲੈਂਦੇ ਆ ਦੋਵਾਂ ਬਾਹਾਂ ਦੇ ਨਾਲ। ਮਹਾਰਾਜ ਨੇ ਆਪਣੇ ਮੁਖਾਰ ਬਿੰਦ ਤੋਂ ਬਚਨ ਕਿਹਾ,
ਸਤਿਗੁਰੂ ਕਹਿਣ ਲੱਗੇ, ਧੀਏ ਭਾਰੀ ਗੁਰੂ ਹੋਵੇਗਾ। ਫਿਰ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਥੱਲੇ ਰੱਖ ਦਿੱਤਾ ਭੂਏ ਤੇ। ਗੁਰੂ ਸਾਹਿਬ ਫਿਰ ਰੁੜ ਕੇ ਆ ਕੇ ਦੂਜੀ ਵਾਰੀ ਗੁਰੂ ਅਮਰਦਾਸ ਮਹਾਰਾਜ ਦੇ ਆਸਣ ਨੂੰ ਚੁੰਬੜੇ। ਹਜੂਰ ਨੇ ਮੁਸਕਰਾ ਕੇ ਤੀਜਾ ਬਚਨ ਕੀਤਾ, ਕਹਿਣ ਲੱਗੇ, ਐਡੀ ਛੇਤੀ ਨਹੀਂ, ਇਹ ਜਿਹੜੀ ਗੁਰਤਾ ਗੱਦੀ ਹੈ ਇਹ ਤੇਰੇ ਪਿਤਾ ਕੋਲੋਂ ਤੈਨੂੰ ਮਿਲੇਗੀ। ਇਹ ਤੀਜਾ ਵਰ ਦਿੱਤਾ। ਮਾਂ ਭਾਨੀ ਸੁਣ ਕੇ ਪ੍ਰਸੰਨ ਹੋ ਰਹੀ ਆ। ਔਰ ਚੌਥਾ ਬਚਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਵਰ ਦਿੱਤਾ, ਕਹਿਣ ਲੱਗੇ, ਦੋਹਤਾ ਬਾਣੀ ਦਾ ਬੋਝ ਥਾ। ਪੁੱਛਿਆ, ਪਿਤਾ ਜੀ ਇਹਦਾ ਕੀ ਅਰਥ ਆ? ਦੋਹਤਾ ਬਾਣੀ ਦਾ ਬੋਝ ਥਾ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਧੀਏ ਸਮਾਂ ਆਵੇਗਾ, ਮੇਰਾ ਦੋਹਤਾ ਤੇਰਾ ਪੁੱਤਰ ਗੁਰੂ ਰਾਮਦਾਸ ਦਾ ਪੁੱਤਰ ਜਿਵੇਂ ਸੰਸਾਰ ਦੇ ਉੱਪਰ ਸਮੁੰਦਰ ਨੂੰ ਪਾਰ ਕਰਨ ਦੇ ਲਈ ਜਹਾਜ਼ ਦੀ ਲੋੜ ਹੁੰਦੀ ਆ, ਇੱਕ ਬੰਨੇ ਤੋਂ ਦੂਸਰੇ ਬੰਨੇ ਤੱਕ ਜਹਾਜ਼ ਪਹੁੰਚਾਉਂਦਾ, ਇਸੇ ਤਰ੍ਹਾਂ ਜਿਹੜਾ ਸੰਸਾਰ ਰੂਪੀ ਸਮੁੰਦਰ ਹੈ ਇਸ ਨੂੰ ਪਾਰ ਕਰਨ ਦੇ ਲਈ, ਪਾਰ ਕਰਵਾਉਣ ਦੇ ਲਈ ਇਹ ਬਾਣੀ ਦਾ ਜਹਾਜ਼ ਰਚਣਗੇ। ਭਾਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਡੇ ਗੁਰੂ ਸਾਹਿਬਾਨਾਂ ਦੀ ਬਾਣੀ ਇਕੱਤਰ ਕਰਨਗੇ, ਬੇਅੰਤ ਮਹਾਂਪੁਰਖਾਂ ਦੀ ਬਾਣੀ ਇਕੱਤਰ ਕਰਕੇ ਬਾਣੀ ਰਚਣਗੇ। ਉਹ ਬਾਣੀ ਦੇ ਜਿਹੜਾ ਲੜ ਲੱਗ ਜਾਵੇਗਾ ਉਹ ਸੰਸਾਰ ਤੋਂ ਤਰ ਜਾਵੇਗਾ। ਫਿਰ ਬੇਨਤੀ ਕੀਤੀ, ਪਿਤਾ ਗੁਰਦੇਵ ਇੱਕ ਬਚਨ ਤੁਸੀਂ ਕਿਹਾ ਭਾਰੀ ਗੁਰੂ ਹੋਵੇਗਾ, ਉਹਦਾ ਕੀ ਅਰਥ ਹੈ? ਮਹਾਰਾਜ ਕਹਿਣ ਲੱਗੇ, ਪੁੱਤਰੀ ਭਾਰੀ ਗੁਰੂ ਤੱਤੀ ਤਵੇ ਤੇ ਬੈਠੇਗਾ, ਤੱਤਾ ਸਿਰ ਤੇ ਰੇਤ ਪਵੇਗਾ, ਪਰ ਫਿਰ ਵੀ ਅਡੋਲ ਅਵਸਥਾ ਦੇ ਵਿੱਚ ਬੈਠੇ ਰਹਿਣਗੇ। ਇਹਨਾਂ ਦੀ ਅਵਸਥਾ ਵਿੱਚ ਭਾਵ ਤੁਰੀਆ ਅਵਸਥਾ ਦੇ ਵਿੱਚ ਕੋਈ ਫਰਕ ਨਹੀਂ ਪੈਣਾ। ਸਤ ਕਰਤਾਰ ਕਹਿ ਕੇ, ਤੇਰਾ ਕੀਆ ਮਿੱਠਾ ਕਹਿ ਕੇ ਸਤਿਕਾਰਯੋਗ ਮਾਤਾ ਭਾਨੀ ਜੀ ਉਹਨਾਂ ਨੇ ਆਪਣੇ ਪੁੱਤਰ ਨੂੰ ਚੁੱਕਿਆ ਤੇ ਚੁੱਕ ਕੇ ਲੈ ਗਏ। ਇਉਂ ਸਮਾਂ ਲੰਘਿਆ। ਮੇਰਾ ਕਹਿਣ ਤੋਂ ਭਾਵ ਕਿ ਬਚਪਨ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਨੇ 4 ਵਰ ਦੇ ਦਿੱਤੇ ਸਨ ਆਪਣੇ ਦੋਹਤੇ ਨੂੰ। ਸਮਾਂ ਲੰਘਿਆ। ਗੁਰੂ ਅਮਰਦਾਸ ਮਹਾਰਾਜ ਸੱਚਖੰਡ ਪਿਆਨਾ ਕਰ ਗਏ। ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਗੁਰੂ ਰਾਮਦਾਸ ਮਹਾਰਾਜ ਪਹਿਲਾ ਨਾਮ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਗੁਰੂ ਕਾ ਚੱਕ। ਗੁਰੂ ਰਾਮਦਾਸ ਮਹਾਰਾਜ ਅੰਮ੍ਰਿਤਸਰ ਸਾਹਿਬ ਆਏ। ਅੰਮ੍ਰਿਤਸਰ ਸਾਹਿਬ ਆ ਕੇ ਸੰਗਤਾਂ ਨੂੰ ਦਰਸ਼ਨ ਦੇਣ ਲੱਗੇ। ਬਾਬਾ ਪ੍ਰਿਥੀਆ, ਬਾਬਾ ਮਹਾਦੇਵ, ਸਤਿਕਾਰਯੋਗ ਬੀਬੀ ਭਾਨੀ ਜੀ, ਗੁਰੂ ਅਰਜਨ ਦੇਵ ਮਹਾਰਾਜ, ਹਜੂਰ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਆਦਿਕ ਬੇਅੰਤ ਸਿੱਖ ਸੰਗਤਾਂ ਸੇਵਾਵਾਂ ਕਰਦੀਆਂ ਹਨ। ਇੱਥੇ ਮੈਂ ਇੱਕ ਬੇਨਤੀ ਕਰਨੀ ਆ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦੀ ਸ਼ਹੀਦੀ ਦੇ 3 ਕਾਰਨ ਨੇ। 2 ਕਾਰਨ ਤੇ ਆਮ ਤੌਰ ਤੇ ਬਾਬੇ ਪ੍ਰਿਥੀਏ ਦੀ ਈਰਖਾ, ਚੰਦੂ ਦੀ ਈਰਖਾ। ਇਹ ਤੇ ਆਪਾਂ ਬਹੁਤਾਤ ਵਿੱਚ ਮਹਾਂਪੁਰਸ਼ਾਂ ਕੋਲੋਂ, ਸੰਤਾਂ ਮਹਾਤਮਾ ਕੋਲੋਂ, ਗਿਆਨੀਆਂ ਕਵਿਸ਼ਰੀਆਂ ਕੋਲੋਂ, ਕਥਾਵਾਚਕ ਢਾਡੀਆਂ ਕੋਲੋਂ ਸੁਣਿਆ ਹੈ। ਪਰ ਤੀਸਰਾ ਕਾਰਨ ਬਹੁਤ ਘੱਟ ਮਹਾਂਪੁਰਖ ਵਿਦਵਾਨਾਂ ਨੇ ਸਾਂਝਾ ਕੀਤਾ। ਪਹਿਲਾ ਕਾਰਨ ਜਿਹੜਾ ਸ਼ਹੀਦੀ ਦਾ, ਉਹ ਬਾਬੇ ਪ੍ਰਿਥੀਏ ਦੀ ਈਰਖਾ। ਮੈਂ ਥੋੜਾ ਜਿਹਾ ਸੰਖੇਪ ਵਿੱਚ ਬੇਨਤੀ ਕਰਕੇ ਜਾਵਾਂ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਦਾ ਇਤਿਹਾਸ ਬੇਅੰਤ ਹੈ। ਆਕਾਸ਼ ਦੇ ਵਿੱਚ ਪੰਛੀ ਉਡਾਰੀ ਭਰਦਾ, ਆਕਾਸ਼ ਦਾ ਅੰਤ ਨਹੀਂ ਪਾ ਸਕਦਾ, ਆਨੰਦ ਲੈ ਸਕਦਾ। ਸਮੁੰਦਰ ਦੇ ਵਿੱਚ ਮੱਛੀ ਗਹਿਰੀ ਉਤਰਦੀ, ਅੰਤ ਨਹੀਂ ਪਾ ਸਕਦੀ, ਆਨੰਦ ਲੈ ਸਕਦੀ ਹੈ। ਸੂਰਜ ਪ੍ਰਕਾਸ਼ ਦੇ ਵਿੱਚ ਇੰਚ ਇੰਚ ਕਰਕੇ ਕਵੀ ਸੰਤੋਖ ਸਿੰਘ ਨੇ ਗੁਰੂ ਅਰਜਨ ਦੇਵ ਮਹਾਰਾਜ ਦਾ
ਜਾਣੀ 10 ਗੁਰੂ ਸਾਹਿਬਾਨਾਂ ਦਾ ਇਤਿਹਾਸ ਲਿਖਿਆ, ਲੰਮਾ ਇਤਿਹਾਸ ਹੈ। ਪਰ ਆਪਾਂ ਅੱਜ ਸ਼ਹੀਦੀ ਦੇ ਵਿਸ਼ੇ ਤੇ ਰਹਿਣਾ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਹਾੜਾ। ਸ਼ਹੀਦੀ ਦਾ ਪਹਿਲਾ ਕਾਰਨ ਬਾਬਾ ਪ੍ਰਿਥੀਆ, ਉਹਨਾਂ ਦੀ ਈਰਖਾ। ਬਾਬਾ ਪ੍ਰਿਥੀਆ ਈਰਖਾ ਕਦੋਂ ਤੋਂ ਕਰਨ ਲੱਗੇ ਸਨ? ਜਦੋਂ ਬਾਬਾ ਪ੍ਰਿਥੀਆ ਜੀ ਥੋੜੇ ਜਿਹੇ ਜਵਾਨ ਹੋਏ, ਇਹਨਾਂ ਨੂੰ ਪਤਾ ਲੱਗਿਆ ਕਿ ਮੇਰਾ ਪਿਤਾ ਭਾਵ ਗੁਰੂ ਰਾਮਦਾਸ ਮਹਾਰਾਜ ਜੀ ਮੇਰੇ ਛੋਟੇ ਭਰਾ ਨਾਲ ਜ਼ਿਆਦਾ ਲਗਾਓ ਪਿਆਰ ਪ੍ਰੇਮ ਕਰਦੇ ਨੇ। ਕਿਉਂਕਿ ਪਿਤਾ ਸਮਝ ਜਾਂਦਾ, ਦੁਨਿਆਵੀ ਤੌਰ ਤੇ ਮੈਂ ਬੇਨਤੀ ਕਰਦਾ, ਉਹ ਤੇ ਗੁਰੂ ਰਾਮਦਾਸ ਮਹਾਰਾਜ ਸਨ, ਸਮਬਿਰਤੀ ਵਾਲੇ ਸਨ, ਪਰ ਦੁਨਿਆਵੀ ਤੌਰ ਤੇ ਆਪਾਂ ਦੇਖਦੇ ਹਾਂ ਵੀ 2 ਪੁੱਤਰ ਹੋਣ, 4 ਪੁੱਤਰ ਹੋਣ, ਮਾਪੇ ਨਾਨਕੇ ਦਾਦਕੇ ਸਮਝ ਜਾਂਦੇ ਆ ਕਿ ਇਹਨਾਂ ਚਾਰਾਂ ਦੇ ਵਿੱਚੋਂ ਕਿਹੜਾ ਲਾਇਕ ਪੁੱਤ ਹੈ, ਕਿਹੜਾ ਚੰਗਾ ਹੈ। ਹੁਕਮ ਦੀ ਪਾਲਣਾ ਕਰਨੀ ਗੁਰੂ ਅਰਜਨ ਦੇਵ ਮਹਾਰਾਜ ਨੇ। ਬਾਬਾ ਮਹਾਦੇਵ ਜੀ ਤੇ ਮਸਤਾਨੇ ਸੁਭਾਅ ਵਾਲੇ ਸਨ। ਬਾਣੀ ਪੜ੍ਹਨੀ, ਸਿਮਰਨ ਕਰਨਾ, ਸੇਵਾ ਕਰਨੀ, ਨਾਮ ਜਪਣਾ, ਮਾਂ ਪਿਓ ਦਾ ਹੁਕਮ ਸਤ ਕਰਕੇ ਮੰਨਣਾ, ਦਇਆ ਸੰਤੋਖ ਧਰਮ ਸ਼ੁਭ ਗੁਣਾਂ ਦੇ ਨਾਲ ਭਰਪੂਰ ਸਨ ਗੁਰੂ ਅਰਜਨ ਦੇਵ ਮਹਾਰਾਜ। ਗੁਰੂ ਅਰਜਨ ਦੇਵ ਮਹਾਰਾਜ ਦਾ ਹਿਰਦਾ ਸਤਿਗੁਰਾਂ ਨੂੰ ਪਤਾ ਲੱਗ ਗਿਆ ਸੀਗਾ। ਗੁਰੂ ਰਾਮਦਾਸ ਮਹਾਰਾਜ ਵੈਸੇ ਵੀ ਘਟ ਘਟ ਕੇ ਅੰਤਰ ਕੀ ਜਾਣਤ ਹੈ। ਬਾਬਾ ਪ੍ਰਿਥੀਆ ਜੀ ਈਰਖਾ ਕਰਨ ਲੱਗ ਪਏ ਸਨ। ਥੋੜੀ ਥੋੜੀ ਈਰਖਾ ਵੱਧਦੀ ਗਈ। ਇਹ ਈਰਖਾ ਇੱਥੋਂ ਤੱਕ ਵਧੀ, ਇੱਕ ਸਮਾਂ ਆਇਆ ਕਿ ਗੁਰੂ ਰਾਮਦਾਸ ਮਹਾਰਾਜ ਅੰਮ੍ਰਿਤਸਰ ਸਾਹਿਬ ਬਿਰਾਜਮਾਨ ਹੈ। ਗੁਰੂ ਰਾਮਦਾਸ ਮਹਾਰਾਜ ਦੇ ਸਰੀਕੇ ਭਾਈਚਾਰੇ ਦੇ ਵਿੱਚੋਂ ਲਾਹੌਰ ਚੋਂ ਗੁਰੂ ਸਾਹਿਬ ਜੀ ਦਾ ਵੱਡਾ ਭਰਾਤਾ ਭਾਵ ਗੁਰੂ ਅਰਜਨ ਦੇਵ ਮਹਾਰਾਜ ਦਾ ਤਾਇਆ ਜੀ ਲੱਗਣਗੇ ਸਰੀਕੇ ਚੋਂ, ਉਹ ਅੰਮ੍ਰਿਤਸਰ ਸਾਹਿਬ ਆਏ। ਆ ਕੇ ਸਤਿਗੁਰਾਂ ਨੂੰ ਡੰਡੌਤ ਬੰਦਨਾ ਕੀਤੀ। ਮਹਾਰਾਜ ਬੜੇ ਪਿਆਰ ਨਾਲ ਮਿਲੇ। ਬਾਬਾ ਸਹਾਰੀ ਮੱਲ ਜੀ ਨੇ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਤੁਹਾਡਾ ਪੁੱਤਰ ਜਾਣੀ ਤੁਹਾਡਾ ਭਤੀਜਾ ਮੇਰਾ ਪੁੱਤਰ, ਉਹਨਾਂ ਦਾ ਵਿਵਾਹ ਹੈ, ਉਹਨਾਂ ਦੀ ਸ਼ਾਦੀ ਹੈ, ਤੁਸੀਂ ਕਿਰਪਾ ਕਰੋ ਵੀ ਸ਼ਾਦੀ ਤੇ ਆਵੋ। ਗੁਰੂ ਰਾਮਦਾਸ ਮਹਾਰਾਜ ਥੋੜਾ ਜਿਹਾ ਸਮਾਂ ਸੁਣ ਕੇ ਚੁੱਪ ਰਹੇ। ਬਾਅਦ ਵਿੱਚ ਹਜ਼ੂਰ ਨੇ ਵਿਚਾਰਿਆ, ਕਹਿਣ ਲੱਗੇ ਭਰਾਤਾ ਜੀ ਜ਼ਰੂਰ ਅਸੀਂ ਸ਼ਾਦੀ ਤੇ ਪਹੁੰਚਦੇ, ਪਰ ਇੱਥੇ ਸਾਨੂੰ ਗੁਰੂ ਨਾਨਕ ਦੇ ਸਰੂਪ ਗੁਰੂ ਅਮਰਦਾਸ ਮਹਾਰਾਜ ਨੇ ਗੁਰਤਾ ਗੱਦੀ ਦਾ ਟੀਕਾ ਦਿੱਤਾ। ਸਾਡੇ ਸਿਰ ਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਗੁਰੂ ਨਾਨਕ ਦੇ ਘਰ ਦੀ। ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਇਹ ਸਰੋਵਰ ਦੀ ਸੇਵਾ, ਇਹ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ, ਔਰ ਬੇਅੰਤ ਸੰਗਤਾਂ ਇੱਥੇ ਆਉਂਦੀਆਂ ਨੇ। ਜੇ ਅਸੀਂ ਵਿਆਹ ਤੇ ਚਲੇ ਗਏ ਤੇ ਉੱਥੇ ਸੰਗਤਾਂ ਆਉਣਗੀਆਂ, ਇੱਕ ਤੁਹਾਨੂੰ ਇੰਨਾ ਪ੍ਰਬੰਧ ਕਰਨਾ ਔਖਾ ਹੋ ਜਾਵੇਗਾ। ਦੂਸਰਾ ਮਹਾਰਾਜ ਕਹਿਣ ਲੱਗੇ ਵੀ ਉਮਰ ਦਾ ਕੋਈ ਪਤਾ ਨਹੀਂ, ਸਾਡੇ ਸਿਰ ਜ਼ਿੰਮੇਵਾਰੀ ਬਹੁਤ ਵੱਡੀ ਆ, ਤੁਸੀਂ ਇੱਦਾਂ ਕਰੋ ਸਾਡੇ ਵੱਲੋਂ ਸਾਡੇ ਵੱਡੇ ਭਰਾਤਾਂ ਨੂੰ ਲੈ ਜਾਵੋ। ਬਾਬਾ ਸਹਾਰੀ ਮੱਲ ਜੀ ਕਹਿਣ ਲੱਗੇ ਸਤ ਬਚਨ ਗੁਰੂ ਸਾਹਿਬ, ਜੋ ਤੁਹਾਡਾ ਹੁਕਮ ਹੈ। ਗੁਰੂ ਸਾਹਿਬ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਵੱਡੇ ਸਪੁੱਤਰ ਨੂੰ ਕਿਹਾ, ਪੁੱਤਰ ਜੀ ਤੁਸੀਂ ਜਾ ਕੇ ਰੀਤੀ ਰਿਵਾਜ ਨਿਭਾਵੋ। ਪਰ ਬਾਬਾ ਪ੍ਰਿਥੀਆ ਮਨ ਵਿੱਚ ਈਰਖਾ ਸੀ, ਕਹਿੰਦਾ ਵੀ ਜੇ ਮੈਂ ਚਲਾ ਗਿਆ, ਵਿਚਾਰ ਕੀਤੀ, ਮੈਂ ਚਲਾ ਗਿਆ ਤੇ ਇਹ ਨਾ ਕਿਤੇ ਹੋਵੇ ਵੀ ਗੁਰਤਾ ਗੱਦੀ ਕਿਤੇ ਮੇਰੇ ਛੋਟਿਆਂ ਨੂੰ ਨਾ ਮਿਲ ਜਾਵੇ। ਦੂਜੀ ਗੱਲ ਇਹ ਆ ਵੀ ਧਨ ਦੌਲਤ ਮਾਇਆ ਵੀ ਸੰਗਤਾਂ ਦੀ ਸੇਵਾਵਾਂ ਆਉਂਦੀਆਂ ਤੇ ਇਹਨੂੰ ਸੰਭਾਲੇਗਾ ਕੌਣ? ਇਉਂ ਸੋਚ ਕੇ ਕਹਿਣ ਲੱਗਾ, ਪਿਤਾ ਜੀ ਦੇਖੋ, ਕਹਿੰਦਾ ਜੇ ਮੈਂ ਚਲਾ ਗਿਆ ਤੇ ਇੱਥੇ ਸੰਭਾਲੇਗਾ ਕੌਣ? ਇੰਨੀਆਂ ਸੇਵਾਵਾਂ, ਇੰਨਾ ਧਨ ਦੌਲਤ, ਇੰਨੀ ਵੱਡੀ ਸੇਵਾ। ਬਾਬਾ ਮਹਾਦੇਵ ਜੀ ਤੇ ਮਸਤਾਨੇ ਆ। ਗੁਰੂ ਅਰਜਨ ਦੇਵ ਨੂੰ ਕਹਿਣ ਲੱਗਾ ਅਰਜਨ ਛੋਟਾ ਹੈ, ਫਿਰ ਔਖਾ ਹੋ ਜਾਣਾ। ਜਾਣੀ ਜਵਾਬ ਦੇ ਦਿੱਤਾ, ਕੁੱਲ ਮਿਲਾ ਕੇ ਕਹੋ ਗੁਰੂ ਸਾਹਿਬ ਦਾ ਹੁਕਮ ਨਹੀਂ ਮੰਨਿਆ। ਇੱਕ ਬੇਨਤੀ ਕਰਾਂ ਮੈਂ, ਗੁਰੂ ਨਾਨਕ ਦੇ ਘਰ ਦੇ ਵਿੱਚ ਸੇਵਾ ਦੀ ਬਹੁਤ ਜ਼ਿਆਦਾ ਮਹਾਨਤਾ ਹੈ, ਪਰ ਸਭ ਤੋਂ ਵੱਡੀ ਮਹਾਨਤਾ ਗੁਰੂ ਨਾਨਕ ਦੇ ਘਰ ਵਿੱਚ ਹੁਕਮ ਦੀ ਹੈ। ਸੇਵਾ ਵਿੱਚ ਵੀ ਕਈ ਪੂਰੇ ਹੋ ਗਏ, ਪਰ ਹੁਕਮ ਦੀ ਗੱਲ ਜਦੋਂ ਆਉਂਦੀ ਹੈ ਨਾ, ਹੁਕਮ ਦੀ ਜਦੋਂ ਕਸਵੱਟੀ ਪੈਂਦੀ ਹੈ, ਹੁਕਮ ਦਾ ਜਦੋਂ ਪਰਚਾ ਪੈਂਦਾ ਹੈ, ਉਦੋਂ ਬਹੁਤ ਡੋਲ ਗਏ। ਸੋ ਰਹੋ ਵਿਚਾਰ। ਬਾਬਾ ਮਹਾਦੇਵ ਜੀ ਵੱਲ ਮਹਾਰਾਜ ਨੇ ਕਿਹਾ,
ਬਾਬਾ ਮਹਾਦੇਵ ਕਹਿਣ ਲੱਗਾ ਮੈਨੂੰ ਨਹੀਂ ਵਿਆਹ ਆਦਿ ਖੁਸ਼ੀਆਂ ਚੰਗੀਆਂ ਲੱਗਦੀਆਂ। ਜਿਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਹਜੇ ਕਹਿਣਾ ਹੀ ਸੀ, ਥੋੜਾ ਜਿਹਾ ਤੱਕਿਆ, ਉਸੇ ਵੇਲੇ ਪੱਲੂ ਪਾਇਆ ਗਲ ਵਿੱਚ, ਦੋਵੇਂ ਹੱਥ ਜੋੜ ਕੇ ਸਿਰਪਾਓ ਪਾ ਕੇ ਹਜੂਰ ਦੇ ਚਰਨਾਂ ਤੇ ਮੱਥਾ ਟੇਕਿਆ। ਪਿਤਾ ਗੁਰਦੇਵ, ਇਹ ਤੇ ਤੁਸੀਂ ਮੈਨੂੰ ਵਿਆਹ ਤੇ ਭੇਜ ਰਹੇ ਹੋ, ਜੇ ਕਿਤੇ ਹੁਕਮ ਕਰੋ, ਜਿੱਥੇ ਸਰੀਰ ਵੀ ਦੇਣਾ ਪਵੇ, ਕਾਇਆ ਵੀ ਦੇਣੀ ਪਵੇ, ਸਰੀਰ ਕੁਰਬਾਨ ਕਰਨਾ ਪਵੇ, ਮੈਂ ਉੱਥੇ ਵੀ ਚਲ ਜਾਵਾਂ। ਗੁਰੂ ਸਾਹਿਬ ਬਹੁਤ ਪ੍ਰਸੰਨ ਹੋਏ, ਬਹੁਤ ਜ਼ਿਆਦਾ ਪ੍ਰਸੰਨ ਹੋਏ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਕਹਿਣ ਲੱਗੇ ਠੀਕ ਆ ਪੁੱਤਰ ਜੀ, ਸਵੇਰੇ ਤਿਆਰੀ ਕਰਨੀ। ਅਗਲੇ ਦਿਨ ਚੜ੍ਹਿਆ, ਲਾਹੌਰ ਨੂੰ ਜਾਣ ਦੀ ਤਿਆਰੀ ਕੀਤੀ। ਬਾਬਾ ਸਹਾਰੀ ਮੱਲ ਜਾਣੀ ਆਪਣੇ ਤਾਇਆ ਜੀ ਦੇ ਨਾਲ ਜਾਣ ਤੋਂ ਪਹਿਲਾਂ ਪਿਤਾ ਦੇ ਸਿਰ ਤੇ ਵਾਹਿਗੁਰੂ ਚਰਨਾਂ ਤੇ ਸੀਸ ਝੁਕਾਇਆ। ਕਹਿਣ ਲੱਗੇ ਪਿਤਾ ਆਗਿਆ ਹੁਕਮ। ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਪੁੱਤਰ, ਜਿੰਨਾ ਚਿਰ ਅਸੀਂ ਨਹੀਂ ਸੱਦਦੇ ਲਾਹੌਰ ਤੋਂ, ਉਹਨਾਂ ਚਿਰ ਤੁਸੀਂ ਵਾਪਸ ਨਹੀਂ ਆਉਣਾ। ਭਾਵੇਂ ਇੱਕ ਵਾਰੀ ਤੇ ਔਖਾ ਲੱਗਿਆ, ਮਨ ਭਰ ਗਿਆ, ਕਿਉਂਕਿ ਪਿਤਾ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਤੋਂ ਦੂਰ ਰਹਿਣਾ ਇਹ ਇੱਕ ਬਿਰਤੀ, ਇਹ ਇਦਾਂ ਦਾ ਸਮਾਂ ਬੜਾ ਔਖਾ ਹੈ ਝੱਲਣਾ। ਹਿਰਦਾ ਵਿਆਕੁਲ ਹੋਇਆ, ਹਿਰਦਾ ਥੋੜਾ ਜਿਹਾ ਦੁਖੀ ਹੋਇਆ। ਸਤ ਬਚਨ ਹੁਕਮ ਦੀ ਪਾਲਣਾ। ਆਪਣੀ ਮਾਤਾ ਭਾਨੀ ਨੂੰ ਜਾ ਕੇ ਸੀਸ ਝੁਕਾਇਆ। ਮਾਤਾ ਨੇ ਗੁਲਵੱਕੜੀ ਵਿੱਚ ਲਿਆ, ਪੁੱਤਰਾ ਜਿਸ ਵੇਲੇ ਤੇਰੇ ਵੱਡੇ ਭਰਾ ਨੇ ਜਵਾਬ ਦੇ ਦਿੱਤਾ, ਤੇਰੇ ਛੋਟੇ ਭਰਾ ਬਾਬਾ ਮਹਾਦੇਵ, ਵਾਹਿਗੁਰੂ ਉਦੋਂ ਵੱਡੇ ਬਾਬਾ ਮਹਾਦੇਵ, ਵਿਚਕਾਰਲੇ ਭਰਾ ਨੇ ਜਵਾਬ ਦੇ ਦਿੱਤਾ। ਮੇਰਾ ਤੇ ਇੱਕ ਵਾਰੀ ਹਿਰਦਾ ਕੰਬ ਗਿਆ ਸੀ ਵੀ ਮੇਰੇ ਦੋ ਪੁੱਤਰ ਜਵਾਬ ਦੇ ਗਏ, ਤੀਸਰੇ ਪੁੱਤਰ ਜਦੋਂ ਤੇਰੇ ਵੱਲ ਗੱਲ ਆਈ, ਮੈਂ ਮਾਣੀ ਮਨ ਅਰਦਾਸ ਕੀਤੀ, ਗੁਰੂ ਨਾਨਕ ਦਇਆ ਕਰੀ, ਇਹ ਗੁਰੂ ਨਾਨਕ ਦੀ ਸਿੱਖੀ ਤੇਰੇ ਘਰ ਵਿੱਚ ਰਹਿ ਜਾਵੇ। ਪੁੱਤਰਾ ਅੱਜ ਤੂੰ ਹਿਰਦਾ ਖੁਸ਼ ਕਰ ਦਿੱਤਾ ਆਪਣੇ ਪਿਤਾ ਦਾ ਹੁਕਮ ਮੰਨ ਕੇ। ਫਿਰ ਕਿਹਾ ਪੁੱਤਰ ਸੇਵਾ ਕਰੀ, ਬਾਣੀ ਜਪੀ, ਨਾਮ ਜਪੀ, ਸ਼ੁਭ ਕਰਮਾਂ ਦਾ ਭਰਪੂਰ ਆ, ਪਰ ਇੱਕ ਗੱਲ ਚੇਤੇ ਰੱਖੀ, ਹੁਕਮ ਨਾ ਮੋੜੀ, ਹੁਕਮ ਦੀ ਪਾਲਣਾ ਕਰੀ। ਇਹ ਅਸੀਸ ਲੈ ਕੇ ਮਾਤਾ, ਪੂਤਾ ਕੀ ਅਸੀਸ, ਨਿਮਕ ਨ ਬਿਸਰੈ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਅਸੀਸ ਲੈ ਕੇ ਗੁਰੂ ਰਾਮਦਾਸ ਮਹਾਰਾਜ ਤੋਂ, ਮਾਤਾ ਤੋਂ ਅਸੀਸ ਲੈ ਕੇ ਅਰਦਾਸ ਕਰਕੇ ਲਾਹੌਰ ਨੂੰ ਚਲੇ ਗਏ। ਵਿਵਾਹ ਦਾ ਕਾਰਜ ਸਾਰਾ ਨਿਬੇੜਿਆ। ਇੱਧਰ ਗੁਰੂ ਰਾਮਦਾਸ ਮਹਾਰਾਜ ਸੰਗਤਾਂ ਨੂੰ ਦਰਸ਼ਨ ਦਿੰਦੇ ਨੇ ਔਰ ਬਾਬਾ ਪ੍ਰਿਥੀਆ ਜੀ ਕਾਰੋਬਾਰ ਸਾਰਾ ਸੰਭਾਲਦੇ ਨੇ। ਸਮਾਂ ਲੰਘਿਆ। ਗੁਰੂ ਸਾਹਿਬ ਲਾਹੌਰ ਵਿੱਚ ਜਾ ਕੇ ਧਰਮਸ਼ਾਲਾ 'ਚ ਗੁਰੂ ਅਰਜਨ ਦੇਵ ਮਹਾਰਾਜ ਬੰਦਗੀ ਸਿਮਰਨ ਅਭਿਆਸ। ਤਕਰੀਬਨ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਕਿ 2 ਸਾਲ ਬੀਤ ਗਏ। ਇੱਧਰੋਂ ਭਾਵ ਅੰਮ੍ਰਿਤਸਰ ਵੱਲੋਂ ਕੋਈ ਚਿੱਠੀ ਨਹੀਂ ਆਈ, ਕੋਈ ਸੁਨੇਹਾ ਨਹੀਂ ਆਇਆ ਗੁਰੂ ਸਾਹਿਬ ਵੱਲੋਂ, ਪਰ ਗੁਰੂ ਅਰਜਨ ਦੇਵ ਮਹਾਰਾਜ ਦਾ ਹਿਰਦਾ ਜਿਹੜਾ ਉਹ ਵਿਆਕਲ ਹੋ ਰਿਹਾ। ਹਿਰਦੇ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਪ੍ਰਤੀ ਦਿਨ ਪਰ ਰਾਤ ਤਾਂਘ ਵੱਧ ਰਹੀ ਹੈ ਕਿ ਗੁਰੂ ਸਾਹਿਬ ਜੀ ਕਦੋਂ ਦਇਆ ਕਰਨਗੇ, ਕਦੋਂ ਬਖਸ਼ਿਸ਼ ਕਰਨਗੇ, ਕਿ ਮੈਨੂੰ ਆਪਣੇ ਪਾਸ ਬੁਲਾਉਣਗੇ। ਇੱਕ ਦਿਨ ਹਿਰਦੇ ਦੇ ਵਿੱਚੋਂ ਧੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ। ਇਹਨਾਂ ਮਹਾਂਵਾਕਾਂ ਅਨੁਸਾਰ ਇੱਕ ਬਚਨ ਨਿਕਲਿਆ ਜਿਹੜਾ ਮਾਝ ਰਾਗ ਦੇ ਵਿੱਚ ਆਪਾਂ ਪੜ੍ਹਦੇ ਹਾਂ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ। ਤ੍ਰਿਖਾ ਨਾ ਉਤਰੈ ਸ਼ਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਉ ਘੋਲੀ ਜੀਓ ਘੋਲ ਕਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ। ਇਹ ਚਿੱਠੀ ਲਿਖ ਕੇ ਰਹਾਉ ਪਾ ਕੇ ਤੁਸੀਂ ਪੜ੍ਹਨ ਵਾਲੇ ਪੜ੍ਹਿਓ। ਪਹਿਲੇ ਬੰਦ ਯਾਨੀ 4 ਬੰਦਾਂ ਤੇ ਰਹਾਉ ਪਾਇਆ। ਰਹਾਉ ਦਾ ਅਰਥ ਹੁੰਦਾ ਵਿਸਰਾਮ, ਠਹਿਰਾਓ ਦੇ ਦੇਣਾ, ਵਿਸਰਾਮ ਦੇ ਦੇਣਾ। ਪਹਿਲਾ ਵਿਸਰਾਮ ਦਵਾ ਕੇ ਭਾਵ ਚਿੱਠੀ ਲਿਖ ਕੇ ਇੱਕ ਸਿੱਖ ਨੂੰ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਵੱਲ ਭੇਜਿਆ ਵੀ ਜਾਓ ਮੇਰੇ ਪਿਤਾ ਜੀ ਨੂੰ ਇਹ ਚਿੱਠੀ ਦੇਣੀ। ਸਿੱਖ ਚੱਲਿਆ, ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਪਹੁੰਚਿਆ ਬਾਬੇ ਪ੍ਰਿਥੀਆ ਦੀ। ਕਿਉਂਕਿ ਇੱਕ ਗੱਲ ਚੇਤੇ ਰੱਖਿਓ, ਕਪਟੀ ਬੰਦਾ ਹੁੰਦਾ ਜਿਹੜਾ, ਛਲੀ ਬੰਦਾ ਹੁੰਦਾ ਨਾ, ਉਹਦੀ ਨਿਗਾਹ ਬੜੀ ਤੇਜ਼ ਹੁੰਦੀ ਆ। ਕੌਣ ਆਇਆ ਕੌਣ ਗਿਆ ਸਾਰੀ ਨਿਗਾਹ ਰੱਖਦੇ ਆ। ਇਹਨੇ ਦੇਖਿਆ ਵੀ ਇਹ ਬੰਦਾ ਕੋਈ ਨਵਾਂ ਹੈ। ਪੁੱਛਿਆ ਕਿੱਥੋਂ ਆਇਆ? ਮੈਂ ਲਾਹੌਰ ਤੋਂ। ਅੱਛਾ ਲਾਹੌਰ ਤੋਂ ਕਿੱਥੋਂ? ਕੌਣ? ਗੁਰੂ ਅਰਜਨ ਦੇਵ ਨੇ ਭੇਜਿਆ। ਅੱਛਾ
ਮੇਰੇ ਭਰਾਤਾ ਨੇ ਕੀ ਦੇ ਕੇ ਭੇਜਿਆ? ਚਿੱਠੀ ਦੇ ਕੇ ਭੇਜੀ ਆ। ਚਿੱਠੀ ਜਿਸ ਵੇਲੇ ਪੜ੍ਹੀ ਇੱਕ ਵਾਰੀ ਬਾਬਾ ਮਹਾਦੇਵ, ਵਾਹਿਗੁਰੂ ਬਾਬਾ ਪ੍ਰਿਥੀਆ, ਉਹਦਾ ਵੀ ਹਿਰਦਾ ਕਹਿਣ ਲੱਗਾ ਵੀ ਇਹ ਤੇ ਬਾਣੀ ਲਿਖਣ ਲੱਗ ਗਏ। ਜੇ ਚਿੱਠੀ ਗੁਰੂ ਅਰਜਨ ਦੇਵ ਮਹਾਰਾਜ ਦੀ ਲਿਖੀ ਹੋਈ ਗੁਰੂ ਰਾਮਦਾਸ ਕੋਲ ਚੱਲ ਗਈ ਤੇ ਗੁਰਤਾ ਗੱਦੀ ਮਿਲ ਜਾਣੀ। ਕਹਿੰਦਾ ਕੋਈ ਗੱਲ ਨਹੀਂ, ਵਾਪਸ ਚਲੇ ਜਾਓ, ਚਿੱਠੀ ਮੈਂ ਪਹੁੰਚਾ ਦੇਵਾਂਗਾ। ਕਪਟ ਕਰਕੇ ਦਰਸ਼ਨ ਵੀ ਨਹੀਂ ਕਰਨ ਦਿੱਤੇ। ਉਹ ਸਿੱਖ ਵਾਪਸ ਗਿਆ ਲਾਹੌਰ, ਜਾ ਕੇ ਸਾਰੀ ਗੱਲ ਦੱਸੀ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਚਲੋ ਕੋਈ ਨਹੀਂ, ਕਰਤਾਰ ਭਲੀ ਕਰੇਗਾ। ਸਮਾਂ ਲੰਘਿਆ ਪਰ ਗੁਰਮੁਖ ਪਿਆਰਿਓ ਕੋਈ ਜਵਾਬ ਨਹੀਂ। ਦੂਸਰੀ ਚਿੱਠੀ, ਦੂਸਰਾ ਸ਼ਬਦ ਫਿਰ ਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖਿਆ, ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ, ਧਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ, ਹਉ ਘੋਲੀ ਜੀਓ ਘੋਲ ਕਮਾਈ, ਗੁਰ ਸੱਜਣ ਮੀਤ ਮੁਰਾਰੇ ਜੀਓ। ਆ ਚਿੱਠੀ ਲੈ ਜਾ। ਰਹਾਓ ਪਾ ਕੇ ਤੇ ਬੰਦ ਪੂਰਾ ਕਰ ਦਿੱਤਾ ਵੀ ਦੂਸਰਾ ਦੋ ਵੀ ਨਾਲ ਲਿਖ ਦਿੱਤਾ ਵੀ ਦੂਸਰੀ ਚਿੱਠੀ ਲੈ ਕੇ ਗੁਰੂ ਕਾ ਸਿੱਖ ਫਿਰ ਪਹੁੰਚਿਆ ਤੇ ਬਾਬੇ ਪ੍ਰਿਥੀਏ ਨੂੰ ਪਤਾ ਲੱਗਿਆ। ਦੂਜੀ ਚਿੱਠੀ ਵੀ ਬਾਬੇ ਪ੍ਰਿਥੀਏ ਨੇ ਕਪਟ ਨਾਲ ਆਪਣੇ ਕੋਲੇ ਰੱਖ ਲਈ। ਵਾਪਸ ਆਇਆ, ਗੁਰੂ ਸਾਹਿਬ ਦੇ ਦਰਸ਼ਨ ਵੀ ਨਹੀਂ ਕਰਨ ਦਿੱਤੇ। ਵਾਪਸ ਆਇਆ ਲਾਹੌਰ ਦੇ ਵਿੱਚ, ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿਣ ਲੱਗਿਆ ਜੀ ਬਾਬੇ ਪ੍ਰਿਥੀਏ ਨੇ ਚਿੱਠੀ ਰੱਖ ਲਈ। ਗੁਰੂ ਸਾਹਿਬ ਨੂੰ ਵੀ ਪਤਾ ਲੱਗ ਗਿਆ ਕਿ ਸਾਡਾ ਭਰਾ ਸਾਡੇ ਨਾਲ ਈਰਖਾ ਕਰਦਾ ਹੈ। ਥੋੜਾ ਸਮਾਂ ਲੰਘਿਆ, ਕੋਈ ਜਵਾਬ ਨਹੀਂ। ਜਵਾਬ ਤੇ ਤਾਂ ਆਵੇ ਕਿਉਂਕਿ ਜੇ ਚਿੱਠੀਆਂ ਗੁਰੂ ਰਾਮਦਾਸ ਮਹਾਰਾਜ ਕੋਲੇ ਜਾਣ, ਚਿੱਠੀ ਤੇ ਗੁਰੂ ਸਾਹਿਬ ਕੋਲੇ ਕੋਈ ਗਈ ਨਹੀਂ ਗੀ। ਸਮਾਂ ਲੰਘਿਆ, ਹਿਰਦੇ ਦੇ ਵਿੱਚੋਂ ਫਿਰ ਗੁਰਮੁਖ ਪਿਆਰਿਓ ਇੱਕ ਮਲਾਪ ਦੀ ਤਾਂਘ ਵਾਲੇ ਬਚਨ, ਇੱਕ ਵਿਛੋੜੇ ਵਾਲੇ ਬਚਨ, ਇੱਕ ਕਸ਼ਿਸ਼ ਸੀ ਜਿਹੜੀ ਗੁਰੂ ਸਾਹਿਬ ਦੇ ਚਰਨਾਂ ਦੇ ਪ੍ਰਤੀ। ਮਹਾਰਾਜ ਨੇ ਫਿਰ ਕਲਮ ਲਈ, ਟੁਕੜਾ ਲਿਆ ਕਾਗਜ਼ ਦਾ ਔਰ ਦਵਾਹੀ ਸ਼ਾਹੀ ਦੀ ਦਵਾਤ ਲਈ। ਮਹਾਰਾਜ ਨੇ ਤੀਜਾ ਬਚਨ, ਤੀਜਾ ਸ਼ਬਦ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਐ ਪਰੇ ਤੁਧ ਭਗਵੰਤਾ, ਮੋਹਿ ਰਹਿ ਨਾ ਵਿਹਾਵੈ ਨੀਂਦ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਉ ਘੋਲੀ ਜੀਓ ਘੋਲ ਕੰਭਾਈ, ਤੇ ਸੱਚੇ ਗੁਰ ਦਰਬਾਰੇ ਜੀਓ। ਮੋਹਿ ਰਹਿ ਨਾ ਵਿਹਾਵੈ ਨੀਂਦ ਨਾ ਆਵੈ, ਬਿਨ ਸੱਚੇ ਗੁਰ ਦਰਬਾਰੇ ਜੀਓ, ਹਉ ਘੋਲੀ ਜੀਓ ਘੋਲ ਕਮਾਈ, ਤੇ ਸੱਚੇ ਗੁਰ ਦਰਬਾਰੇ ਜੀਓ। ਇਹ ਚਿੱਠੀ ਤੀਜਾ ਬੰਦ ਰਹਾਓ ਲਿਖ ਕੇ ਇਹ ਬੰਦ ਸ਼ਬਦ ਪੂਰਾ ਕਰ ਦਿੱਤਾ। ਕਹਿਣ ਲੱਗੀ ਇਦਾਂ ਕਰੀ, ਅੱਖ ਬਚਾ ਕੇ ਸਾਡੇ ਭਰਾ ਤੋਂ ਇਹ ਚਿੱਠੀ ਸਿੱਧੀ ਗੁਰੂ ਰਾਮਦਾਸ ਮਹਾਰਾਜ ਸਾਡੇ ਪਿਤਾ ਨੂੰ ਫੜਾਵੀਂ। ਚਿੱਠੀ ਲੈ ਕੇ ਗੁਰੂ ਕਾ ਸਿੱਖ ਲਾਹੌਰ ਤੋਂ ਚੱਲਿਆ। ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਤੇ ਸੀਸ ਝੁਕਾਇਆ। ਹਜੂਰ ਨੇ ਪੁੱਛਿਆ ਕਿੱਥੋਂ ਆਏ? ਮਹਾਰਾਜ ਜੀ ਲਾਹੌਰ ਤੋਂ। ਭਾਵੇਂ ਗੁਰੂ ਸਾਹਿਬ ਅੰਤਰਜਾਮੀ ਆ, ਕਿਹਨਾਂ ਨੇ ਭੇਜਿਆ? ਤੁਹਾਡੇ ਸਪੁੱਤਰ। ਅੱਛਾ, ਸਾਡੇ ਸਪੁੱਤਰ ਨੇ ਕੀ ਹਾਲ ਆ ਮਹਾਰਾਜ? ਹਾਲ ਨਾ ਪੁੱਛੋ, ਆ ਹਾਲ ਜੇ ਪੁੱਛਣਾ ਚਾਹੁੰਦੇ ਆ ਤੇ ਚਿੱਠੀ ਪੜ੍ਹੋ। ਜਦੋਂ ਚਿੱਠੀ ਪੜ੍ਹੀ ਨਾ, ਗੁਰੂ ਰਾਮਦਾਸ ਮਹਾਰਾਜ ਦੇ ਨੇਤਰਾਂ ਦੇ ਵਿੱਚੋਂ ਵੀ ਇਹ ਵਿਰਾਗ ਵਾਲਾ ਜਾਲ ਹੈ। ਇਹ ਉੱਦਾਂ ਨਹੀਂ ਮਹਾਰਾਜ ਰੋਏ ਸੀ, ਕੋਈ ਦੁੱਖ ਦੀ ਗੱਲ ਨਹੀਂ, ਪ੍ਰੀਤੀ ਆ ਨਾ, ਪਿਆਰ ਆ। ਕਿਉਂਕਿ ਮੇਰੀ ਬੰਦੀ ਭਗਤ ਛਡਾਵੇ, ਬੰਦੀ ਭਗਤ ਨਾ ਛੁਟੈ ਮੋਹੇ, ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਮਹਾਰਾਜ ਨੇ ਚਿੱਠੀ ਪੜ੍ਹੀ। ਚਿੱਠੀ ਪੜ੍ਹ ਕੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੱਤਾ। ਇਹ ਮਹਾਰਾਜ ਉਸ ਵੇਲੇ ਬੜੇ ਸਤਿਕਾਰ ਨਾਲ, ਬਾਣੀ ਦਾ ਸਤਿਕਾਰ ਸੀਗਾ। ਮਹਾਰਾਜ ਨੂੰ ਪਤਾ ਸੀ ਆਉਣ ਵਾਲੇ ਸਮੇਂ 'ਚ ਬਾਣੀ ਬਾਨੀ ਆ। ਆਪਣੇ ਮੱਥੇ ਨੂੰ ਉਹ ਸ਼ਬਦ ਲਾਇਆ, ਉੱਥੇ 3 ਪਾਇਆ ਸੀ। ਮਹਾਰਾਜ ਕਹਿੰਦੇ 2 ਚਿੱਠੀਆਂ। ਉਹ ਸਿੱਖ ਕਹਿਣ ਲੱਗਾ ਮਹਾਰਾਜ ਤੁਹਾਡੇ ਵੱਡੇ ਸਪੁੱਤਰ ਨੂੰ ਦਿੱਤੀਆਂ। ਬਾਬੇ ਪ੍ਰਿਥੀਏ ਨੂੰ ਬੁਲਾਇਆ, 2 ਚਿੱਠੀਆਂ ਪੁੱਤਰ। ਇਹ ਕਹਿਣ ਲੱਗਾ ਕਿਹੜੀਆਂ ਚਿੱਠੀਆਂ? ਮੇਰੇ ਕੋਲ ਤਾਂ ਕੋਈ ਚਿੱਠੀ ਨਹੀਂ। ਪੁੱਤਰ ਝੂਠ ਨਾ ਬੋਲ। ਨਾ ਮੇਰੇ ਕੋਲ ਕੋਈ ਚਿੱਠੀ ਨਹੀਂ ਆਏਗੀ। ਗੁਰੂ ਸਾਹਿਬ ਨੇ ਆਪਣੇ ਅਰਦਾਸੀਏ ਨੂੰ ਕਿਹਾ, ਗੁਰੂ ਰਾਮਦਾਸ ਮਹਾਰਾਜ ਨੇ ਵੀ ਸਾਡੀ ਨੌਂ ਬੀਬੀ ਕਰਮੋਂ ਬਾਬੇ ਪ੍ਰਿਥੀਏ ਦੀ ਘਰ ਵਾਲੀ ਸੀ, ਉਹ ਤੋਂ ਜਾ ਕੇ ਕਹੋ ਵੀ ਚੋਲਾ ਮੰਗਾਇਆ। ਬਾਬੇ ਪ੍ਰਿਥੀਏ ਦਾ ਚੋਲਾ ਲਿਆਂਦਾ ਗਿਆ। ਸੰਗਤ ਬੈਠੀ ਆ, ਖੀਸੇ ਵਿੱਚੋਂ 2 ਚਿੱਠੀਆਂ ਨਿਕਲ ਆਈਆਂ। ਕਹਿਣ ਲੱਗੇ ਪੁੱਤਰ ਆ ਕਿੱਥੋਂ ਆਈਆਂ? ਸਗੋਂ ਮਾਫੀ ਮੰਗਣ ਦੀ ਬਜਾਏ ਬਾਬਾ ਪ੍ਰਿਥੀਆ ਬੁੜਬੁੜ ਕਰਨ ਲੱਗ ਗਿਆ, ਮੈਨੂੰ ਕੀ ਪਤਾ ਤੁਸੀਂ ਕੀ ਚਾਲ ਖੇਡਦੇ ਹੋ, ਦੋਵੇਂ ਪਿਓ ਪੁੱਤ ਕੀ ਕਰਦੇ ਹੋ, ਕੀ ਹੋ ਰਿਹਾ? ਬਾਬਾ ਬੁੱਢਾ ਜੀ ਧੰਨ ਗੁਰੂ ਨਾਨਕ, ਭਾਈ ਗੁਰਦਾਸ ਜੀ ਧੰਨ ਗੁਰੂ ਨਾਨਕ। ਸੰਗਤਾਂ ਵਾਹਿਗੁਰੂ ਵਾਹਿਗੁਰੂ। ਵੀ ਵੱਡਾ ਸਪੁੱਤਰ ਕਿੱਦਾਂ ਬੋਲ ਰਿਹਾ ਗੁਰੂ ਸਾਹਿਬ ਨੂੰ? ਇਉਂ ਬੁੜਬੁੜ ਕਰਦਾ ਹੋਇਆ ਚਲਾ ਗਿਆ। ਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਦੇ ਪ੍ਰਤੀ ਗੁਰੂ ਰਾਮਦਾਸ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਕਿਹਾ, ਬਾਬਾ ਜੀ
ਬ੍ਰਹਮ ਗਿਆਨੀ ਜੀ ਤੁਸੀਂ ਇਦਾਂ ਕਰੋ, ਕੱਲ ਨੂੰ ਤਿਆਰੀ ਕਰੋ, ਮੇਰੇ ਪੁੱਤਰ ਨੂੰ ਲਾਹੌਰ ਤੋਂ ਲੈ ਕੇ ਆਓ। ਤਿਆਰੀ ਹੋਈ, ਬਾਬਾ ਬੁੱਢਾ ਜੀ ਕੁਝ ਸਿੱਖਾਂ ਨੂੰ ਨਾਲ ਲੈ ਕੇ ਲਾਹੌਰ ਨੂੰ ਚਲੇ ਗਏ। ਲਾਹੌਰ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਸ ਵੇਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਮਿਲੇ, ਚਿਹਰਾ ਗਦ-ਗਦ ਹੋ ਗਿਆ। ਮੈਂ ਦੱਸ ਨਹੀਂ ਸਕਦਾ ਵੀ ਉਹ ਬਚਨ ਕਵੀ ਸੰਤੋਖ ਸਿੰਘ ਨੇ ਇੰਚ ਇੰਚ ਭਰ ਕੇ ਉੱਥੋਂ ਦਾ ਜਿਹੜਾ ਮਲਾਪ ਆ ਨਾ, ਉਹ ਛੰਦਾਬੰਦੀ ਦੇ ਵਿੱਚ ਪਿੰਗਲ ਦੇ ਆਧਾਰ ਤੇ ਲਿਖਿਆ। ਬਾ ਕਮਾਲ ਕਥਾ, ਉਹ ਬਾਏ ਸਾਰੀ ਬਾ ਕਮਾਲ ਕਥਾ। ਉਹ ਜਿਹੜਾ ਸਮਾਂ ਸੀਗਾ ਬਾਬਾ ਬੁੱਢਾ ਜੀ ਦਾ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਮਿਲਾਪ, ਉਹ ਬਾ ਕਮਾਲ। ਗੁਰਮੁਖ ਪਿਆਰਿਓ, ਚਾਹ ਚੜ ਗਿਆ। ਚਲੋ ਮਹਾਰਾਜ ਤੁਹਾਨੂੰ ਬੁਲਾ ਰਹੇ ਆ, ਧੰਨ ਗੁਰੂ ਰਾਮਦਾਸ ਮਹਾਰਾਜ। ਤਿਆਰੀ ਹੋਈ, ਹਿਰਦੇ ਵਿੱਚ ਖੁਸ਼ੀ ਹੋਈ। ਲਾਹੌਰ ਤੋਂ ਸੰਗਤਾਂ ਨੂੰ ਮਿਲ ਕੇ, ਭਾਵੇਂ ਲਾਹੌਰ ਦੀ ਸੰਗਤ ਜਿਹੜੀ ਸੀਗੀ ਉਹਨਾਂ ਦੇ ਅੰਦਰ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਪ੍ਰਤੀ ਬੜਾ ਪਿਆਰ ਬਣ ਗਿਆ ਸੀ। ਵਿਆਕਲ ਹੋਈਆਂ, ਪਰ ਸਾਡੇ ਪਿਤਾ ਨੇ ਬੁਲਾਇਆ, ਜਾਣਾ ਤੇ ਪੈਣਾ। ਇੱਧਰ ਆਏ ਸ੍ਰੀ ਅੰਮ੍ਰਿਤਸਰ ਸਾਹਿਬ, ਗੁਰੂ ਰਾਮਦਾਸ ਮਹਾਰਾਜ ਨੂੰ ਤੱਕਿਆ, ਚਿਹਰਾ ਗਦ-ਗਦ ਹੋ ਗਿਆ। ਹਜੂਰ ਦੇ ਚਰਨਾਂ ਤੇ ਸੀਸ ਰੱਖ ਕੇ ਹਜੂਰ ਗੁਰੂ ਰਾਮਦਾਸ ਮਹਾਰਾਜ ਦੇ ਮਾਨੋ ਚਰਨ ਧੋ ਦਿੱਤੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਪੁੱਤਰ ਕਿੱਦਾਂ ਦੀ ਸਥਿਤੀ ਸੀ ਮਹਾਰਾਜ, ਨਾ ਪੁੱਛੋ। ਸੰਗਤਾਂ ਸਾਰੀਆਂ ਬੈਠੀਆਂ, ਪਹਿਲੂ ਸਿੱਖ ਬੈਠੇ ਆ, ਬਾਬਾ ਬੁੱਢਾ ਜੀ ਬੈਠੇ ਆ, ਬੇਅੰਤ ਸੰਗਤਾਂ, ਮਾਤਾ ਭਾਨੀ ਜੀ ਬੈਠੇ ਆ, ਸੰਗਤਾਂ ਬੇਅੰਤ ਬੈਠੀਆਂ। ਗੱਲ ਚੱਲੀ ਵੀ ਹੁਣ ਗੁਰਤਾ ਗੱਦੀ ਦੀ, ਵੀ ਗੁਰਤਾ ਗੱਦੀ ਕਿਹਨੂੰ ਦਿੱਤੀ ਜਾਵੇ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਪੁੱਛਿਆ ਗੁਰੂ ਰਾਮਦਾਸ ਮਹਾਰਾਜ ਨੇ, ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਤੁਸੀਂ ਸਭ ਤੋਂ ਪਹਿਲਾਂ 4 ਗੁਰੂ ਸਾਹਿਬਾਨ ਸਾਡੇ ਸਮੇਤ, 4 ਗੁਰੂ ਸਾਹਿਬਾਨਾਂ ਦੇ ਦਰਸ਼ਨ ਹੋਏ, ਔਰ ਸਾਡੇ ਤੋਂ ਲੈ ਕੇ ਔਰ ਗੁਰੂ ਅੰਗਦ ਦੇਵ ਮਹਾਰਾਜ ਤੱਕ 3 ਗੁਰੂ ਸਾਹਿਬਾਨਾਂ ਨੂੰ ਗੁਰਤਾ ਗੱਦੀ ਦਾ ਟੀਕਾ ਦਿੱਤਾ, ਤਿਲਕ ਦਿੱਤਾ। ਇੱਕ ਗੱਲ ਚੇਤੇ ਰੱਖਿਓ, ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਉਹਨਾਂ ਨੇ 6 ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ, 5 ਗੁਰੂ ਸਾਹਿਬਾਨਾਂ ਨੂੰ ਗੁਰਤਾ ਗੱਦੀ ਦਾ ਟੀਕਾ ਦਿੱਤਾ, ਔਰ ਬਾਅਦ ਵਿੱਚ 10ਵੇਂ ਪਾਤਸ਼ਾਹ ਤੱਕ ਵੀ ਗੁਰਤਾ ਗੱਦੀ ਦਾ ਟੀਕਾ ਸੀ ਨਾ, ਇਹ ਕਵੀ ਸੰਤੋਖ ਸਿੰਘ ਨੇ ਲਿਖਿਆ ਸਾਰਾ ਕੁਝ। ਬਾਬਾ ਗੁਰਬਖਸ਼ ਸਿੰਘ ਦੀ ਇਹਨਾਂ ਦੀ ਅੰਸ਼-ਬੰਸ਼ ਵਿੱਚੋਂ ਸਨ, ਬਾਬਾ ਬੁੱਢਾ ਜੀ ਅੰਸ਼-ਬੰਸ਼ ਵਿੱਚੋਂ, ਉਹ ਗੁਰਤਾ ਗੱਦੀ ਦਾ ਟੀਕਾ ਦਿੰਦੇ ਰਹੇ। ਇਹ ਬਖਸ਼ਿਸ਼ ਬਾਬਾ ਬੁੱਢੇ ਦੇ ਘਰ ਹੈ। ਬਾਬਾ ਜੀ ਤੁਸੀਂ ਦੱਸੋ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਕਹਿਣ ਲੱਗੇ, ਮਹਾਰਾਜ ਮੈਂ ਕੀ ਦੱਸ ਸਕਦਾ, ਤੁਸੀਂ ਜਾਣੀ ਜਾਣੋ। ਨਹੀਂ ਫਿਰ ਵੀ ਕਹਿਣ ਲੱਗੇ, ਮਹਾਰਾਜ ਜੇ ਤੇਰਾ ਹੁਕਮ ਹੈ, ਇਹ ਤੁਸੀਂ ਕਰਾ ਰਹੇ ਹੋ, ਪਰ ਗੁਰਤਾ ਗੱਦੀ ਦਾ ਟੀਕਾ ਛੋਟੇ ਸੁਪੁੱਤਰ ਨੂੰ ਮਿਲਣਾ ਚਾਹੀਦਾ। ਇੰਨੀ ਗੱਲ ਸੁਣਨ ਦੇ ਨਾਲ ਬਾਬਾ ਪ੍ਰਿਥੀਆ ਬੁੜਬੁੜ ਕਰਨ ਲੱਗ ਗਿਆ ਵੀ ਮੈਨੂੰ ਮਿਲਣੀ ਚਾਹੀਦੀ ਹੈ ਗੁਰਤਾ ਗੱਦੀ, ਮੈਂ ਵੱਡਾ, ਮੈਂ ਇੱਥੇ ਕਾਰੋਬਾਰ ਸੰਭਾਲਿਆ, ਇਹ ਤੇ ਜਾ ਕੇ ਲਾਹੌਰ ਬੈਠ ਗਿਆ ਸੀਗਾ, ਇੱਥੇ ਮੈਂ ਸੰਗਤਾਂ ਨੂੰ ਸੰਭਾਲਦਾ ਰਿਹਾ, ਮੈਨੂੰ ਮਿਲਣਾ। ਮਹਾਰਾਜ ਕਹਿਣ ਲੱਗੇ, ਪੁੱਤਰ ਤੈਨੂੰ ਵੀ ਕਿਹਾ ਸੀ ਵੀ ਤੂੰ ਚਲਾ ਜਾਂਦਾ, ਜੇ ਮੈਂ ਚਲਾ ਜਾਂਦਾ ਇੱਥੇ ਕੌਣ ਸੰਭਾਲਦਾ। ਮਹਾਰਾਜ ਕਹਿਣ ਲੱਗੇ, ਇਦਾਂ ਕਰੋ, ਗੁਰਤਾ ਗੱਦੀ ਦਾ ਟੀਕੇ ਦਾ ਨਿਰਣਾ ਗੁਰਬਾਣੀ ਦੇ ਆਧਾਰ ਤੇ ਹੋਵੇਗਾ, ਕਿਉਂਕਿ ਗੁਰਬਾਣੀ ਹੈ ਗੁਰਮੁਖ ਪਿਆਰਿਓ। 10ਵੇਂ ਪਾਤਸ਼ਾਹ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਟੀਕਾ ਮਿਲਿਆ। ਆਪਾਂ ਨੂੰ ਪਤਾ ਜਾਗ ਦੀ ਜੋਤ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ। ਹਜੂਰ ਕਹਿਣ ਲੱਗੇ 3 ਬੰਦ ਪੂਰੇ ਹੋਏ ਆ। ਮਾਝ ਰਾਗ ਵਿੱਚ ਆਪਾਂ ਪੜ੍ਹਦੇ ਨਾ ਸ਼ਬਦ ਹਜ਼ਾਰੇ, 3 ਬੰਦ 3 ਸ਼ਲੋਕ ਪੂਰੇ ਹੋਏ ਆ ਸ਼ਬਦ, ਤੇ ਚੌਥਾ ਜਿਹੜਾ ਪੂਰਾ ਕਰ ਦੇਵੇਗਾ ਉਹਨੂੰ ਟੀਕਾ ਗੁਰਤਾ ਗੱਦੀ ਦਾ। ਪਰ ਹੁਣ ਕਿੱਥੇ ਗੁਰਮੁਖ ਪਿਆਰੋ, ਜਿੱਥੇ ਕਪਟ ਹੈ, ਜਿੱਥੇ ਛਲ ਹੈ, ਤੇ ਜਿੱਥੇ ਅੰਦਰ ਬੇਈਮਾਨੀ ਧੋਖਾ, ਉੱਥੋਂ ਤੁਰਕੀ ਬਾਣੀ ਤਾਂ ਨਹੀਂ ਨਾ ਆ ਸਕਦੀ। ਹੋਰ ਬਥੇਰੇ ਆ, ਕੱਚੇ ਪਿੱਲੇ ਦੂਰ ਮੇਲੀਏ, ਸਰਸੀਏ ਬਿਆਸੀਏ, ਬੜਾ ਕੁਝ ਬਾਣੀ, ਪਰ ਉਹ ਬਾਣੀ ਥੋੜੀ ਆ ਸਕਦੀ ਹੈ। ਇਹ ਕਹਿਣ ਲੱਗਾ ਮੈਨੂੰ ਨਹੀਂ ਪਤਾ। ਗੁਰੂ ਮਹਾਰਾਜ ਨੇ ਗੁਰੂ ਅਰਜਨ ਦੇਵ ਮਹਾਰਾਜ ਵੱਲ ਥੋੜਾ ਜਿਹਾ ਤੱਕਿਆ। ਮਹਾਰਾਜ ਕਹਿਣ ਲੱਗੇ, ਮਹਾਰਾਜ ਤੁਸੀਂ ਕਿਰਪਾ ਕਰੋ ਤੇ ਗੂੰਗਿਆਂ ਤੋਂ ਵੀ ਬੁਲਾ ਲਵੋ। ਹਜੂਰ ਨੇ ਫਿਰ ਚੌਥਾ ਸ਼ਬਦ ਲਿਖਿਆ, ਭਾਗ ਹੋਆ ਗਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ, ਹੋ ਘੋਲੀ ਜੀਓ ਘੋਲ ਕਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। ਇਹ ਬੰਦ ਲਿਖਿਆ। ਗੁਰਤਾ ਗੱਦੀ ਦਾ ਟੀਕਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਮਿਲਿਆ। ਨਾਰੀਅਲ ਰੱਖ ਕੇ, 5 ਪੈਸੇ ਰੱਖ ਕੇ, 3 ਪਰਿਕਰਮਾ ਕਰਕੇ, ਸੀਸ ਝੁਕਾ ਕੇ, ਗੁਰੂ ਨਾਨਕ ਦੀ ਗੱਦੀ, ਗੁਰੂ ਨਾਨਕ ਦਾ ਤਿਲਕ, ਗੁਰੂ ਨਾਨਕ ਦੀ ਜੋਤ ਗੁਰੂ ਅਰਜਨ ਦੇਵ ਮਹਾਰਾਜ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿੱਚ ਟਿਕਾਈ। ਜਿਵੇਂ ਬਚਨ ਆਉਂਦੇ ਆ ਨਾ ਭੱਟਾਂ ਦੇ, ਅੰਤ ਨ ਪਾਵਤ ਦੇਵ ਸਭੈ ਮੁਨ, ਇੰਦਰ ਮਹਾਸਿਵ ਜੋਗ ਕਰੀ, ਫੁਨ ਵੇਦ ਬਰੰਚ ਵਿਚਾਰ ਰਹਿਓ,
हर जाप न छाड्यो एक घरी। मथुरा जन को प्रभ दीन दयाल है, संगत सृष्ट निहाल करी। रामदास गुरु जग तारन को, गुरजोत अर्जन माहे धरी। गुरु साहब ने ਇਹ ਜਿਹੜੀ ਜੋਤ ਸੀ ਗੁਰੂ ਅਰਜਨ ਦੇਵ ਮਹਾਰਾਜ ਵਿੱਚ ਟਿਕਾ ਦਿੱਤੀ। ਸਮੇਂ ਮੁਤਾਬਕ ਸੱਚਖੰਡ ਪਿਆਨਾ ਕਰਕੇ ਗੁਰੂ ਰਾਮਦਾਸ ਮਹਾਰਾਜ, ਇੱਧਰ ਗੁਰੂ ਅਰਜਨ ਦੇਵ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੈ। ਬਾਬੇ ਪ੍ਰੀਤੀਏ ਦੀ ਈਰਖਾ ਵਧਦੀ ਗਈ। ਗੁਰੂ ਅਰਜਨ ਦੇਵ ਮਹਾਰਾਜ ਦੇ ਧਰਮ ਸੁਪਤਨੀ ਬੀਬੀ ਮਾਤਾ ਗੰਗਾ ਜੀ ਸਤਿਕਾਰਯੋਗ, ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਇਤਿਹਾਸ ਬੜਾ ਲੰਮਾ ਹੈ, ਮੈਂ ਸੰਖੇਪ ਵਿੱਚ ਬੇਨਤੀ ਕਰਾਂ। ਕੀ ਹੋਇਆ? ਪਹਿਲਾ ਕਾਰਨ ਸੀ ਜਿਹੜਾ ਮੈਂ ਦੱਸਿਆ, ਸਤਿਕਾਰਯੋਗ ਜਿਹੜਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦੀ ਕਰਾਉਣ ਦੇ ਵਿੱਚ, ਸ਼ਹਾਦਤ ਦੇ ਵਿੱਚ ਬਾਬੇ ਪ੍ਰੀਤੀਏ ਦਾ। ਔਰ ਦੂਸਰਾ ਕਾਰਨ ਬਣਿਆ ਚੰਦੂ। ਚੰਦੂ ਜਿਹੜਾ ਉਹ ਦਿੱਲੀ ਦੇ ਵਿੱਚ ਬਾਦਸ਼ਾਹ ਦਾ, ਅਕਬਰ ਬਾਦਸ਼ਾਹ ਦਾ, ਫਿਰ ਜਹਾਂਗੀਰ ਬਾਦਸ਼ਾਹ ਦਾ ਇਹ ਤਖਤ ਦਾ ਦੀਵਾਨ ਸੀਗਾ, ਭਾਵੇਂ ਮੰਤਰੀ ਸ਼ੰਤਰੀ ਸੀ। ਇਹਦੀ ਧੀ ਜਵਾਨ ਹੋਈ, ਧੀ ਦਾ ਨਾਮ ਸੀ ਬੀਬੀ ਸਦਾ ਕੌਰ। ਧੀ ਦਾ ਰਿਸ਼ਤਾ ਲੱਭਣ ਦੇ ਲਈ ਇਹਨੇ ਉਹਨਾਂ ਸਮਿਆਂ ਦੇ ਵਿੱਚ, ਅੱਜ ਤੇ ਜ਼ਮਾਨਾ ਹੀ ਬਦਲ ਗਿਆ, ਮੰਗਣੀ ਤੋਂ ਪਹਿਲਾਂ, ਵਿਆਹ ਤੋਂ ਪਹਿਲਾਂ ਹੀ ਸਾਰਾ ਕੁਝ ਗਿੱਟ ਮਿੱਟ ਹੋਇਆ ਹੁੰਦਾ। ਇਹ ਸਮੇਂ ਹੀ ਇਦਾਂ ਦੇ ਆ ਗਏ ਆ, ਮਾਫੀ ਚਾਹੁੰਦਾ। ਕੀ ਹੋਇਆ ਵੀ ਧੀ ਦਾ ਰਿਸ਼ਤਾ ਲੱਭਣ ਦੇ ਲਈ ਇੱਕ ਪੰਡਤ, ਇੱਕ ਨਾਈ, ਬ੍ਰਾਹਮਣ ਤੇ ਨਾਈ ਦੋਵੇਂ ਭੇਜੇ ਦਿੱਲੀ ਤੋਂ। ਇਹ ਰਿਸ਼ਤਾ ਦੇਖਦੇ ਦੇਖਦੇ ਸੋਨੀਪਤ, ਪਾਣੀਪਤ, ਅੰਬਾਲਾ ਲੰਘਦੇ ਲੰਘਦੇ ਲਾਹੌਰ ਪਹੁੰਚੇ। ਲਾਹੌਰ ਤੋਂ ਪਤਾ ਲੱਗਿਆ ਇਹਨਾਂ ਨੂੰ ਵੀ ਗੁਰੂ ਨਾਨਕ ਦਾ ਘਰ, ਪੰਜਵੇਂ ਸਰੂਪ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦਾ ਸੁਪੁੱਤਰ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਸਰੀਰ ਸਡੌਲ, ਚਿਹਰਾ ਜਿਹੜਾ ਬੜਾ ਗਦਗਦ ਕਰਦਾ, ਚਿਹਰੇ ਦਾ ਪ੍ਰਭਾਵ ਝੱਲਿਆ ਨਹੀਂ ਜਾਂਦਾ, ਨੇਤਰਾਂ ਦਾ ਪ੍ਰਭਾਵ ਝੱਲਿਆ ਨਹੀਂ ਜਾਂਦਾ। ਡੌਲੇ ਐਨ ਮਹਾਰਾਜ ਦੇ ਸਰੀਰ, ਮਹਾਰਾਜ ਦਾ ਕੱਦ ਕਾਠ, ਮਹਾਰਾਜ ਦਾ ਜੁੱਸਾ, ਮਹਾਰਾਜ ਦਾ ਉਹ ਸਰੀਰ ਦੇ ਬਰਾਬਰ ਹੀ। ਇੱਕ ਤਾਂ ਦੇਖਣ ਨੂੰ ਮਹਾਰਾਜ ਕਹਿਣ ਲੱਗੇ, ਦੂਸਰਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੀ ਵਡਿਆਈ ਬੜੀ ਹੈ, ਉਪਮਾ ਬਹੁਤ ਜ਼ਿਆਦਾ ਗੁਰੂ ਨਾਨਕ ਦੇ ਘਰ ਦੀ, ਗੁਰੂ ਅਰਜਨ ਦੇਵ ਮਹਾਰਾਜ ਦੀ। ਇਹ ਲਾਹੌਰ ਤੋਂ ਜਿਹੜਾ ਬ੍ਰਾਹਮਣ ਸੀ ਤੇ ਨਾਈ ਸੀ, ਦੋਵੇਂ ਚੱਲੇ ਤੇ ਅੰਮ੍ਰਿਤਸਰ ਆਏ। ਜਦੋਂ ਆ ਕੇ ਦੇਖਿਆ ਵੀ ਕਿਆ ਬਾਤ ਹੈ, ਬੇਅੰਤ ਸੰਗਤਾਂ ਦੂਰ ਦੁਰੇਡਿਓਂ ਚੱਲ ਕੇ ਆ ਕੇ ਸੀਸ ਝੁਕਾ ਰਹੀਆਂ, ਕਿਆ ਬਾਤ ਹੈ। ਇਹਨਾਂ ਨੇ ਆ ਕੇ ਹਜੂਰ ਦੇ ਚਰਨਾਂ ਤੇ ਸੀਸ ਝੁਕਾਇਆ, ਸਾਰੀ ਗੱਲ ਦੱਸੀ ਵੀ ਇਦਾਂ ਦੀਵਾਨ ਹੈ, ਮੰਤਰੀ ਹੈ ਸਰਕਾਰੇ ਦਰਬਾਰੇ, ਤੇ ਚੰਦੂ ਖੱਤਰੀ ਗੋਤ ਵਿੱਚੋਂ ਹੈ, ਤੇ ਉਹਨਾਂ ਦੀ ਧੀ ਦਾ ਰਿਸ਼ਤਾ ਅਸੀਂ ਤੁਹਾਡੇ ਸੁਪੁੱਤਰ ਨਾਲ। ਮਹਾਰਾਜ ਕਹਿੰਦੇ ਠੀਕ ਹੈ ਭਾਈ, ਧੀਆਂ ਸਤਿਕਾਰਯੋਗ ਹੈ। ਰਿਸ਼ਤਾ ਪੱਕਾ ਹੋ ਗਿਆ। ਰਿਸ਼ਤਾ ਪੱਕਾ ਕਰਕੇ ਬ੍ਰਾਹਮਣ ਤੇ ਨਾਈ ਦੋਵੇਂ ਦਿੱਲੀ 'ਚ ਗਏ। ਚੰਦੂ ਨੇ ਪੁੱਛਿਆ ਕਿੱਥੇ ਰਿਸ਼ਤਾ ਕਰਕੇ ਆਈ ਮੇਰੀ ਧੀ ਦਾ? ਇਹ ਕਹਿਣ ਲੱਗੇ ਜੀ ਕਿਆ ਬਾਤ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਗੁਰੂ ਅਰਜਨ ਦੇਵ ਮਹਾਰਾਜ ਦੇ ਸੁਪੁੱਤਰ ਗੁਰੂ ਨਾਨਕ ਦੀ ਗੱਦੀ। ਇਹ ਹੰਕਾਰ ਵਿੱਚ ਬੋਲਿਆ, ਕਿਉਂਕਿ ਹੈ ਤੇ ਮਨ ਦੇ ਵਿੱਚ ਹੰਕਾਰ ਸੀ ਨਾ, ਹਉਮੈ ਸੀ। ਕਹਿਣ ਲੱਗਾ ਚਲੋ ਕੋਈ ਗੱਲ ਨਹੀਂ, ਚੁਬਾਰੇ ਦੀ ਇੱਟ ਮੋਰੀ ਨੂੰ ਲਾਏ। ਦੂਜੀ ਗੱਲ ਇਹਨੇ ਗੱਲ ਕਹੀ, ਕਹਿਣ ਲੱਗਾ ਵੀ ਮੇਰੀ ਧੀ ਸਿੱਖਾਂ ਦੀ ਮਾਤਾ ਤਾਂ ਬਣੇਗੀ। ਇਹ ਗੱਲ ਦਿੱਲੀ ਦੀ ਸੰਗਤ ਤੱਕ ਪਹੁੰਚੀ। ਦਿੱਲੀ ਦੀ ਸੰਗਤ ਨੇ ਚਿੱਠੀ ਲਿਖ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਭੇਜੀ। ਮਹਾਰਾਜ, ਚੰਦੂ ਬੜੇ ਹੰਕਾਰ ਵਿੱਚ ਬੋਲਿਆ। ਇੱਕ ਤਾਂ ਇਹਨੇ ਕਿਹਾ ਗੁਰੂ ਨਾਨਕ ਦੀ, ਜਿਹੜੀ ਗੁਰੂ ਨਾਨਕ ਦੇ ਘਰ ਦੀ ਨਰਾਦਰੀ ਕੀਤੀ ਵੀ ਚੁਬਾਰੇ ਦੀ ਇੱਟ ਮੋਰੀ ਨੂੰ ਲਾਏ। ਤੇ ਦੂਸਰਾ ਮਹਾਰਾਜ ਜੀ ਇਹਨੇ ਕਿਹਾ ਵੀ ਮੇਰੀ ਧੀ ਸਿੱਖਾਂ ਦੀ ਮਾਤਾ ਤੇ ਅਖਵਾਵੇਗੀ। ਸਿੱਖਾਂ ਦੀ ਮਾਤਾ ਤੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ, ਸਿੱਖਾਂ ਦੀ ਮਾਤਾ ਇਹ ਥੋੜੀ। ਜਦੋਂ ਇਹ ਗੱਲ ਗੁਰੂ ਸਾਹਿਬ ਨੂੰ ਪਤਾ ਲੱਗਿਆ, ਮਰਦ ਕਹਿੰਦੇ ਕੋਈ ਗੱਲ ਨਹੀਂ, ਸੰਗਤ ਜਿਵੇਂ ਸੰਗਤ ਦਾ ਹੁਕਮ ਹੈ ਉਸੇ ਤਰ੍ਹਾਂ ਕਰਾਂਗੇ। ਥੋੜੇ ਸਮੇਂ ਬਾਅਦ, ਮਹੀਨਿਆਂ 2 ਮਹੀਨੇ ਬਾਅਦ ਕਹਿ ਲਵੋ, ਉਦੋਂ ਬਾਅਦ ਜਿਹੜਾ ਚੰਦੂ ਸੀਗਾ ਉਹਨੇ ਮੰਗਣੀ ਲਈ, ਜਿਹੜਾ ਆਪਾਂ ਮੰਗਣੀ ਦੀ ਰਸਮ ਕਰਦੇ ਹੁੰਦੇ ਆ, ਫਰੂਟ ਆਦਿਕ, ਮੇਵੇ ਆਦਿਕ ਭੇਜੇ। ਜਦੋਂ ਬ੍ਰਾਹਮਣ ਤੇ ਨਾਈ ਮੇਵੇ ਲੈ ਕੇ ਆਏ ਨਾ, ਮੰਗਣੀ ਦੀ ਰਸਮ ਪੱਕੀ ਕਰਨ ਦੇ ਲਈ, ਜਿਹਨੂੰ ਆਪਾਂ ਕਹਿੰਦੇ ਆ ਵੀ ਸ਼ਗਨ ਲਗਾਉਣ ਦੇ ਲਈ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਦੇਖੋ ਭਾਈ, ਚੰਦੂ ਬੜਾ ਹੰਕਾਰ ਵਿੱਚ ਆ ਕੇ ਬੋਲਿਆ ਵੀ ਗੁਰੂ ਨਾਨਕ ਦੇ ਘਰ ਨੂੰ ਮੋਰੀ ਕਿਹਾ ਤੇ ਆਪਣੇ ਆਪ ਨੂੰ ਚੁਬਾਰਾ। ਇਹ ਸੰਗਤਾਂ ਨੇ ਵੀ ਬਰਦਾਸ਼ਤ ਨਹੀਂ ਕੀਤਾ ਤੇ ਅਸੀਂ ਵੀ ਬਰਦਾਸ਼ਤ ਨਹੀਂ ਕਰਾਂਗੇ। ਚੇਤੇ ਰੱਖਿਓ, ਗੁਰੂ ਨਾਨਕ ਦੇ ਘਰ ਦੀ ਨਰਾਦਰੀ ਕਿਸੇ ਗੁਰੂ ਨੇ ਆਪਣਾ ਬਰਦਾਸ਼ਤ ਨਹੀਂ ਕੀਤੀ ਗਈ। ਇਤਿਹਾਸ ਬੜਾ ਲੰਮਾ ਹੋ ਜਾਣਾ। 10 ਗੁਰੂ ਸਾਹਿਬਾਨਾਂ ਦੇ ਵਿੱਚੋਂ 6-7 ਗੁਰੂ ਸਾਹਿਬਾਨਾਂ ਨੇ ਸ਼ਬਦ ਦੀ ਨਰਾਦਰੀ ਔਰ ਗੁਰੂ ਨਾਨਕ ਦੇ ਘਰ ਦੀ ਨਰਾਦਰੀ ਬਰਦਾਸ਼ਤ ਨਹੀਂ ਕੀਤੀ ਕਿ ਕੁਰਬਾਨੀਆਂ ਵੀ ਤੇ ਇਸੇ ਕਰਕੇ ਹੋਈਆਂ, ਸ਼ਹਾਦਤਾਂ ਵੀ ਤੇ ਇਸੇ ਕਰਕੇ ਹੋਈਆਂ। ਗੁਰੂ ਨਾਨਕ ਦੇ ਘਰ ਦੀ ਨਰਾਦਰੀ ਨਹੀਂ ਗਈ। ਮਹਾਰਾਜ ਕਹਿਣ ਲੱਗੇ ਨਰਾਦਰੀ ਨਹੀਂ ਅਸੀਂ। ਕਹਿੰਦੇ ਜੀ ਨਾਈ ਤੇ ਜਿਹੜਾ ਬ੍ਰਾਹਮਣ ਸੀ, ਹੁਣ ਅਸੀਂ ਕਹਿੰਦੇ ਜੋ ਮਰਜ਼ੀ ਜਵਾਬ ਦਿਓ, ਸਾਡੇ ਵੱਲੋਂ ਜਵਾਬ ਹੈ। ਇਹ ਆ ਗਏ, ਚੰਦੂ ਨੂੰ ਆ ਕੇ ਦੱਸਿਆ
ਚੰਦੂ ਹੰਕਾਰ ਵਿੱਚ ਹੋ ਗਿਆ, ਕਹਿਣ ਲੱਗਾ ਅੱਛਾ ਆਹ ਗੱਲ ਕਹਿ ਦਿੱਤੀ ਵੀ ਮੇਰੇ ਵਿਰੁੱਧ ਮੈਨੂੰ ਜਵਾਬ ਦੇ ਦਿੱਤਾ, ਹੰਕਾਰ ਸੀ, ਹਉਮੈ ਸੀ। ਕਹਿੰਦਾ ਮੈਂ ਸਬਕ ਸਿਖਾਵਾਂਗਾ ਗੁਰੂ ਅਰਜਨ ਦੇਵ ਨੂੰ, ਇਹਨੂੰ ਨਹੀਂ ਪਤਾ ਕਿ ਮੇਰੀ ਸਰਕਾਰੇ ਦਰਬਾਰੇ ਕਿੰਨੀ ਚੱਲਦੀ ਆ। ਇਉਂ ਬੜਬੜ ਕਰਦਾ ਇਹ ਚੰਦੂ ਚਲਾ ਗਿਆ। ਇੱਧਰ ਗੁਰਮੁਖ ਪਿਆਰਿਓ ਪ੍ਰਿਥੀਆ ਹੋਣਾ ਜਿਹੜਾ ਗੁਰੂ ਸਾਹਿਬ ਨਾਲ ਈਰਖਾ ਕਰਦਾ ਸੀਗਾ, ਬਾਬੇ ਪ੍ਰਿਥੀਏ ਨੂੰ ਪਤਾ ਲੱਗ ਗਿਆ ਵੀ ਚੰਦੂ ਦੀਵਾਨ ਆ ਦਿੱਲੀ ਦੇ ਵਿੱਚ ਤੇ ਚੰਦੂ ਨਾਲ ਆਹ ਗੱਲ ਹੋ ਗਈ। ਇਹਨੇ ਸਮਾਂ ਤੱਕਿਆ ਤੇ ਸਮਾਂ ਤੱਕ ਕੇ ਤੇ ਜਾ ਵੱਜਿਆ ਚੰਦੂ ਕੋਲੇ। ਚੰਦੂ ਨੂੰ ਕਹਿਣ ਲੱਗਾ ਮੈਂ ਗੁਰੂ ਰਾਮਦਾਸ ਦਾ ਵੱਡਾ ਸਪੁੱਤਰ। ਚੰਦੂ ਨੇ ਸਤਿਕਾਰ ਕੀਤਾ ਜੋ ਬਣਦਾ ਸੀਗਾ ਗੁਰੂ ਪੁੱਤਰ ਹੋਣ ਕਰਕੇ। ਜਿਵੇਂ ਤੇਰੇ ਨਾਲ ਕੀਤੀ ਐਵੇਂ ਮੇਰੇ ਨਾਲ ਕੀਤੀ ਮੇਰੇ ਛੋਟੇ ਭਰਾ ਨੇ। ਵਧਵੀਆਂ ਘਟਵੀਆਂ ਧੋਖਾ ਕੀਤਾ, ਬੇਈਮਾਨੀ ਕੀਤੀ, ਉਹ ਲਟੇਰਾ, ਉਹ ਫਲਾਨਾ, ਪਤਾ ਹੀ ਨਹੀਂ ਕਿਉਂਕਿ ਜਦੋਂ ਜ਼ਬਾਨ ਥੜਕਣ ਲੱਗ ਜਾਵੇ, ਜਿਵੇਂ ਅੱਜ ਵੀ ਬੜੇ ਜਿਹੜੇ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਤੋਂ ਖਾਧਾ ਨਾ, ਗੁਰੂ ਨਾਨਕ ਨੂੰ ਯਾਦ ਕਰਕੇ ਗੁਰੂ ਨਾਨਕ ਦੇ ਘਰ ਤੋਂ ਵਡਿਆਈਆਂ ਲਈਆਂ, ਤੇ ਉਹ ਅੱਜ ਗੁਰਮੁਖ ਪਿਆਰਿਓ ਦੇਖ ਲਓ, ਆ ਤੁਹਾਨੂੰ ਪਤਾ ਹੀ ਆ ਵੀ ਕਿਵੇਂ ਗੁਰੂ ਨਾਨਕ ਦੀ ਨਰਾਦਰੀ ਕਰਦੇ ਫਿਰਦੇ ਆ। ਹੁਣ ਪੱਗਾਂ ਵੀ ਬਦਲ ਗਈਆਂ, ਹੁਣ ਧਾਰਨਾ ਵੀ ਬਦਲ ਗਈਆਂ, ਹੁਣ ਕੀ ਕੁਝ ਪਹਿਲਾਂ ਮਹਾਂਪੁਰਸ਼ਾਂ ਦੇ ਨਾਮ ਤੇ ਬਾਬੇ ਮਹਾਂਪੁਰਸ਼ ਰਾੜੇ ਵਾਲੇ ਸੰਤਾਂ ਦੇ ਨਾਮ ਤੇ ਹੁਣ ਉਹਨਾਂ ਦੀ ਨਿੰਦਿਆ ਆਪਾਂ ਨੂੰ ਪਤਾ ਹੀ ਆ। ਸੋ ਰਹੋ ਵਿਚਾਰ, ਜਦੋਂ ਜ਼ਬਾਨ ਥੜਕ ਜਾਵੇ ਇਹ ਨਿੰਦਿਆ ਕਰਨ ਲੱਗ ਪੈਂਦੀ ਆ। ਕੀ ਹੋਇਆ? ਚੰਦੂ ਕਹਿਣ ਲੱਗਾ ਕੋਈ ਨਹੀਂ, ਬਾਦਸ਼ਾਹ ਕੋਲ ਜਾਵਾਂਗਾ। ਇਹ ਅਕਬਰ ਬਾਦਸ਼ਾਹ ਉਸ ਸਮੇਂ ਦਾ ਸੀਗਾ। ਅਕਬਰ ਬਾਦਸ਼ਾਹ ਨੂੰ ਜਾ ਕੇ ਫਰਿਆਦ ਲਾਈ। ਅਕਬਰ ਬਾਦਸ਼ਾਹ ਦੇ ਕੋਲ ਸੀਗਾ ਵਜ਼ੀਰ ਖਾਂ। ਜਿਹੜਾ ਉਹ ਵਜ਼ੀਰ ਖਾਂ ਸੀ ਨਾ, ਉਹ ਗੁਰੂ ਨਾਨਕ ਦੇ ਘਰ ਦਾ ਪ੍ਰੇਮੀ ਸੀ, ਕਿਉਂਕਿ ਇਹਦੇ ਪੇਟ ਨੂੰ ਰੋਗ ਹੋਇਆ ਸੀਗਾ ਜਲੋਧਰ ਦਾ, ਜਲ ਪਲਸ ਉਧਰ ਕਹਿੰਦੇ ਪੇਟ ਨੂੰ ਜਲ ਪੇਟ ਵਿੱਚ ਭਰ ਜਾਂਦਾ ਸੀਗਾ ਤੇ ਠੀਕ ਨਹੀਂ ਹੋਇਆ ਸੀ। ਇਹਨੇ ਬੜੀ ਕੋਸ਼ਿਸ਼ ਕੀਤੀ, ਬਹੁਤ ਵੈਦਾਂ ਡਾਕਟਰਾਂ ਕੋਲੇ ਗਿਆ, ਪਰ ਇਹ ਠੀਕ ਨਹੀਂ ਹੋ ਸਕਿਆ ਸੀਗਾ। ਤੇ ਇਹ ਫਿਰ ਗੁਰੂ ਅਰਜਨ ਦੇਵ ਮਹਾਰਾਜ ਕੋਲੇ ਆਇਆ ਸੀਗਾ। ਮਹਾਰਾਜ ਕਹਿਣ ਲੱਗੇ ਗੁਰੂ ਨਾਨਕ ਨੂੰ ਚੇਤੇ ਕਰਕੇ, ਇਹ ਗੁਰੂ ਬਚਨ ਸੀ, ਸੁਖਮਨੀ ਸਾਹਿਬ ਦੀ ਬਾਣੀ ਦਾ ਜਾਪ ਕਰਿਆ ਕਰੀ ਹਰ ਰੋਜ਼। ਬਾਣੀ ਦਾ ਜਾਪ ਕਰਕੇ ਕੋਲੇ ਜਲ ਰੱਖ ਕੇ ਉਹ ਜਲ ਛਕ ਲਵੀਂ, ਮਹਾਰਾਜ ਦਇਆ ਕਰਨਗੇ। ਇਹਦੇ ਪੇਟ ਦਾ ਰੋਗ ਦੂਰ ਹੋ ਗਿਆ ਸੀ, ਮਹਾਰਾਜ ਦੇ ਘਰ ਦਾ ਪ੍ਰੇਮੀ ਬਣ ਗਿਆ ਸੀ। ਜਦੋਂ ਜਾ ਕੇ ਇਹ ਚੰਦੂ ਨੇ ਤੇ ਜਿਹੜਾ ਪ੍ਰਿਥੀਆ ਸੀ, ਚੰਦੂ ਨੇ ਜਾ ਕੇ ਦੱਸਿਆ ਜੀ ਇਦਾਂ ਗੁਰੂ ਰਾਮਦਾਸ ਮਹਾਰਾਜ ਦਾ ਪੁੱਤਰ ਛੋਟਾ, ਉਹਨੇ ਧੋਖਾ ਕੀਤਾ, ਉਹਨਾਂ ਦੇ ਵੱਡੇ ਪੁੱਤਰ ਫਰਿਆਦ ਲੈ ਕੇ ਆਏ ਆ। ਵਜ਼ੀਰ ਖਾਂ ਨੇ ਸਾਰੀ ਗੱਲ ਸੁਣ ਲਈ। ਬਾਅਦ ਵਿੱਚ ਅਕਬਰ ਨੂੰ ਕਿਹਾ, ਕਹਿਣ ਲੱਗਾ ਅਕਬਰ ਜੀ ਐਸੀ ਗੱਲ ਨਹੀਂ, ਕੋਈ ਨਾ ਕੋਈ ਜ਼ਰੂਰ ਗਲਤੀ ਵੱਡੇ ਪੁੱਤਰ 'ਚ ਹੋਵੇਗੀ। ਗੁਰੂ ਰਾਮਦਾਸ ਮਹਾਰਾਜ ਗੁਰੂ ਨਾਨਕ ਦੇ ਸਰੂਪ ਹੈ। ਗੁਰੂ ਅਰਜਨ ਦੇਵ ਮਹਾਰਾਜ ਦੇ ਮੈਂ ਦਰਸ਼ਨ ਕੀਤੇ ਆ, ਉਹ ਖੁਦ ਨਿਰੰਕਾਰ ਦੇ ਸਰੂਪ ਹੈ। ਜਾਣੀ ਉਹ ਗੱਲ ਲੰਘੀ, ਪਰ ਫਿਰ ਵੀ ਗੁਰੂ ਨਾਨਕ ਦੇ ਘਰ ਦਾ ਸਤਿਕਾਰ ਕਰਕੇ, ਗੁਰੂ ਰਾਮਦਾਸ ਮਹਾਰਾਜ ਦੇ ਘਰ ਦਾ ਸਤਿਕਾਰ ਕਰਦਿਆਂ ਹੋਇਆਂ ਅਕਬਰ ਬਾਦਸ਼ਾਹ ਨੇ ਇਹ ਪਟਾ ਲਿਖਵਾ ਦਿੱਤਾ ਕਿ ਜਿਹੜਾ ਗੁਰੂ ਰਾਮਦਾਸ ਮਹਾਰਾਜ ਦਾ ਸਪੁੱਤਰ ਆ ਨਾ ਬਾਬਾ ਪ੍ਰਿਥੀਆ, ਉਹਨੂੰ 14,000 ਏਕੜ ਜ਼ਮੀਨ ਹੇਹਰ ਤੇ ਤੇਹਰ ਪਿੰਡ ਜਿਹੜੇ ਮਾਲਵੇ ਦੇ ਵਿੱਚ ਆ ਬਠਿੰਡੇ ਕੋਲੇ, ਇਹ ਪਿੰਡ ਦਿੱਤੇ ਜਾਂਦੇ ਆ ਵੀ ਉੱਥੇ ਆਪਣੇ ਪਰਿਵਾਰ ਦੇ ਨਾਲ ਰਵੇ। 14,000 ਏਕੜ ਜ਼ਮੀਨ ਲੈ ਕੇ ਵਾਪਸ ਆਇਆ। ਬੀਬੀ ਕਰਮੋ ਨੂੰ ਕਹਿਣ ਲੱਗਾ ਵੀ ਆਪਾਂ ਨੂੰ 14,000 ਏਕੜ। ਬੀਬੀ ਕਰਮੋ ਕਹਿੰਦੀ ਏਕੜ ਦੀ ਗੱਲ ਨਹੀਂ, ਮੈਨੂੰ ਇਹ ਦੱਸ ਵੀ ਗੁਰਤਾ ਗੱਦੀ ਤੈਨੂੰ ਮਿਲੇਗੀ ਕਿ ਨਹੀਂ, ਤੇਰੇ ਪੁੱਤਰ ਨੂੰ ਮਿਲੇਗੀ ਕਿ ਨਹੀਂ। ਉਹ ਕਹਿਣ ਲੱਗਾ ਵੀ ਗੁਰਤਾ ਗੱਦੀ ਵਾਲੀ ਗੱਲ ਤੇ ਜਿਹੜਾ ਅਕਬਰ ਬਾਦਸ਼ਾਹ ਸੀ ਉਹਨੇ ਕੋਈ ਜਵਾਬ ਨਹੀਂ ਦਿੱਤਾਗਾ, ਪਰ ਆਪਾਂ ਨੂੰ 14,000 ਕਹਿੰਦਾ। ਮੈਂ 14,000 ਕੀ? ਉਹ ਕਹਿਣ ਲੱਗੀ ਮੈਂ 14,000 ਤੋਂ ਕੀ ਕਰਾਉਣਾ, ਧਨ ਦੌਲਤ ਤੇ ਪਹਿਲਾਂ ਵੀ ਆ, ਮੈਨੂੰ 14,000 ਏਕੜ ਜ਼ਮੀਨ ਨਹੀਂ ਚਾਹੀਦੀ। ਗੱਲ ਤਾਂ ਮੇਰੇ ਪੁੱਤਰ ਨੂੰ ਗੁਰਤਾ ਗੱਦੀ ਜਾਂ ਤੈਨੂੰ ਗੁਰਤਾ ਗੱਦੀ ਮਿਲਦੀ, ਉਹੀ ਕੰਮ ਕਰਿਆ ਆ ਨਾ। ਇਹ ਠੰਡੇ ਹੋ ਕੇ ਕਹਿਣ ਲੱਗੇ ਵੀ ਹੁਣ ਕੀ ਕੀਤਾ ਜਾਵੇ। ਸਮਾਂ ਲੰਘਿਆ ਗੁਰਮੁਖ ਪਿਆਰਿਓ, ਇਹ ਫੇਰ ਮਿਲੇ ਆ ਚੰਦੂ ਤੇ ਜਿਹੜਾ ਆਪਣਾ ਪ੍ਰਿਥੀਆ, ਤੇ ਇੱਕ ਸੀਗਾ ਸਰਕਾਰੇ ਦਰਬਾਰੇ ਵਿੱਚ ਸੁਲਹੀ ਖਾਂ। ਇਹ ਜਰਨੈਲ ਸੀਗਾ ਫੌਜ ਦਾ, ਸੁਲਹੀ ਖਾਂ ਤੇ ਸੁਲਭੀ ਖਾਂ। ਇਹ ਸੁਲਭੀ ਖਾਂ ਸੁਲਹੀ ਖਾਂ ਦਾ ਭਤੀਜਾ ਸੀ। ਇਹ ਵੀ ਈਰਖਾ ਕਰਦੇ ਸੀ ਗੁਰੂ ਨਾਨਕ ਦੇ ਘਰ ਦੇ ਨਾਲ। ਇਹ ਚਾਰੇ ਜਾਣੇ ਇਕੱਠੇ ਹੋਏ, ਕਹਿਣ ਲੱਗੇ ਵੀ ਹੁਣ ਕੀ ਕੀਤਾ ਜਾਵੇ, ਗੁਰਤਾ ਗੱਦੀ ਤੇ ਆਪਾਂ ਦਵਾ ਨਹੀਂ ਸਕਦੇ, ਤਾਂ ਪਟਾ ਲਿਖਵਾਇਆ ਗਿਆ। ਸੁਲਹੀ ਨੇ ਵਿਚਾਰ ਦਿੱਤੀ, ਕਹਿੰਦਾ ਇੱਕ ਤਰੀਕਾ ਹੈ। ਉਹ ਕਿਹੜਾ? ਕਹਿੰਦੇ ਬਾਦਸ਼ਾਹ ਗਿਆ ਦੱਖਣ ਵੱਲ, ਕਹਿੰਦਾ ਆਪਾਂ ਕੇਸ ਲਵਾ ਦਿੰਨੇ ਆ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤੁਹਾਡੇ ਪੁੱਤਰ ਜਾਨੀ ਮਿਹਰਬਾਨ ਨੂੰ, ਬਾਬੇ ਪ੍ਰਿਥੀਏ ਦੇ ਪੁੱਤਰ ਨੂੰ ਮੁਤਬੰਨਾ ਪੁੱਤਰ ਬਣਾ ਕੇ ਰੱਖਿਆ ਸੀ। ਇਸ ਕਰਕੇ ਅੱਧੀ ਜਿਹੜੀ ਇਹ ਗੁਰਤਾ ਗੱਦੀ ਹੈ ਨਾ, ਗੁਰੂ ਕੀ ਸਿੱਖੀ ਹੈ, ਇਹ ਬਾਬੇ ਮਿਹਰਬਾਨ ਨੂੰ ਮਿਲਣੀ ਚਾਹੀਦੀ ਹੈ, ਜਾਣੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਨਹੀਂ। ਕਹਿੰਦੇ ਮੁਤਬੰਨਾ ਪੁੱਤਰ, ਕਹਿੰਦੇ ਵੀ ਜਦੋਂ ਪੁੱਤਰ ਨਾ ਹੋਵੇ ਤੇ ਪਹਿਲਾਂ ਆਪਾਂ ਝੋਲੀ ਵਿੱਚ ਪੁੱਤਰ ਲੈ ਲੈਂਦੇ ਆ, ਵੀ ਤੇਰੇ ਪੁੱਤਰ ਨੂੰ ਝੋਲੀ ਵਿੱਚ ਲਿਆ। ਐਸਾ ਲਿਆ ਨਹੀਂ ਸੀਗਾ ਗੁਰੂ ਸਾਹਿਬ ਨੇ।
ਇਹਨਾਂ ਨੇ ਕੋਲੋਂ ਹੀ ਝੂਠ ਬਣਾ ਕੇ ਦਿੱਲੀ ਵਿੱਚ ਸ਼ਿਕਾਇਤ ਲਵਾ ਦਿੱਤੀ। ਉਹ ਸ਼ਿਕਾਇਤ ਬਾਦਸ਼ਾਹ ਤੇ ਉਧਰ ਗਿਆ ਹੋਇਆ ਸੀ ਅਕਬਰ ਦੱਖਣ ਵੱਲ ਨੂੰ। ਉਹ ਸ਼ਿਕਾਇਤ ਦੇ ਮੁਤਾਬਕ ਸੁਰਭੀ ਖਾਂ ਗੁਰਮੁਖ ਪਿਆਰਿਓ 100 ਸਵਾਰ ਲੈ ਕੇ ਨਾ ਦਿੱਲੀ ਤੋਂ ਚੜ੍ਹਿਆ ਤੇ ਅੰਮ੍ਰਿਤਸਰ ਸਾਹਿਬ ਵੱਲ ਨੂੰ ਆ ਗਿਆ। ਕਹਿਣ ਲੱਗਾ ਵੀ ਮੈਂ ਅੱਧੀ ਸਿੱਖੀ ਦਵਾਵਾਂਗਾ। ਸੋਨੀਪਤ ਲੰਘਦਾ, ਪਾਣੀਪਤ ਲੰਘਦਾ, ਇੱਧਰ ਬਿਆਸ ਦੇ ਕੰਢੇ ਤੇ ਆਇਆ ਸੁਲਭੀ ਖਾਂ ਸੁਲਹੀ ਦਾ ਭਤੀਜਾ, ਮੈਂ ਅੱਧੀ ਸਿੱਖੀ ਦਵਾ ਕੇ ਆਵਾਂਗਾ। 100 ਸਵਾਰ ਗੁਰੂ ਨਾਨਕ ਤੇ ਚੜ੍ਹ ਕੇ ਆਇਆ, ਗੁਰੂ ਨਾਨਕ ਦੇ ਘਰ ਤੇ ਚੜ੍ਹ ਕੇ ਆਇਆ। ਚੇਤੇ ਰੱਖਿਓ, ਅੜੇ ਸੋ ਝੜੇ, ਜੋ ਗੁਰੂ ਨਾਨਕ ਨਾਲ ਅੜਿਆ ਉਹ ਝੜਿਆ, ਸ਼ਰਨ ਪਰੇ ਸੋ ਤਰੇ, ਉਹ ਤਰ ਜਾਂਦਾ। ਚੜ੍ਹ ਕੇ ਆਇਆ, ਇੱਧਰ ਗੁਰੂ ਸਾਹਿਬ ਨੂੰ ਪਤਾ ਲੱਗਿਆ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਆਦਿਕ ਜਿਹੜੇ ਪਹਿਲੂ ਸਿੱਖ, ਭਾਈ ਬਹਿਲੋ ਵਰਗੇ, ਭਾਈ ਸਹਿਲੋ ਵਰਗੇ ਆਦਿਕ, ਉਹ ਕਹਿਣ ਲੱਗੇ ਮਹਾਰਾਜ ਹੁਣ ਕੀ ਕੀਤਾ ਜਾਵੇ। ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਦੱਸੋ। ਫਿਰ ਮਹਾਰਾਜ ਨੇ ਉਹ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਅੰਕਿਤ ਕੀਤੇ। ਪ੍ਰਥਮੇ ਮਤਾ ਮਹਾਰਾਜ ਕਹਿਣ ਲੱਗੇ ਵੀ ਪਹਿਲਾ ਜਿਹੜਾ ਮਤਾ ਹੈਗਾ ਉਹ ਇਹ ਹੈ, ਕੁਝ ਸਿੱਖਾਂ ਨੇ ਸਲਾਹ ਦਿੱਤੀ, ਪ੍ਰਥਮੇ ਮਤਾ ਦੋਏ ਮਾਨੁਖ, ਪ੍ਰਥਮੇ ਮਤਾ ਮਹਾਰਾਜ ਕਹਿਣ ਲੱਗੇ ਕੀ ਕੀਤਾ ਜਾਵੇ। ਪ੍ਰਥਮੇ ਮਤਾ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ। ਕਹਿਣ ਲੱਗੇ ਵੀ ਪਹਿਲਾਂ 2 ਬੰਦੇ ਭੇਜੇ ਜਾਣ ਜਾਂ ਚਿੱਠੀ ਭੇਜੀ ਜਾਵੇ, ਫਿਰ ਕਹਿੰਦੇ ਕੁਝ ਉਪਾਅ ਕਰੋ। ਤ੍ਰਿਤੀਏ ਮਤਾ ਕੁਛ ਕਰੋ ਉਪਾਇਆ, ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ। ਮਹਾਰਾਜ ਕਹਿਣ ਲੱਗੇ ਆਪੇ ਕਿਰਪਾ ਕਰੂਗਾ ਗੁਰੂ ਨਾਨਕ, ਗੁਰੂ ਰਾਮਦਾਸ ਮਹਾਰਾਜ। ਇੱਧਰ ਸੁਲਭੀ ਖਾਂ ਚੜ੍ਹਿਆ ਸੀਗਾ, ਜਦੋਂ ਬਿਆਸ ਦੇ ਕੰਢੇ ਤੇ ਆਇਆ ਨਾ, ਇੱਥੇ ਰਹਿੰਦਾ ਸੀ ਗੁਰਮੁਖ ਪਿਆਰਿਓ ਹਸਨ ਅਲੀ ਖਾਂ। ਇਹਨੇ ਤਨਖਾਹ ਲੈਣੀ ਸੀ, ਇਹਦੀ ਕੋਈ ਤਨਖਾਹ ਪਈ ਸੀਗੀ। ਇਹਨੇ ਸੁਲਭੀ ਖਾਂ ਤੋਂ ਤਨਖਾਹ ਮੰਗੀ। ਕਹਿਣ ਲੱਗਿਆ ਵੀ ਦੇਖੋ ਸੁਲਭੀ ਖਾਂ ਜਰਨੈਲ ਜੀ, ਮੇਰੀ ਤਨਖਾਹ ਪਈ ਆ, ਕਈ ਮਹੀਨਿਆਂ ਦੀ ਤਨਖਾਹ ਦੇ ਦੇਵੋ। ਸੁਲਭੀ ਨੇ ਤਨਖਾਹ ਤਾਂ ਕੀ ਦੇਣੀ ਸੀ, ਉਲਟਾ ਗਾਲ ਕੱਢੀ। ਉਹ ਜਿਹੜਾ ਹਸਨ ਅਲੀ ਖਾਂ ਸੀਗਾ ਉਹਨੇ ਗਾਲ ਤਾਂ ਨਾ ਸੁਣੀ, ਜਿੰਨੀ ਚਿਰ ਨੂੰ ਜਵਾਬ ਦੇਣਾ ਸੀ ਨਾ, ਮਿਆਨ ਦੇ ਵਿੱਚੋਂ ਸ੍ਰੀ ਸਭ ਧੂਈ ਤੇ ਧੜ ਦੇ ਨਾਲ ਉਹ ਸੀਸ ਵੱਖ ਕਰ ਦਿੱਤਾ ਸੁਲਭੀ ਖਾਂ ਦਾ। ਉੱਥੋਂ ਜਿਹੜਾ ਇਹ ਆਪ ਦੌੜ ਗਿਆ ਹਸਨ ਅਲੀ ਖਾਂ, ਜਿਹੜੇ ਸਿਪਾਹੀ ਸੀ ਉਹ ਵਾਪਸ ਮੁੜ ਗਏ। ਇੱਧਰ ਪਤਾ ਲੱਗਿਆ ਚੰਦੂ ਨੂੰ, ਪਤਾ ਲੱਗਿਆ ਬਾਬੇ ਪ੍ਰਿਥੀਏ ਨੂੰ, ਪਤਾ ਲੱਗਿਆ ਜਿਹੜਾ ਸੁਲਹੀ ਖਾਂ ਸੀ ਉਹਦਾ ਭਤੀਜਾ ਸੀ ਵੀ ਮੇਰਾ ਭਤੀਜਾ ਮਾਰਿਆ ਗਿਆ। ਇੱਧਰ ਚੰਦੂ ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਭਰਾਤਾ ਬਾਬਾ ਪ੍ਰਿਥੀਆ, ਇਹ ਜਾਣ ਬੁੱਝ ਕੇ ਸੁਲਹੀ ਖਾਂ ਨੂੰ ਕਹਿਣ ਲੱਗੇ ਦੇਖੋ ਜੀ ਲੜਾਈ ਤਾਂ ਦੀ ਆਪਸ ਵਿੱਚ ਸੀਗੀ, ਇਹ ਤਾਂ ਗੱਲ ਨਾ ਦੱਸੀ। ਦੇਖੋ ਜੀ ਇਹ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਮਰਵਾ ਦਿੱਤਾ, ਧਾੜ ਵੀ ਰੱਖੇ ਆ, ਉਹਨੇ ਡਾਕੂ ਰੱਖੇ ਇਹੋ ਜੀਆਂ। ਸੁਲਹੀ ਕਹਿਣ ਲੱਗਾ ਕੋਈ ਗੱਲ ਨਹੀਂ, ਮੈਂ ਕੁਝ ਕਰਾਂਗਾ। ਲਾਹੌਰ ਤੋਂ ਕੁਝ ਦਿਨ ਬਤੀਤ ਹੋਏ ਗੁਰਮੁਖ ਪਿਆਰਿਓ, ਹੇਹਰ ਪਿੰਡ ਦੇ ਵਿੱਚ ਸੁਲਹੀ ਖਾਂ ਆਇਆ। ਸੁਲਹੀ ਖਾਂ ਤੇ ਜਿਹੜਾ ਬਾਬਾ ਪ੍ਰਿਥੀਆ ਸੀ, ਸਵੇਰੇ ਬਾਬੇ ਪ੍ਰਿਥੀਏ ਨੇ ਇੱਟਾਂ ਦੇ ਆਵੇ ਜਿਹੜੇ ਸੀ ਨਾ ਉਹ ਕੱਚੇ, ਜਿਵੇਂ ਆਪਾਂ ਦੇਖਦੇ ਆਂ ਵੀ ਇੱਟਾਂ ਪੱਕਣੀਆਂ ਲਾਈਆਂ ਸੀਗੀਆਂ, ਜਿਵੇਂ ਅੱਜ ਪੱਠੇ ਲੱਗਦੇ ਆ, ਇੱਟਾਂ ਦਾ ਆਵਾ ਲਵਾਇਆ ਸੀ। ਕਹਿਣ ਲੱਗੇ ਜੀ ਦੇਖੋ ਆਪਾਂ ਸਵੇਰ ਨੂੰ ਚੜ੍ਹੇ, ਜਿਵੇਂ ਆਪਾਂ ਸੈਰ ਕਰਨ ਜਾਂਦੇ ਆ, ਦੋਵੇਂ ਘੋੜਿਆਂ ਉੱਪਰ ਚੜ੍ਹੇ, ਨਾਲ ਕੁਝ ਸੇਵਕ ਆਦਿਕ ਲੈ ਕੇ, ਸਿਪਾਹੀ ਆਦਿਕ ਲੈ ਕੇ। ਜਿਹੜਾ ਬਾਬਾ ਪ੍ਰਿਥੀਆ ਸੀ ਕਹਿਣ ਲੱਗਾ ਸੁਲਹੀ ਜੀ ਆ ਮੈਂ ਇੱਟਾਂ ਦਾ ਆਵਾ ਲਵਾਇਆ। ਆਇਆ ਤੇ ਗੁਰੂ ਨਾਨਕ ਦੇ ਘਰ ਦੇ ਉੱਪਰ ਚੜ੍ਹ ਕੇ ਸੀ ਸੁਲਹੀ ਖਾਂ ਕਿ ਮੈਂ ਆਪਣੇ ਭਤੀਜੇ ਦਾ ਬਦਲਾ ਲਵਾਂਗਾ, ਗੁਰੂ ਅਰਜਨ ਦੇਵ ਮਹਾਰਾਜ ਨੂੰ ਮਾਰ ਦੇਵਾਂਗਾ। ਹੇਅਰ ਪਿੰਡ ਵਿੱਚ ਇਕੱਤਰ ਹੋਏ ਆ। ਜਦੋਂ ਸਵੇਰੇ ਇੱਟਾਂ ਦਾ ਆਵਾ ਦੇਖਣ ਗਏ, ਆਵੇ ਦੇ ਕੋਲੇ ਸੁਲਹੀ ਦਾ ਘੋੜਾ ਗਿਆ। ਪਤਾ ਨਹੀਂ ਘੋੜੇ ਨੂੰ ਕੀ ਹੋਇਆ, ਘੋੜਾ ਇੱਕਦਮ ਤ੍ਰਿਬਕਿਆ, ਤ੍ਰਿਬਕ ਕੇ ਪਹਿਲੀ ਛਾਲ ਮਾਰੀ ਪੱਠੇ ਦੇ ਉੱਪਰ, ਦੂਜੀ ਛਾਲ ਮਾਰੀ ਸਮੇਤ ਸੁਲਹੀ ਖਾਂ ਦੇ ਘੋੜਾ ਅੱਗ ਵਿੱਚ ਜੜ ਗਿਆ, ਸੜ ਕੇ ਸੁਆਹ ਹੋ ਗਿਆ। ਸੁਲਹੀ ਗੁਰੂ ਸਾਹਿਬ ਨੂੰ ਦੱਸਿਆ ਮਹਾਰਾਜ ਸੁਲਹੀ ਵੀ ਮਰ ਗਿਆ। ਮਹਾਰਾਜ ਕਹਿਣ ਲੱਗੇ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹੱਥ ਕਹੀ ਨਾ ਪਹੁੰਚਾ, ਸੁਲਹੀ ਹੁਆ ਮੁਆ ਨ ਪਾਕ। ਗਰੀਬਾਂ ਉੱਪਰ ਜੋ ਖਿੰਜੈ ਦਾੜੀ, ਪਾਰ ਬ੍ਰਹਮਸਾ ਅਗਨ ਮਹਿ ਸਾੜੀ। ਕਹਿਣ ਲੱਗੇ ਗਰੀਬਾਂ ਤੇ ਚੜ ਕੇ ਆਉਂਦਾ ਸੀ ਭਾਈ ਗੁਰੂ ਆਪੇ ਹੀ। ਇੱਧਰ ਗੁਰਮੁਖ ਪਿਆਰਿਓ ਪ੍ਰਿਥੀਆ ਝੂਰਨ ਲੱਗ ਪਿਆ, ਚੰਦੂ ਝੂਰਨ ਲੱਗ ਪਿਆ ਵੀ ਹੁਣ ਬਣੇਗਾ ਕੀ। ਮਿਹਰਬਾਨ ਪੁੱਤਰ ਵੀ ਝੂਰਦਾ, ਕਰਮੋ ਬੀਬੀ ਵੀ ਝੂਰਦੀ ਆ। ਪਰ ਗੁਰੂ ਰਾਮਦਾਸ ਮਹਾਰਾਜ ਦੇ ਸੁਪੁੱਤਰ ਛੋਟੇ ਗੁਰੂ ਅਰਜਨ ਦੇਵ ਮਹਾਰਾਜ, ਦਿਨ ਦੁੱਗਣੀ ਰਾਤ ਤਰੱਕੀ ਹੋਈ ਜਾਂਦੀ ਆ। ਸਮਾਂ ਬੀਤਦਾ ਗਿਆ ਗੁਰਮੁਖ ਪਿਆਰਿਓ। ਇਹ ਪਹਿਲੇ 2 ਕਾਰਨ ਮੈਂ ਦੱਸੇ। ਪਹਿਲਾ ਕਾਰਨ ਬਾਬੇ ਪ੍ਰਿਥੀਏ ਦੀ ਈਰਖਾ, ਔਰ ਦੂਜਾ ਕਾਰਨ ਚੰਦੂ ਦੀ ਈਰਖਾ, ਧੀ ਦਾ ਰਿਸ਼ਤਾ ਜਵਾਬ ਦੇਣਾ, ਇਹ ਦੂਜਾ ਕਾਰਨ। ਤੀਜਾ ਕਾਰਨ ਜਿਹੜਾ ਬਹੁਤ ਘੱਟ ਸਾਹਮਣੇ ਆਇਆ ਤਾਂ ਹੈ ਜਿਹੜੇ ਵਿਦਵਾਨ ਸੱਜਣ, ਇਹ ਮੈਂ ਸਤਿਕਾਰਯੋਗ ਮਹਾਪੁਰਸ਼
ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਉਹਨਾਂ ਨੇ ਬੁੱਕ ਲਿਖੀ ਆ ਗੁਰਪ੍ਰਕਰਨ ਚਾਨਣ। ਉਹਦੇ ਵਿੱਚੋਂ ਪੜ੍ਹਿਆ, ਕਹਿੰਦੇ ਜਹਾਂਗੀਰ ਬਾਦਸ਼ਾਹ ਜਿਸ ਵੇਲੇ ਮਰਿਆ ਨਾ, ਜਹਾਂਗੀਰ ਬਾਦਸ਼ਾਹ ਉਹਨੇ ਆਪਣੀ ਬੁੱਕ ਲਿਖੀ ਆ ਤੁਝ ਕੇ ਜਹਾਂਗੀਰ। ਕਰਮ ਸਿੰਘ ਸਟੋਰੀਆ ਨੂੰ ਉਹਨੇ ਲੱਭਦਿਆਂ ਲਾਹੌਰ ਦੇ ਵਿੱਚੋਂ ਉਹ ਬੁੱਕ ਲੱਭੀ, ਉਹਦੇ ਵਿੱਚ ਸਾਰਾ ਜਿਹੜਾ ਤੀਜਾ ਕਾਰਨ ਲਿਖਿਆ। ਇੱਥੇ ਮੈਂ ਇੱਕ ਸੰਖੇਪ ਵਿੱਚ ਬੇਨਤੀ ਕਰਾਂ ਵੀ ਤੀਜਾ ਕਾਰਨ ਜਹਾਂਗੀਰ ਦਾ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਵਿਰੋਧਤਾ ਉਹ ਕਿੱਦਾਂ ਬਣੀ। ਗੁਰਮੁਖ ਪਿਆਰਿਓ ਥੋੜਾ ਜਿਹਾ ਤਵੱਜੋ ਦੇ ਕੇ ਸੁਣਿਓ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇੱਧਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹੈ। ਦੰਦੀਆਂ ਵੱਢ ਰਹੇ ਆ ਪ੍ਰਿਥੀਆ ਵੀ, ਦੰਦੀਆਂ ਵੱਢ ਰਹੇ ਆ ਜਿਹੜਾ ਚੰਦੂ ਵੀ, ਕਿਵੇਂ ਗੁਰੂ ਅਰਜਨ ਦੇਵ ਮਹਾਰਾਜ ਦਾ ਨੁਕਸਾਨ ਕਰੀਏ। ਇੱਧਰ ਅਕਬਰ ਬਾਦਸ਼ਾਹ ਗੁਰਮੁਖ ਪਿਆਰਿਓ, ਜਿਹੜਾ ਅਕਬਰ ਬਾਦਸ਼ਾਹ ਨਾ, ਉਹ ਆਪਣੇ ਪੋਤਰੇ ਨੂੰ ਦਿੱਲੀ ਦਾ ਤਖਤ ਦੇਣਾ ਚਾਹੁੰਦਾ ਹੈ। ਕਿਉਂਕਿ ਜਿਹੜਾ ਇਹ ਜਹਾਂਗੀਰ ਬਾਦਸ਼ਾਹ ਦਾ ਪਹਿਲਾ ਨਾਮ ਆ ਸਲੀਮ। ਇਹਦੀਆਂ ਆਦਤਾਂ ਚੰਗੀਆਂ ਨਹੀਂ ਸੀ, ਬੁਰੇ ਕਰਮ ਕਰਦਾ ਸੀ, ਭੈੜੇ ਕਰਮ ਕਰਦਾ ਸੀ, ਅਯਸ਼ੀਆਂ ਕਰਦਾ ਸੀਗਾ, ਲੜਾਈਆਂ ਝਗੜੇ ਕਰਦਾ ਸੀ, ਕਬਾਬਾਂ ਸ਼ਰਾਬਾਂ ਪੀਂਦਾ ਸੀ, ਬੁਰਾ ਕਰਮ ਕਰਦਾ ਸੀਗਾ। ਇਹਨੇ ਇੱਥੋਂ ਤੱਕ ਕਿ ਬੰਗਾਲ ਦੇ ਵਿੱਚ ਆਪਣੇ ਪਿਤਾ ਅਕਬਰ ਦੇ ਦੋਸਤ ਨੂੰ ਵੀ ਮਾਰ ਦਿੱਤਾ ਸੀਗਾ। ਆਪਣੇ ਪੋਤਰੇ ਨੂੰ, ਪੋਤਰਾ ਸੀ ਇਹਦਾ ਖੁਸਰੋ, ਯਾਨੀ ਜਹਾਂਗੀਰ ਬਾਦਸ਼ਾਹ ਦਾ ਪੁੱਤਰ, ਉਹਦਾ ਨਾਮ ਸੀ ਖੁਸਰੋ, ਉਹਨੂੰ ਦਿੱਲੀ ਦਾ ਤਖਤ ਦੇਣਾ ਚਾਹੁੰਦਾ ਸੀਗਾ। ਪਰ ਜਹਾਂਗੀਰ ਬਾਦਸ਼ਾਹ, ਇਹਦਾ ਨਾਮ ਪਹਿਲਾ ਸਲੀਮ, ਇਹ ਚਾਹੁੰਦਾ ਸੀ ਮੈਨੂੰ ਤਖਤ ਮਿਲੇ ਕਿਵੇਂ ਨਾ ਕਿਵੇਂ ਵੀ। ਉਹਨਾਂ ਸਮਿਆਂ ਦੇ ਵਿੱਚ ਇੱਕ ਇਸਲਾਮ ਧਰਮ ਨੂੰ ਮੰਨਣ ਵਾਲਾ ਸੀਗਾ ਅਹਿਮਦ ਸਰਹੰਦੀ ਫਕੀਰ, ਉਹ ਇਸਲਾਮ ਦੀ ਉન્નਤੀ ਚਾਹੁੰਦਾ ਸੀ। ਮੈਂ ਵੀ ਮੰਨਦਾ ਵੀ ਹਰੇਕ ਧਰਮ ਨੂੰ ਆਪੋ ਆਪਣੇ ਧਰਮ ਦੀ ਉન્નਤੀ ਕਰਨ ਦੇ ਲਈ ਉਪਰਾਲਾ ਕਰਨਾ ਚਾਹੀਦਾ, ਪਰ ਇਹ ਨਹੀਂ ਕਿ ਦੂਸਰੇ ਧਰਮ ਨੂੰ ਖਤਮ ਕਰਨ ਲਈ। ਇੱਕ ਗੱਲ ਚੇਤੇ ਰੱਖਿਓ, ਪਹਿਲੇ ਪਾਤਸ਼ਾਹ ਦੇ ਧੱਕੇ ਨਾਲ ਜਨੇਊ ਪਾਉਂਦੇ ਆ, ਮਹਾਰਾਜ ਕਹਿਣ ਲੱਗੇ ਅਸੀਂ ਨਹੀਂ ਪਾਉਣਾ, ਔਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਮੇਂ ਜਨੇਊ ਲਾਉਂਦੇ ਆ, ਮਹਾਰਾਜ ਕਹਿੰਦੇ ਨਹੀਂ ਲਾਉਣ ਦੇਣਾ। ਸਭ ਨੂੰ ਆਪੋ ਆਪਣੇ ਧਰਮ ਪਿਆਰੇ ਆ, ਜੈਨੀ, ਬੁੱਧੀ, ਇਸਲਾਮ, ਜਿੰਨੇ ਵੀ ਹਿੰਦੂ, ਸਭ ਆਪੋ ਆਪਣੇ ਧਰਮ ਦੇ ਵਿੱਚ। ਪਰ ਜਿਹੜਾ ਅਹਿਮਦ ਸਰਹੰਦੀ, ਉਹਦੀ ਨੀਤ ਇਹ ਸੀ ਕਿ ਵੀ ਦੂਜੇ ਧਰਮ ਖਤਮ ਕਰਕੇ ਕੇਵਲ ਇਸਲਾਮ ਧਰਮ, ਜਿਵੇਂ ਔਰੰਗਜ਼ੇਬ ਕਹਿੰਦਾ ਸੀਗਾ ਵੀ ਕੇਵਲ ਇਸਲਾਮ ਧਰਮ ਹੀ ਹੋਵੇ, ਹੋਰ ਕੋਈ ਧਰਮ ਹੋਵੇ ਹੀ ਨਾ ਦੁਨੀਆ ਦੇ ਉੱਪਰ। ਅਹਿਮਦ ਸਰਹੰਦੀ ਫਕੀਰ ਦੀ ਇਹ ਸੋਚ ਸੀ। ਇਹਨੂੰ ਪਤਾ ਲੱਗਿਆ ਸਲੀਮ ਨੂੰ, ਸਲੀਮ ਜਾ ਕੇ ਅਹਿਮਦ ਸਰਹੰਦੀ ਨੂੰ ਮਿਲਿਆ। ਉਹਦੀ ਅਹਿਮਦ ਸਰਹੰਦੀ ਫਕੀਰ ਦੀ ਇਸਲਾਮ ਧਰਮ ਦੇ ਵਿੱਚ ਬੜੀ ਪੁੱਛ ਗੁੱਛ ਸੀ, ਲੋਕ ਸਤਿਕਾਰ ਕਰਦੇ ਸਨ, ਮੁਸਲਮਾਨ ਆਦਿਕ। ਇਹਨੇ ਕਿਹਾ, ਕਹਿਣ ਲੱਗਿਆ ਵੀ ਮੇਰੇ ਪੁੱਤਰ ਨੂੰ, ਆਪਣੇ ਪੋਤਰੇ ਨੂੰ ਅਕਬਰ ਬਾਦਸ਼ਾਹ ਮੇਰਾ ਪਿਤਾ ਜਿਹੜਾ ਦਿੱਲੀ ਦਾ ਤਖਤ ਦੇਣਾ ਚਾਹੁੰਦਾ ਹੈ, ਤੁਸੀਂ ਕੋਈ ਉਪਾਅ ਦੱਸੋ, ਕੋਈ ਕਾਰਨ ਦੱਸੋ। ਇਹ ਕਹਿੰਦਾ ਮੈਂ ਉਪਾਅ ਤਾਂ ਦੱਸ ਦੇਵਾਂਗਾ, ਪਰ ਮੇਰੀ ਗੱਲ ਮੰਨੇਗਾ? ਕਹਿੰਦਾ ਜੋ ਕਹੋਗੇ। ਇਹਨੇ ਈਰਖਾ ਵਿੱਚ ਅਹਿਮਦ ਸਰਹੰਦੀ ਨੇ ਇਹ ਗੱਲ ਕਹੀ, ਕਹਿੰਦਾ 3-4 ਪੁਸ਼ਤਾਂ ਤੋਂ ਗੁਰੂ ਨਾਨਕ ਦਾ ਘਰ ਜਿਹੜਾ ਨਾ, ਉਹ ਆਉਣ ਵਾਲੇ ਸਮੇਂ ਦੇ ਲਈ ਇਸਲਾਮ ਲਈ ਖਤਰਾ ਹੋ ਸਕਦਾ। ਹਾਲਾਂਕਿ ਗੁਰਬਾਣੀ ਕਿਸੇ ਲਈ ਖਤਰਾ ਨਹੀਂ, ਗੁਰੂ ਨਾਨਕ ਦਾ ਘਰ ਕਿਸੇ ਲਈ ਖਤਰਾ ਨਹੀਂ। ਖਤਰਾ ਉਹਦੇ ਲਈ ਹੈ ਜੋ ਅਤਿਆਚਾਰ ਕਰਦਾ, ਜੋ ਗਰੀਬਾਂ ਉੱਪਰ ਜ਼ੁਲਮ ਕਰਦਾ, ਜੋ ਇੱਜ਼ਤਾਂ ਲੁੱਟਦਾ, ਉਹਦੇ ਲਈ ਅੱਜ ਵੀ ਖਤਰਾ ਗੁਰੂ ਨਾਨਕ ਦਾ ਘਰ। ਇਹ ਕਹਿਣ ਲੱਗਾ ਵੀ ਇਹ ਇਸਲਾਮ ਲਈ ਖਤਰਾ ਹੋ ਸਕਦਾ, ਹਿੰਦੂ ਧਰਮ ਦੀ ਕੋਈ ਗੱਲ ਨਹੀਂ। ਇਹ ਕਹਿਣ ਲੱਗਾ ਸਲੀਮ, ਕਹਿੰਦਾ ਵੀ ਇੱਕ ਵਾਰੀ ਮੈਨੂੰ ਦਿੱਲੀ ਦਾ ਤਖਤ ਦਿਵਾਓ, ਆਪਾਂ ਇਹ ਖਤਮ ਹੀ ਕਰ ਦੇਵਾਂਗੇ ਸਾਰਾ। ਇਹ ਜਿਹੜਾ ਸੀਗਾ ਨਾ ਅਹਿਮਦ ਸਰਹੰਦੀ, ਇਹਨੇ ਇੱਕ ਵਿਧੀ ਦੱਸੀ, ਇੱਕ ਤਰੀਕਾ ਦੱਸਿਆ, ਇੱਕ ਢੰਗ। ਕਹਿਣ ਲੱਗਾ ਇਦਾਂ ਕਰ, ਵੱਡਿਆਂ ਤੋਂ ਰਾਜ ਭਾਗ ਲੜ ਕੇ ਨਹੀਂ ਲਏ ਜਾਂਦੇ, ਝਗੜੇ ਕਰਕੇ ਨਹੀਂ ਲਏ ਜਾਂਦੇ। ਜਿੰਨੀ ਤੂੰ ਆਪਣੀ ਅਹਿਮੀਅਤ ਖਰਾਬ ਕੀਤੀ ਆਪਣੀ ਪਿਤਾ ਦੀ ਦ੍ਰਿਸ਼ਟੀ ਦੇ ਵਿੱਚ, ਓਨਾ ਚੰਗਾ ਬਣ, ਚੰਗਾ ਬਣਨਾ ਪੈਣਾ। ਕੁੱਲ ਮਿਲਾ ਕੇ ਜਹਾਂਗੀਰ ਬਾਦਸ਼ਾਹ ਸਲੀਮ ਜਿਹੜਾ ਚੰਗਾ ਬਣਨਾ ਸ਼ੁਰੂ ਕਰ ਦਿੱਤਾ। ਹੁਣ ਪਿਓ ਵੀ, ਕਿਉਂਕਿ ਚਲੋ ਪੁੱਤ ਸੀਗਾ, ਖੂਨ ਸੀਗਾ, ਵੀ ਮੇਰਾ ਪੁੱਤ ਚੰਗੇ ਕੰਮ ਕਰਨ ਲੱਗ ਗਿਆ। ਸਮਾਂ ਲੰਘਿਆ, ਅਕਬਰ ਨੇ ਗੁਰਮੁਖ ਪਿਆਰੋ ਆਪਣੇ ਪੁੱਤ ਨੂੰ ਦਿੱਲੀ ਦਾ ਤਖਤ ਦੇ ਦਿੱਤਾ। ਦਿੱਲੀ ਦੇ ਤਖਤ ਤੇ ਜਹਾਂਗੀਰ ਬਾਦਸ਼ਾਹ, ਇਹਨੇ ਦੂਜਾ ਨਾਮ ਆਪਣਾ ਜਹਾਂਗੀਰ ਰੱਖ ਲਿਆ, ਪਹਿਲਾ ਇਹਦਾ ਨਾਮ ਸਲੀਮ ਸੀਗਾ। ਇਹ ਤੁਝ ਕੇ ਜਹਾਂਗੀਰ ਵਿੱਚ ਲਿਖਿਆ ਮਿਲਿਆ। ਦੂਜਾ ਨਾਮ ਇਹਨੇ ਆਪਣਾ ਜਹਾਂਗੀਰ ਬਾਦਸ਼ਾਹ ਰੱਖ ਲਿਆ। ਇੱਧਰ ਗੁਰਮੁਖ ਪਿਆਰਿਓ ਅਕਬਰ ਬਾਦਸ਼ਾਹ ਚੜ੍ਹਾਈ ਕਰ ਗਿਆ। ਚੜ੍ਹਾਈ ਕਰਨ ਦੇ ਨਾਲ ਜਿਹੜਾ ਇਹਦਾ ਅਕਬਰ ਬਾਦਸ਼ਾਹ ਦਾ ਪੋਤਰਾ ਸੀ, ਜਾਨੀ ਜਹਾਂਗੀਰ ਬਾਦਸ਼ਾਹ ਦਾ ਪੁੱਤਰ ਸੀ, ਇਹਨੇ ਬਗਾਵਤ ਕਰ ਦਿੱਤੀ ਕਿ ਜਿਹੜੀ ਗੱਦੀ ਦਿੱਲੀ ਦੀ ਤੱਕ ਜਿਹੜਾ ਮੈਨੂੰ ਮਿਲਣਾ ਚਾਹੀਦਾ। ਸ਼ਾਇਦ ਆਪਣੇ ਦਾਦੇ ਦੇ ਹੁੰਦਿਆਂ ਇਦਾਂ ਕਰ ਦਿੰਦਾ ਤੇ ਹੋ ਸਕਦਾ ਸੀ, ਪਰ ਦਾਦਾ ਵੀ ਮਰ ਗਿਆ। ਜਨ ਸਮੁਦਾਇ ਜਿਹੜੇ ਲੋਕ ਸਨ ਉਹ ਇਹਦੇ ਨਾਲ ਬਹੁਤੇ ਜੁੜੇ ਨਹੀਂ। ਅਖੀਰ ਜਹਾਂਗੀਰ ਬਾਦਸ਼ਾਹ ਨੇ ਆਪਣੇ ਪੁੱਤਰ ਨੂੰ 5 ਮਹੀਨੇ ਦੀ ਸਜ਼ਾ ਕੈਦ ਕਰ ਦਿੱਤਾ। ਕਿੱਥੇ? ਆਪਣੇ ਆਗਰਾ ਜੇਲ੍ਹ ਦੇ ਵਿੱਚ। ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਆਗਰਾ, ਦਿੱਲੀ, ਕਲਾਨੌਰ, ਲਾਹੌਰ ਇਹ ਵੱਡੇ ਤਖਤ, ਇਹ ਸਰਕਾਰੀ ਦਰਬਾਰੇ ਦੇ ਮੰਨੇ ਜਾਂਦੇ ਸਨ। ਆਗਰੇ ਵਿੱਚ 5 ਮਹੀਨੇ ਕੱਟੀ ਇਹਨੇ ਜੇਲ੍ਹ, ਖੁਸਰੋ ਨੇ। ਜਦੋਂ ਕੱਟ ਕੇ ਜੇਲ੍ਹ ਉੱਥੋਂ ਨਿਕਲਿਆ, ਲੈ ਦੇ ਕੇ ਸਿਪਾਹੀਆਂ ਨੂੰ, ਸਮਾਂ ਲੰਘਿਆ। ਉਧਰੋਂ ਸਮਾਂ ਲੰਘਾਉਂਦਾ ਹੋਇਆ ਇੱਧਰ ਗੁਰੂ ਅਰਜਨ ਦੇਵ ਮਹਾਰਾਜ ਤਰਨ ਤਾਰਨ ਸਾਹਿਬ ਰਹਿ ਰਹੇ ਸਨ।
ਸਿੱਖਾਂ ਦੀ ਸੇਵਾ ਕਰ ਰਹੇ ਸਨ। ਸੇਵਾਵਾਂ ਬੇਅੰਤ ਸੇਵਾਵਾਂ ਹੋ ਰਹੀਆਂ ਸਨ। ਜਿਹੜਾ ਕੋਈ ਲੂਲਾ ਲੰਗੜਾ ਉਹਨਾਂ ਦੀ ਸੇਵਾ, ਸਰੋਵਰ ਦੀ ਸੇਵਾ। ਖੁਸਰੋ ਆਇਆ ਤਰਨ ਤਾਰਨ ਸਾਹਿਬ ਆ ਕੇ ਹਜ਼ੂਰ ਦੇ ਚਰਨਾਂ ਤੇ ਸੀਸ ਰੱਖਿਆ। ਮਹਾਰਾਜ ਕਹਿੰਦੇ ਤੁਸੀਂ ਕੌਣ? ਕਹਿੰਦਾ ਜੀ ਮੈਂ ਅਕਬਰ ਦਾ ਪੁੱਤਰ ਆ। ਮਹਾਰਾਜ ਨੇ ਸਤਿਕਾਰ ਕੀਤਾ ਤੇ ਜਹਾਂਗੀਰ ਦਾ ਪੁੱਤਰ। ਮਹਾਰਾਜ ਕਹਿੰਦੇ ਭਾਈ ਕਿੱਦਾਂ ਆਏ? ਕਹਿੰਦਾ ਜੀ ਮੈਨੂੰ 1 ਲੱਖ ਰੁਪਈਆ ਚਾਹੀਦਾ ਤੇ ਕੁਝ ਸੇਵਕ ਚਾਹੀਦੇ ਆ। ਮੇਰੇ ਪਿਤਾ ਨੇ ਧੋਖਾ ਕੀਤਾ ਤੇ ਮੈਂ ਰਾਜ ਗੱਦੀ ਦੇ ਲਈ ਬਗਾਵਤ ਕਰਨੀ। ਮਹਾਰਾਜ ਕਹਿੰਦੇ ਦੇਖੋ ਭਾਈ, ਜਿਹੜੀ ਲੱਖ ਰੁਪਏ ਦੀ ਗੱਲ ਕਰਦੇ ਹੋ ਸਾਡੇ ਕੋਲੇ ਹੈ ਨਹੀਂ, ਕਿਉਂਕਿ ਸੰਗਤ ਮਾਇਆ ਲੈ ਕੇ ਆਉਂਦੀ ਆ। ਅਸੀਂ ਗੁਰੂ ਘਰ ਤੇ ਮਾਇਆ ਲਾ ਦਿੰਨੇ ਆ। ਇਹ ਕਾਰ ਵਿਹਾਰ ਜਿਹੜਾ ਗੁਰੂ ਘਰ ਦਾ ਚੱਲ ਰਿਹਾ। ਬਾਕੀ ਗੱਲ ਇਹ ਆ, ਜੇ ਸੰਗਤ ਦੀ ਗੱਲ ਤੂੰ ਕਵੇਂ ਵੀ ਸੰਗਤ ਦਈਏ ਤੈਨੂੰ, ਅਸੀਂ ਸੇਵਕ ਦਈਏ, ਅਸੀਂ ਲੜਨ ਲਈ ਨਹੀਂ ਆਏ ਸਰਕਾਰੀ ਦਰਬਾਰੇ। ਤੇ ਹਾਂ, ਤੇਰੀ ਮਦਦ ਲਈ ਤੂੰ ਗੁਰੂ ਨਾਨਕ ਦੇ ਘਰ ਵਿੱਚ ਆਇਆ, ਤੈਨੂੰ 5000 ਰੁਪਈਆ ਦੇ ਦਿੰਨੇ ਆ। ਮਹਾਰਾਜ ਨੇ 5000 ਰੁਪਈਆ ਦਿੱਤਾ ਤੇ ਇੱਥੋਂ ਖੁਸਰੋ ਅੱਗੇ ਨੂੰ ਚਲਾ ਗਿਆ। ਇੱਧਰ ਚੰਦੂ ਨੂੰ ਮੌਕਾ ਮਿਲਿਆ ਜਹਾਂਗੀਰ ਬਾਦਸ਼ਾਹ ਦੇ ਕੋਲੇ ਜਾ ਕੇ ਸ਼ਿਕਾਇਤ ਕਰਨ ਦਾ। ਜਿਹੜਾ ਗੁਰਮੁਖ ਪਿਆਰੇ, ਹੁਣ ਸੁਲਹੀ ਵੀ ਮਰ ਗਿਆ ਸੀ, ਸੁਲਭੀ ਖਾਂ ਵੀ ਮਰ ਗਿਆ ਸੀਗਾ, ਤੇ ਜਿਹੜਾ ਵੱਡਾ ਭਰਾ ਸੀ ਗੁਰੂ ਸਾਹਿਬ ਦਾ ਪ੍ਰਿਥੀਆ ਬਾਬਾ, ਉਹ ਵੀ ਮਰ ਗਿਆ ਸੀ। ਮਿਹਰਵਾਨ ਈਰਖਾ ਕਰਦਾ ਸੀਗਾ ਬਾਬੇ ਪ੍ਰਿਥੀਏ ਦਾ ਪੁੱਤਰ ਚੰਦੂ। ਮਿਹਰਵਾਨ ਤੇ ਹੋਰ ਦੁਸ਼ਟ ਚੌਂਕੜੀ ਰਲ ਕੇ ਇਹਨਾਂ ਨੇ ਜਾ ਕੇ ਜਹਾਂਗੀਰ ਬਾਦਸ਼ਾਹ ਕੋਲੇ ਵਧਵੀਆਂ ਘਟਵੀਆਂ। ਇੱਕ ਤੇ ਜਹਾਂਗੀਰ ਬਾਦਸ਼ਾਹ ਪਹਿਲਾਂ ਹੀ ਈਰਖਾ ਕਰਦਾ ਸੀ ਅਹਿਮਦ ਸਰਹੰਦੀ ਕਰਕੇ ਗੁਰੂ ਨਾਨਕ ਦੇ ਘਰ ਨਾਲ। ਦੂਜਾ ਇਹਨਾਂ ਨੇ ਕਿਹਾ, ਕਹਿੰਦੇ ਜੀ ਦੇਖੋ ਉਹਨੇ ਧਾੜਵੀ ਰੱਖੇ ਆ, ਉਹਨੇ ਡਾਕੂ ਰੱਖੇ ਆ, ਤੁਹਾਡੇ ਪੁੱਤਰ ਨੂੰ 1 ਲੱਖ ਰੁਪਈਆ ਦਿੱਤਾ, ਹੋਰ ਬੜਾ ਕੁਝ ਦਿੱਤਾ। ਉਹ ਕਹਿਣ ਲੱਗਾ ਅੱਛਾ। ਜਿਹੜਾ ਬਾਦਸ਼ਾਹ ਜਹਾਂਗੀਰ ਸੀ ਕਹਿੰਦਾ ਕੋਈ ਗੱਲ ਨਹੀਂ, ਇੱਕ ਵਾਰੀ ਮੈਂ ਗੁਰੂ ਅਰਜਨ ਨੂੰ ਮਿਲਾਂਗਾ। ਕਹਿਣ ਲੱਗੇ ਠੀਕ ਆ। ਲਾਹੌਰ ਦੇ ਵਿੱਚ ਸਮਾਂ ਮਿਥਿਆ ਗਿਆ, ਤਰੀਕ ਮਿਤੀ ਗਈ, ਦਿਨ ਮਿਥਿਆ ਗਿਆ ਵੀ ਇਸ ਦਿਨ ਨੂੰ ਲਾਹੌਰ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੂੰ ਚਿੱਠੀ ਆ ਗਈ ਕਿ ਲਾਹੌਰ ਦੇ ਵਿੱਚ ਬਾਦਸ਼ਾਹ ਨੂੰ ਆ ਕੇ ਗੁਰੂ ਅਰਜਨ ਦੇਵ ਮਹਾਰਾਜ ਮਿਲਣ, ਜਾਣੀ ਦਰਸ਼ਨ ਦੇਣ। ਗੁਰੂ ਸਾਹਿਬ ਨੂੰ ਪਤਾ ਲੱਗ ਗਿਆ। ਇੱਧਰ ਅੰਮ੍ਰਿਤਸਰ ਸਾਹਿਬ ਸਾਰਾ ਪਰਿਵਾਰ ਬੈਠਾ, ਆਗੂ ਸਿੱਖ ਬੈਠੇ ਨੇ, ਬਾਬਾ ਬੁੱਢਾ ਜੀ ਬ੍ਰਹਮ ਗਿਆਨੀ, ਭਾਈ ਗੁਰਦਾਸ ਜੀ, ਭਾਈ ਬਹਿਲੋ ਜੀ, ਭਾਈ ਕਲਿਆਣਾ ਜੀ, ਭਾਈ ਸਹਿਲੋ ਜੀ ਆਦਿਕ, ਭਾਈ ਵਿਧਿਆ ਜੀ, ਭਾਈ ਪੈੜਾ ਜੀ, ਭਾਈ ਲੰਗਾ ਜੀ, ਭਾਈ ਜੇਠਾ ਜੀ, ਸਾਰੇ ਗੁਰੂ ਕੇ ਸਿੱਖ ਸਤਿਕਾਰਯੋਗ ਮਾਤਾ ਗੰਗਾ ਜੀ ਸਭ ਬੈਠੇ ਨੇ। ਕਹਿਣ ਲੱਗੇ ਭਾਈ ਸਾਡਾ ਹੁਣ ਸਮਾਂ ਆ ਗਿਆ, ਅਸੀਂ ਲਾਹੌਰ ਨੂੰ ਜਾਣਾ। ਸਤ ਬਚਨ ਮਹਾਰਾਜ। ਗੁਰੂ ਸਾਹਿਬ ਕਹਿਣ ਲੱਗੇ ਕਰਤਾਰ ਭਲੀ ਕਰੇ, ਹੋ ਸਕਦਾ ਕਿ ਸਰੀਰ ਕਰਕੇ ਕਾਇਆ ਕਰਕੇ ਅਸੀਂ ਵਾਪਸ ਨਾ ਆਈਏ। ਜਦੋਂ ਇਹ ਗੱਲ ਕਹੀ ਨਾ, ਮਾਤਾ ਗੰਗਾ ਜੀ ਦੇ ਅੱਖਾਂ ਵਿੱਚੋਂ, ਨੇਤਰਾਂ ਵਿੱਚੋਂ ਵੀ ਹੰਝੂ, ਔਰ ਗੁਰੂ ਕੇ ਸਿੱਖਾਂ ਦੇ ਨੇਤਰਾਂ ਵਿੱਚੋਂ ਮਹਾਰਾਜ ਇੱਦਾਂ ਨਾ ਕਹੋ, ਤੁਹਾਡੇ ਬਣਾ ਸਮਾਂ ਕਿੱਦਾਂ ਬਤੀਤ ਕਰਾਂਗੇ। ਮਹਾਰਾਜ ਕਹਿੰਦੇ ਇਹ ਸਮਾਂ ਭਾਈ ਸਭ ਤੋਂ ਪਹਿਲਾਂ ਸਰੀਰ ਕਰਕੇ ਗੁਰੂ ਨਾਨਕ ਵੀ ਗਏ, ਭਾਵੇਂ ਉਹ ਜੋਤ ਅੱਜ ਗੁਰੂ ਅਰਜਨ ਦੇਵ ਮਹਾਰਾਜ ਵਿੱਚ ਹੈ, ਪਰ ਸਰੀਰ ਕਰਕੇ ਤੇ ਚਲੇ ਗਏ। ਸਭ ਨੇ ਜਾਣਾ, ਸਭ ਨੇ ਆਉਣਾ, ਇਹ ਸਮਾਂ ਬਣਿਆ ਹੈ। ਮਹਾਰਾਜ ਕਹਿਣ ਲੱਗੇ ਪਰ ਮੇਰੇ ਤੋਂ ਬਾਅਦ ਮੇਰਾ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇਹਨਾਂ ਨਾਲ ਮਿਲ ਕੇ ਤੁਸੀਂ ਇਹ ਸਾਰੇ ਕਾਰ ਵਿਵਹਾਰ ਕਰਨੇ ਆ। ਗੁਰੂ ਨਾਨਕ ਤੇ ਭਰੋਸਾ ਰੱਖਣਾ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਗੁਰੂ ਨਾਨਕ ਦੇ ਘਰ ਦੇ ਅਨਨ ਸੇਵਕ ਹੈ, ਭਾਈ ਗੁਰਦਾਸ ਜੀ ਅਨਨ ਸੇਵਕ ਹੈ। ਇਹਨਾਂ ਦੇ ਨਾਲ ਮਿਲ ਕੇ ਗੁਰੂ ਨਾਨਕ ਦੀ ਸਿੱਖੀ ਨੂੰ, ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ। ਉਹ ਵਿਚਾਰ ਵਟਾਂਦਰਾ ਕਰਕੇ ਅਗਲੇ ਦਿਨ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ 5 ਸਿੱਖਾਂ ਨੂੰ ਨਾਲ ਲੈ ਕੇ, ਭਾਈ ਪੈੜਾ, ਭਾਈ ਵਿਧਿਆ, ਭਾਈ ਲੰਗਾਹਾ, ਭਾਈ ਪ੍ਰਾਣਾ ਆਦਿਕ 5 ਸਿੱਖਾਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਲਾਹੌਰ ਵੱਲ ਨੂੰ ਗਏ। ਲਾਹੌਰ ਦੇ ਵਿੱਚ ਭਾਈ ਸਿੱਧੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਯਾਦ ਕਰ ਰਿਹਾ ਸੀ, ਮਹਾਰਾਜ ਕਦੋਂ ਕਿਰਪਾ ਕਰੋਗੇ, ਕਦੋਂ ਦਇਆ ਕਰੋਗੇ, ਕਦੋਂ ਬਖਸ਼ਿਸ਼ ਕਰੋਗੇ, ਕਦੋਂ ਮਿਹਰ ਦਾ ਮੀਂਹ ਵਰੇਗਾ ਕਿ ਤੁਹਾਡੇ ਦਰਸ਼ਨ ਹੋਣ। ਗੁਰੂ ਸਾਹਿਬ ਨੇ ਜਾ ਕੇ ਜਿਹੜਾ ਭਾਈ ਸਿੱਧੂ ਸੀ ਉਹਦੇ ਬੂਹੇ ਦਾ ਕੁੰਡਾ ਖੜਕਾਇਆ, ਗਦ-ਗਦ ਹੋ ਗਿਆ। ਮਹਾਰਾਜ ਧੰਨ ਹੈ, ਧੰਨ ਹੈ, ਧੰਨ ਹੈ। ਭਾਈ ਸਿੱਧੂ ਦੇ ਘਰ 2-4 ਦਿਨ ਰਹੇ। ਇੱਧਰ ਲਾਹੌਰ ਦੇ ਵਿੱਚ ਜਿਹੜਾ ਦਿੱਲੀ ਦਾ ਬਾਦਸ਼ਾਹ ਵੀ ਆ ਗਿਆ, ਚੰਦੂ ਵੀ ਆ ਗਿਆ, ਮਿਹਰਬਾਨ, ਸਾਰੇ ਉੱਥੇ। ਇੱਕ ਦਿਨ ਸਭਾ ਲੱਗੀ ਕਿ ਗੁਰੂ ਅਰਜਨ ਦੇਵ ਮਹਾਰਾਜ ਨੂੰ ਸੱਦਿਆ ਜਾਵੇ। ਗੁਰੂ ਅਰਜਨ ਦੇਵ ਮਹਾਰਾਜ ਸਿੱਖਾਂ ਦੇ ਸਮੇਤ ਲਾਹੌਰ ਦੇ ਵਿੱਚ ਜਿੱਥੇ ਸਭਾ ਲੱਗੀ ਸੀ ਜਹਾਂਗੀਰ ਬਾਦਸ਼ਾਹ ਦੀ, ਉੱਥੇ ਪਹੁੰਚੇ ਨੇ। ਇਹਨੇ ਪਹਿਲਾਂ 4 ਜਿਹੜੇ ਆਮ ਤੌਰ ਤੇ ਚਾਣਕਿਆ ਨੇ ਲਿਖਿਆ ਵੀ ਦੁਸ਼ਮਣ ਦੇ ਲਈ 4 ਢੰਗ ਵਰਤੇ ਜਾਂਦੇ ਆਪਣੇ ਨਾਲ ਮਿਲਾਉਣ ਦੇ, ਸ਼ਾਮ, ਦਾਮ, ਭੇਦ, ਦੰਡ ਆਦਿਕ। ਪਹਿਲਾ ਸ਼ਾਮ ਵਾਲਾ ਕੰਮ ਕੀਤਾ ਵੀ ਬੜਾ ਸਤਿਕਾਰ, ਬਹੁਤ ਜ਼ਿਆਦਾ ਵੀ ਸਤਿਕਾਰ ਕਰੀਏ। ਗੁਰੂ ਸਾਹਿਬ ਲਈ ਸੋਹਣਾ ਆਸਣ ਲਾਇਆ, ਮਹਾਰਾਜ ਉਹ ਆਸਣ ਤੇ ਬਰਾਜੇ। ਵਿਚਾਰਾਂ ਚੱਲੀਆਂ। ਪਹਿਲੀ ਗੱਲ ਪੁੱਛੀ ਜਹਾਂਗੀਰ ਬਾਦਸ਼ਾਹ ਨੇ, ਕਹਿਣ ਲੱਗਾ ਗੁਰੂ ਜੀ ਮੈਂ ਇੱਕ ਬੇਨਤੀ ਕਰਦਾ, ਮੈਂ ਸੁਣਿਆ ਵੀ ਤੁਸੀਂ ਸਾਡੇ ਪੁੱਤਰ ਨੂੰ 1 ਲੱਖ ਰੁਪਇਆ ਦਿੱਤਾ,
ਮਹਾਰਾਜ ਕਹਿਣ ਲੱਗੇ ਝੂਠ, ਅਸੀਂ ਜ਼ਿੰਦਗੀ 'ਚ ਕਦੇ ਝੂਠ ਬੋਲਿਆ ਨਹੀਂ ਤੇ ਨਾ ਹੀ ਬੋਲਣਾ, ਨਾ ਹੀ ਗੁਰੂ ਨਾਨਕ ਦੀ ਗੱਦੀ ਬੋਲਦੀ ਹੈ। ਗੁਰੂ ਨਾਨਕ ਦੀ ਗੱਦੀ ਜਿਹੜੀ ਆ ਤਸ਼ੱਦਦ ਸਹਿ ਲਵੇਗੀ ਸਰੀਰ ਉੱਪਰ, ਪਰ ਝੂਠ ਨਾਲ ਗੁਰੂ ਨਾਨਕ ਦਾ ਕੋਈ ਵੀ ਮੇਲ ਨਹੀਂ ਗਾ। ਇਹ ਝੂਠ 5000 ਰੁਪਈਆ ਜ਼ਰੂਰ ਦਿੱਤਾ। ਦੂਜੀ ਗੱਲ ਇਹਨੇ ਕਹੀ, ਕਹਿਣ ਲੱਗਾ ਜੀ ਦੇਖੋ ਮੈਂ ਸੁਣਿਆ ਵੀ ਤੁਸੀਂ ਜਿਹੜਾ ਦੋਤਾ ਬਾਣੀ ਕਾ ਬੋਝਥਾ ਵਾਲਾ ਬਚਨ ਗੁਰੂ ਅਮਰਦਾਸ ਦਾ ਸੀ ਨਾ, ਵੀ ਬਾਣੀ ਦਾ ਬੋਝਥਾ ਰਚਿਆ ਜਾਣੀ ਜਹਾਜ਼, ਜਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਿਹੜੀ ਰਚਨਾ ਕੀਤੀ ਆ ਤੇ ਉਹਦੇ ਵਿੱਚ ਅੱਲਾ ਦੀ ਵਡਿਆਈ ਨਹੀਂ ਕੀਤੀ ਗਈ, ਉਪਮਾ ਨਹੀਂ ਕੀਤੀ। ਮਹਾਰਾਜ ਨੇ ਉਸੇ ਵੇਲੇ ਆਪਣੇ ਮੁਖਾਰਬਿੰਦ ਤੋਂ ਬਚਨ ਕਿਹਾ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਕੌਣ ਕਹਿੰਦਾ ਨਹੀਂ। ਇਹ ਸੁਣ ਕੇ ਉਸ ਵੇਲੇ ਬਾਦਸ਼ਾਹ ਕਹਿੰਦਾ ਵੀ ਗੁਰੂ ਅਰਜਨ ਦੇਵ ਮਹਾਰਾਜ ਸਾਦਾ ਲਿਬਾਸ, ਸਾਦੇ ਲਿਬਾਸ ਦੇ ਵਿੱਚ ਇਹ ਬਾਣੀ ਦੇ ਵਿੱਚ ਉਪਮਾ ਵੀ। ਇਹਨੇ ਫਿਰ ਗੱਲ ਕੀ ਕਹਿਣ ਲੱਗਾ, ਮੇਰੀਆਂ ਦੋ ਸ਼ਰਤਾਂ। ਮਹਾਰਾਜ ਕਹਿੰਦੇ ਗੁਰੂ ਨਾਨਕ ਦੇ ਘਰੇ ਸ਼ਰਤ ਨਹੀਂ ਰੱਖੀ ਜਾਂਦੀ, ਸਤਿਕਾਰ ਨਾਲ ਬੇਨਤੀ ਕੀਤੀ ਜਾਂਦੀ ਹੈ। ਕਹਿੰਦਾ ਜੋ ਵੀ ਹੈ, ਕਹਿੰਦਾ ਵੀ ਇੱਕ ਤਾਂ 1 ਲੱਖ ਰੁਪਈਆ ਅਸਲ ਤਾਂ ਚਾਹੁੰਦਾ ਸੀ ਨਾ। ਔਰ ਜਿਹੜਾ ਜਹਾਂਗੀਰ ਬਾਦਸ਼ਾਹ ਸੀਗਾ ਅਹਿਮਦ ਸਰਹੰਦੀ ਦੇ ਪਿੱਛੇ ਲੱਗਿਆ ਸੀ ਵੀ ਗੁਰੂ ਨਾਨਕ ਦੇ ਘਰ ਨੂੰ ਖਤਮ ਕਰਾਂ, ਪਰ ਜਨ ਸਮੁਦਾਇ ਲੋਕਾਂ ਦੇ ਵਿੱਚ ਗੁਰੂ ਨਾਨਕ ਦੇ ਘਰ ਦੀ ਵਡਿਆਈ ਬਹੁਤ ਸੀ, ਡਰਦਾ ਵੀ ਸੀਗਾ, ਸਾਰਾ ਕੁਝ ਲੁਕ ਛੁਪ ਕੇ ਕਰ ਰਿਹਾ ਸੀਗਾ ਵੀ ਲੋਕਾਂ ਦੇ ਸਾਹਮਣੇ ਹੋ ਕੇ ਮੈਂ ਬਦਨਾਮ ਨਾ ਹੋ ਜਾਵਾਂ। ਕੀ ਹੋਇਆ, ਕਹਿੰਦਾ ਵੀ 1 ਲੱਖ ਰੁਪਏ ਦੀ ਥਾਂ ਤੇ 2 ਲੱਖ ਜੁਰਮਾਨਾ ਭਰੋ। ਦੂਜੀ ਗੱਲ ਹੈ ਵੀ ਮੁਹੰਮਦ ਸਾਹਿਬ ਦੀ ਵਡਿਆਈ ਕਰੋ। ਮਹਾਰਾਜ ਕਹਿੰਦੇ 1 ਲੱਖ ਦੀ ਗੱਲ ਕਰ ਰਹੇ ਆ ਬਾਦਸ਼ਾਹ, ਸਾਡੇ ਕੋਲ ਤਾਂ 5 ਰੁਪਏ ਵੀ ਹੈ ਨਹੀਂ। ਦੂਜੀ ਗੱਲ ਤੂੰ ਕਿਹਾ ਮੁਹੰਮਦ ਸਾਹਿਬ ਦੀ। ਮਹਾਰਾਜ ਕਹਿਣ ਲੱਗੇ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਖਸਮ ਦੀ ਬਾਣੀ ਦੇ ਵਿੱਚ ਅਸੀਂ ਕੁਝ ਵੱਧ ਘੱਟ ਨਹੀਂ ਕਰ ਸਕਦੇ। ਇਹ ਅਸੀਂ ਉਪਮਾ ਗੁਰੂ ਨਾਨਕ ਦੀ ਜੋ ਲਿਖ ਗਏ ਉਹ ਲਿਖ ਕੇ ਇਹਦੇ ਵਿੱਚ ਅੱਲਾ ਦੀ ਵਡਿਆਈ ਵੀ ਹੈ, ਇਹਦੇ ਵਿੱਚ ਰਾਮ ਦੀ ਵੀ ਆ, ਇਹਦੇ ਵਿੱਚ ਜੋ ਸ਼ੁਭ ਕਰਮ ਕਰਦਾ ਸਾਰੇ ਧਰਮਾਂ ਨੂੰ ਸਤਿਕਾਰ ਹੈ। ਮਹਾਰਾਜ ਕਹਿਣ ਲੱਗੇ ਦੇਖ ਜੇ ਤੈਨੂੰ ਇੰਨਾ ਹੀ ਵਹਿਮ ਆ ਤੇ ਸਾਡੇ ਪਿਤਾ ਗੁਰੂ ਰਾਮਦਾਸ ਮਹਾਰਾਜ ਨੇ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ, ਉਹ ਰਚਨਾ ਹੋ ਰਹੀ ਆ, 4 ਦਰਵਾਜ਼ੇ ਰੱਖੇ ਆ, ਉੱਥੇ ਹਿੰਦੂ ਆਵੇ, ਮੁਸਲਮਾਨ, ਸਿੱਖ, ਈਸਾਈ, ਚਾਹੇ ਕੋਈ ਵੀ ਬ੍ਰਾਹਮਣ, ਖੱਤਰੀ, ਸ਼ੂਦਰ, ਵੈਸ। ਸਾਡੇ ਘਰ ਵਿੱਚ ਗੁਰੂ ਨਾਨਕ ਦੇ ਘਰ ਵਿੱਚ ਕਿਸੇ ਨਾਲ ਕੋਈ ਈਰਖਾ ਨਹੀਂ, ਪਰ ਜੇ ਤੂੰ ਕਵੇਂ ਧੱਕੇ ਨਾਲ ਇਦਾਂ ਅਸੀਂ ਕੁਝ ਨਹੀਂ। ਕਹਿੰਦੇ ਫਿਰ ਸਜ਼ਾ। ਮਹਾਰਾਜ ਕਹਿੰਦੇ ਕਿਹੜੀ ਗੱਲ ਕਰਦਾ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਨਕਾ ਤੋਂ ਆਓ ਹਮਾਰੇ ਪਾਸ। ਮਰਨ ਤੋਂ ਸਾਨੂੰ ਡਰ ਨਹੀਂਗਾ। ਇਉਂ ਕਹਿ ਕੇ ਗੁਰਮੁਖ ਪਿਆਰਿਓ ਸਭਾ ਦੀ ਸਮਾਪਤੀ ਹੋਈ। ਜਿਹੜਾ ਇਹ ਜਹਾਂਗੀਰ ਬਾਦਸ਼ਾਹ ਸੀ ਨਾ, ਇਹ ਚਲਾਕ ਬਣਿਆ, ਚੰਦੂ ਦੇ ਕੰਨ ਵਿੱਚ ਫੂਕ ਭਰ ਗਿਆ ਵੀ ਜੋ ਕਰਨਾ ਹੁਣ ਕਰ ਲੈ, ਮੈਂ ਚੱਲਿਆ ਇੱਧਰ ਜੰਮੂ ਵੱਲ ਨੂੰ। ਕਹਿਣ ਲੱਗਾ ਕੋਈ ਗੱਲ ਨਹੀਂ। ਚੰਦੂ ਦੇ ਅੰਦਰ ਈਰਖਾ ਸੀਗੀ, ਮੇਰੀ ਧੀ ਦਾ ਰਿਸ਼ਤਾ ਮੋੜਿਆ ਹੈ, ਭਾਵੇਂ ਸਾਰੀ ਗਲਤੀ ਇਹਦੀ ਸੀ। ਅਗਲੇ ਦਿਨ ਗੁਰਮੁਖ ਪਿਆਰਿਓ ਦਿਨ ਚੜ੍ਹਦਿਆਂ ਜਿਹੜਾ ਚੰਦੂ ਸੀ ਨਾ, ਉਹ ਆਪਣੀ ਹਵੇਲੀ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੂੰ ਲੈ ਗਿਆ। 5 ਸਿੱਖ ਜਿਹੜੇ ਸੀਗੇ ਇਹ ਡਿਉੜੀ ਦੇ ਵਿੱਚ ਭਾਈ ਵਿਧੀ ਚੰਦ, ਭਾਈ ਗੁਰੂ, ਭਾਈ ਵਿਧੀਆ, ਭਾਈ ਪਿਆੜਾ, ਭਾਈ ਲੰਗਾ, ਇਹ ਫਿਰ ਜਿਹੜੇ ਡਿਉੜੀ ਸਾਹਿਬ ਦੇ ਵਿੱਚ ਉੱਥੇ ਕੈਦ ਕਰ ਦਿੱਤੇ। ਹਵੇਲੀ ਵਿੱਚ ਅੱਗੇ ਲੈ ਗਿਆ। ਪਹਿਲੇ ਦਿਨ ਚੰਦੂ ਨੇ ਕਿਹਾ, ਕਹਿਣ ਲੱਗਾ ਖਾਣ ਲਈ ਗੁਰੂ ਸਾਹਿਬ ਨੂੰ ਕੁਝ ਨਹੀਂ ਦੇਣਾ, ਪਰ ਜਿੱਥੇ ਭੋਜਨੰ ਗੋਪਾਲ ਕੀਰਤਨੰ ਉੱਥੇ ਫਿਰ ਪ੍ਰਸ਼ਾਦੇ ਦੀ ਥੋੜੀ ਲੋੜ ਹੈ। ਮਹਾਰਾਜ ਨੇ ਚੌਂਕੜਾ ਮਾਰਿਆ। ਗੁਰੂ ਸਾਹਿਬ ਸਭ ਜਾਣਦੇ ਸੀ ਵੀ ਸਮਾਂ ਇਦਾਂ ਦਾ ਆ ਗਿਆ, ਅਡੋਲ ਬੈਠੇ ਆ। ਅਗਲਾ ਦਿਨ ਚੜਿਆ। ਦਿਨ ਚੜ੍ਹਦਿਆਂ ਇਹ ਆਇਆ, ਕਹਿਣ ਲੱਗਾ ਮੰਨ ਜਾਓ। ਮਹਾਰਾਜ ਕਹਿੰਦੇ ਕੀ ਮੰਨਾ? ਕਹਿਣ ਲੱਗਾ ਜੋ ਬਾਦਸ਼ਾਹ ਨੇ ਕਿਹਾ। ਮਹਾਰਾਜ ਕਹਿੰਦੇ ਜੋ ਉੱਥੇ ਕਹਿ ਆਏ ਆ ਬਚਨ ਕਰ ਤਾਂ ਖਿਸਕ ਜਾਏ ਬੋਲੇ ਸਭ ਕੱਚਾ, ਅੰਦਰੋਂ ਥੋਥਾ ਕੁੜਿਆਰ ਕੂੜੀ ਸਭ ਕੱਚਾ। ਕਹਿਣ ਲੱਗੇ ਹੁਣ ਅਸੀਂ ਖਿਸਕਾਂਗੇ ਨਹੀਂ, ਬਚਨ ਸਾਡੇ ਇਹ ਨਾਲ ਜਾਣਗੇ। ਕਹਿਣ ਲੱਗਾ ਅੱਛਾ, ਇਹ ਤਾਂ ਬੜੀਆਂ ਗੱਲਾਂ ਆਉਂਦੀਆਂ। ਚੰਦੂ ਬੜਾ ਕੁਝ ਬੋਲਿਆ, ਪਤਾ ਤਾਂ ਉਦੋਂ ਲੱਗੂ ਜਦੋਂ ਤਸੀਹੇ ਚੱਲਣੇ ਪਏ। ਮਹਾਰਾਜ ਕਹਿੰਦੇ ਮੌਤ ਤੋਂ ਕੋਈ ਡਰ ਨਹੀਂ। ਕਹਿੰਦੇ ਬੜੇ ਤੇਰੇ ਵਰਗੇ ਇਦਾਂ ਕਹਿੰਦੇ ਹੁੰਦੇ ਆ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ। ਇਹਨੇ ਪਹਿਲੇ ਦਿਨ ਗੁਰੂ ਸਾਹਿਬ ਨੂੰ ਤਸੀਹੇ ਦਿੱਤੇ। ਪਹਿਲੇ ਦਿਨ ਭੁੱਖਾ ਰੱਖਿਆ ਮਹਾਰਾਜ ਨੂੰ। ਦੂਸਰੇ ਦਿਨ ਕਹਿਣ ਲੱਗਾ ਰੇਤਾ ਗਰਮ ਕਰੋ, ਜਿਵੇਂ ਆਪਾਂ ਛੋਲੇ ਭੁੰਨਦੇ ਆ ਨਾ, ਰੇਤਾ ਗਰਮ ਕੀਤਾ ਗਿਆ। ਛੋਲੇ ਭੁੰਨਣ ਵਾਂਗੂ ਰੇਤਾ ਐ ਬੁੜਕ ਬੁੜਕ ਵੱਜਦਾ ਸੀ। ਹਜੂਰ ਚੌਂਕੜਾ ਮਾਰ ਕੇ ਬੈਠੇ। ਜਿਹੜੇ ਦੁਸ਼ਟੇ ਸਨ, ਸਜ਼ਾਵਾਂ ਦੇਣ ਵਾਲੇ, ਸਜ਼ਾ ਤੇ ਗੁਰੂ ਸਾਹਿਬ ਨੂੰ ਕੌਣ ਦੇ ਸਕਦਾ? ਉਹ ਗੁਰੂ ਸਾਹਿਬ ਦੇ ਸਿਰ ਦੇ ਉੱਪਰ ਖੁਰਪੇ ਭਰ ਭਰ ਕੇ ਤੱਤਾ ਰੇਤਾ ਪਾ ਰਹੇ ਆ। ਹਜੂਰ ਵਾਹਿਗੁਰੂ 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 ਦਾ ਸਿਮਰਨ, ਮੂਲ ਮੰਤਰ ਦਾ ਇੱਕ ਓੰਕਾਰ, ਸਤਨਾਮ ਕਰਤਾ ਪੁਰਖ ਨਿਰਭਉ
ਨਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਾਪਾ ਸਚ ਜੁਗਾ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਔਰ ਜਪਜੀ ਸਾਹਿਬ ਦਾ ਜਾਪ, ਸੁਖਮਨੀ ਸਾਹਿਬ ਦਾ ਜਾਪ ਮਹਾਰਾਜ ਬਾਣੀ ਪੜ੍ਹੀ ਜਾਂਦੇ ਆ। ਸਿਰ ਤੋਂ ਗੁਰਮੁਖ ਪਿਆਰਿਓ ਤੱਤਾ ਰੇਤ ਕਰਕੇ, ਕਿਉਂਕਿ ਕੇਸ ਤੇ ਲੂਣੇ ਹੁੰਦੇ ਆ, ਕੇਸ ਸਾਰੇ ਝੜ ਗਏ। ਹਜੂਰ ਦੇ ਸਿਰ ਤੇ ਕੇਸ ਨਾ ਰਹੇ, ਰੇਤਾ ਡਿੱਗਣ ਕਰਕੇ ਕੁਝ ਮੋਢੇ ਤੇ ਕੁਝ ਸਰੀਰ ਤੇ ਪਿਲਕਰੇ ਜੇ ਬਣ ਗਏ। ਉਹ ਸਮਾਂ ਲੰਘਿਆ, ਰਾਤ ਪਈ। ਇਤਿਹਾਸ ਦੱਸਦਾ ਕਿ ਉਸ ਰਾਤ ਨੂੰ ਚੰਦੂ ਦੀ ਨੌਂ ਜਿਹੜੀ ਗੁਰੂ ਨਾਨਕ ਦੇ ਘਰ ਨਾਲ ਪਿਆਰ ਕਰਦੀ ਸੀ, ਕਿਉਂਕਿ ਪੇਕਾ ਪਰਿਵਾਰ ਗੁਰੂ ਨਾਨਕ ਦੇ ਘਰ ਦਾ ਪ੍ਰੇਮੀ ਸੀਗਾ, ਚੰਦੂ ਦੀ ਨੌਂ ਠੰਡਾ ਜਲ ਲੈ ਕੇ ਆਈ। ਜਦੋਂ ਮਹਾਰਾਜ ਨੂੰ ਤੱਕਿਆ, ਭੁੱਬਾ ਮਾਰ ਮਾਰ ਕੇ ਰੋਣ ਲੱਗ ਗਈ। ਕਹਿਣ ਲੱਗੀ, ਮਹਾਰਾਜ ਮੇਰੇ ਮਾੜੇ ਭਾਗ ਆ। ਮਹਾਰਾਜ ਕਹਿੰਦੇ, ਨਹੀਂ ਧੀਏ, ਇਦਾਂ ਨਹੀਂ ਬੋਲੀਦਾ। ਮਹਾਰਾਜ ਮੈਂ ਦੁਸ਼ਟ ਦੀ ਨੌਂ ਬਣੀ ਨਹੀਂ ਧੀਏ, ਜਿੱਥੇ ਲੇਖ ਲਿਖੇ ਆ ਉਹ ਭੁਗਤਣੇ ਪੈਂਦੇ ਆ। ਮਹਾਰਾਜ ਜੀ ਕਿਰਪਾ ਕਰੋ, ਕੁਝ ਛਕੋ। ਮਹਾਰਾਜ ਕਹਿਣ ਲੱਗੇ, ਧੀਏ ਇਹਦੇ ਘਰ ਦਾ ਅਸੀਂ ਪਾਣੀ ਦਾ ਘੁੱਟ ਨਹੀਂ ਪੀਣਾ, ਪਰ ਤੈਨੂੰ ਬਚਨ ਦਿੰਨੇ ਆ, ਆਉਣ ਵਾਲਾ ਸਮਾਂ ਆਵੇਗਾ ਧੀਏ, ਤੇਰੇ ਨਾਂ ਤੇ ਠੰਡੀਆਂ ਛਬੀਲਾਂ ਲੱਗਿਆ ਕਰਨਗੀਆਂ। ਫਿਰ ਇਹਨੇ ਬੇਨਤੀ ਕੀਤੀ, ਮਹਾਰਾਜ ਮੈਂ ਇਹਦੀ ਨੌਂ ਬਣ ਕੇ ਨਹੀਂ ਰਹਿਣਾ ਚਾਹੁੰਦੀ, ਕਿਉਂਕਿ ਇਸ ਤਰੀਕੇ ਦੇ ਵਿੱਚ ਇਹ ਇੱਕ ਰੀਤੀ ਰਿਵਾਜ ਹੈ ਕਿ ਸਹੁਰੇ ਦੀ ਸੇਵਾ ਨੌਂ ਨੂੰ ਕਰਨੀ ਪੈਂਦੀ ਆ, ਮੈਨੂੰ ਕਰਨੀ ਪੈਣੀ ਆ, ਪਰ ਮੈਂ ਦੁਸ਼ਟੇ ਦੀ ਸੇਵਾ ਨਹੀਂ ਕਰਨਾ ਚਾਹੁੰਦੀ। ਮਹਾਰਾਜ ਕਹਿਣ ਲੱਗੇ, ਧੀਏ ਜਦੋਂ ਅਸੀਂ ਸਰੀਰ ਛੱਡਾਂਗੇ ਨਾ, ਤੂੰ ਵੀ ਸਾਡੇ ਨਾਲ ਹੀ ਸਰੀਰ ਛੱਡ ਜਾਵੇਂਗੀ। ਆਪਣੇ ਚਰਨਾਂ ਦੀ ਜਗ੍ਹਾ ਮਹਾਰਾਜ ਮੈਨੂੰ ਵੀ ਬਖਸ਼ੋ। ਮਹਾਰਾਜ ਕਹਿੰਦੇ, ਕੋਈ ਗੱਲ ਨਹੀਂ, ਕਰਤਾਰ ਭਲੀ ਕਰੇਗਾ। ਇਉਂ ਹੀ ਵਾਪਸ ਚਲੀ ਗਈ। ਅਗਲਾ ਦਿਨ ਚੜਿਆ, ਚੰਦੂ ਨੇ ਮਹਾਰਾਜ ਨੂੰ ਫਿਰ ਸਾਹਮਣੇ ਲਿਆਂਦਾ। ਕਹਿਣ ਲੱਗੇ, ਮੰਨ ਜਾ, ਮੇਰੀ ਧੀ ਦਾ ਰਿਸ਼ਤਾ ਕਬੂਲ ਕਰ ਲੈ, ਮੈਂ ਤੇਰੀ ਸਜ਼ਾ ਮਾਫ ਕਰਾ ਦੇਵਾਂਗਾ। ਮਹਾਰਾਜ ਕਹਿੰਦੇ, ਨਹੀਂ, ਜੋ ਸੰਗਤਾਂ ਨੇ ਹੁਕਮ ਕਿਹਾ, ਗੁਰੂ ਨਾਨਕ ਦੇ ਘਰ ਦੇ ਵਿੱਚ ਸੰਗਤ ਨੂੰ ਪਹਿਲ ਦਾ ਦਰਜਾ ਦਿੱਤਾ ਗਿਆ। ਸੰਗਤਾਂ ਵੱਲੋਂ ਜੋ ਹੁਕਮ ਆਇਆ ਅਸੀਂ ਉਹ ਹੁਣ ਇਦਾਂ ਨਹੀਂ ਹੋ ਸਕਦਾ। ਕਹਿੰਦਾ, ਅੱਛਾ ਹੁਣ ਤੂੰ ਮੰਨੇਗਾ। ਹਜੂਰ ਨੂੰ ਗੁਰਮੁਖ ਪਿਆਰਿਓ ਤੱਤੀ ਤਵੀ ਤੇ ਬਿਠਾਉਣ ਦੇ ਲਈ ਜਿਹੜੇ ਇਹਦੇ ਦੁਸ਼ਟੇ ਸੀਗੇ, ਸਜ਼ਾਵਾਂ ਦੇਣ ਵਾਲੇ ਗੁਰੂ ਸਾਹਿਬ ਨੂੰ, ਉਹਨਾਂ ਜਲਾਦਾਂ ਨੇ ਤੱਤੀ ਤਵੀ ਕੀਤੀ, ਅੱਗ ਬਾਲੀ। ਤੱਤੀ ਤਵੀ ਬਲ ਕੇ ਲੋਹੇ ਤੋਂ ਐਨ ਲਾਲ ਗੇਰੂ ਰੰਗ ਹੋ ਗਿਆ ਤੱਤੀ ਤਵੀ ਦਾ। ਫਿਰ ਕਹਿਣ ਲੱਗਾ, ਮੰਨ ਜਾ, ਨਹੀਂ ਉਹ ਤੱਤੀ ਤਵੀ ਵੱਲ ਤੱਕ, ਤੱਤੀ ਤਵੀ ਦੇ ਵਿੱਚੋਂ ਕਿੱਦਾਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ। ਮਹਾਰਾਜ ਕਹਿਣ ਲੱਗੇ, ਉਹ ਚੰਦੂਆ, ਤੇਰੇ ਅੰਦਰੋਂ ਇਹ ਅੱਗ ਦੀਆਂ ਲਾਟਾਂ ਨਿਕਲਦੀਆਂ, ਜੋ ਤੇਰੀ ਦ੍ਰਿਸ਼ਟੀ ਦੀਆਂ ਲਾਟਾਂ, ਉਹ ਲਾਟਾਂ ਅੱਗ ਦੀਆਂ ਤੱਤੀ ਤਵੀ ਦੇ ਵਿੱਚੋਂ ਸਾਨੂੰ ਨਜ਼ਰ ਆਉਂਦੀਆਂ, ਪਰ ਤੇਰੇ ਵਿੱਚ ਉਹ ਦ੍ਰਿਸ਼ਟੀ ਨਹੀਂ ਜਿਹੜੀ ਦ੍ਰਿਸ਼ਟੀ ਗੁਰਮੁਖ ਬ੍ਰਹਮ ਗਿਆਨੀਆਂ ਵਿੱਚ ਹੁੰਦੀ ਆ। ਸਾਡੇ ਅੰਦਰ ਤੇ ਅੱਜ ਵੀ ਸ਼ਾਂਤੀ ਹੈ, ਸਾਡੇ ਅੰਦਰ ਤਾਂ ਅੱਜ ਵੀ ਸ਼ਾਂਤੀ ਦਾ ਝਰਨਾ ਜਿਹੜਾ ਉਹ ਵਗ ਰਿਹਾ। ਤੈਨੂੰ ਲੱਗ ਰਿਹਾ ਵੀ ਉਹ ਲਾਟਾਂ, ਮੇਰੇ ਲਈ ਉਹ ਲਾਟਾਂ ਨਹੀਂ, ਮੇਰੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਬੱਚੇ, ਇਹ ਗੁਰੂ ਨਾਨਕ ਦੇ ਬੱਚੇ, ਗੁਰੂ ਨਾਨਕ ਦੇ ਸਿੱਖ ਇਤਿਹਾਸ ਪੜ੍ਹਿਆ ਕਰਨਗੇ ਤੇ ਉਹ ਕਹਿਆ ਕਰਨਗੇ, ਧੰਨ ਆ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਨੇ ਸਿੱਖੀ ਦੇ ਬੂਟੇ ਨੂੰ ਪਾਣੀ ਪਾਉਣ ਦੇ ਲਈ ਲਹੂ ਦਾ ਜਲ ਵਰਤਾ ਕੇ ਇਹ ਗੁਰੂ ਨਾਨਕ ਦਾ ਬੂਟਾ ਹਰਾ ਭਰਾ ਕੀਤਾ। ਕਹਿਣ ਲੱਗਾ, ਬੜੀਆਂ ਗੱਲਾਂ ਆਉਂਦੀਆਂ, ਲੱਗੂ ਪਤਾ। ਮਹਾਰਾਜ ਕਹਿੰਦੇ, ਕੋਈ ਨਹੀਂ। ਤੱਤੀ ਤਵੀ ਕੀਤੀ, ਹਜੂਰ ਨੂੰ ਕਹਿੰਦੇ, ਬੈਠ। ਹਜੂਰ ਨੇ ਗੁਰੂ ਨਾਨਕ ਦਾ ਨਾਮ ਲਿਆ, ਧੰਨ ਗੁਰੂ ਨਾਨਕ, ਧੰਨ ਗੁਰੂ ਅੰਗਦ, ਧੰਨ ਗੁਰੂ ਅਮਰਦਾਸ, ਧੰਨ ਗੁਰੂ ਰਾਮਦਾਸ। ਇਹ ਹਜੂਰ ਨੇ ਅਰਦਾਸ ਕੀਤੀ, ਮਹਾਰਾਜ ਆਪ ਕਿਰਪਾ ਕਰਕੇ ਮੇਰਾ ਸਿਦਕ ਤੇ ਮੇਰਾ ਭਰੋਸਾ ਡੋਲਣ ਨਾ ਦੇਣਾ। ਹਜੂਰ ਨੇ ਆਪਣਾ ਚਰਨ ਤੱਤੀ ਤਵੀ ਤੇ ਇਉਂ ਰੱਖ ਦਿੱਤਾ, ਮਾਨੋ ਜਿਵੇਂ ਗੁਰਮੁਖ ਪਿਆਰਿਓ ਆਪਾਂ ਬਰਫ਼ ਦੇ ਉੱਪਰ ਪੈਰ ਰੱਖਦੇ ਆ। ਹਜੂਰ ਚੌਂਕੜਾ ਮਾਰ ਕੇ ਬੈਠ ਗਏ। ਤੱਤੀ ਤਵੀ ਵੀ ਲਾਲ ਹੋ ਗਈ, ਜਲਾਦ ਵੀ ਲਾਲ ਹੋ ਗਏ, ਅੱਗ ਢਾ ਢਾ ਕੇ ਪਤਾ ਨਹੀਂ ਕਿੰਨੀ ਕਿ ਲੱਕੜ ਖਪਾ ਦਿੱਤੀ। ਇੱਧਰ ਜਿਹੜਾ ਚੰਦੂ ਸੀ ਉਹ ਵੀ ਬੁੜਕ ਰਿਹਾ, ਇੱਕ ਇੱਕ ਰੋਮ ਜਿਹੜਾ ਨੇਤਰ ਲਾਲ ਹੋ ਗਏ, ਈਰਖਾ ਦੀ ਅੱਗ ਵਿੱਚ ਸੜ ਕੇ ਵੀ ਕਦੋਂ ਗੁਰੂ ਨਾਨਕ ਦਾ ਰੂਪ ਜਾਣੀ। ਗੁਰੂ ਅਰਜਨ ਦੇਵ ਮਹਾਰਾਜ ਆਪਣੇ ਮੁਖ ਦੇ ਵਿੱਚੋਂ ਹਾਏ ਕੱਢਣ, ਪਰ ਹਾਏ ਕਿੱਥੇ, ਜਾਂ ਸੀ ਕਹਿਣ ਪਰ ਸੀ ਕਿੱਥੇ। ਉਹ ਮੁਖ ਦੇ ਵਿੱਚ ਤੇ ਗੁਰੂ ਨਾਨਕ ਦੀ ਬਾਣੀ ਚੱਲ ਰਹੀ ਸੀਗੀ, ਜਪਜੀ ਸਾਹਿਬ ਦੇ ਜਪਾ ਜਪ ਚੱਲ ਰਹੇ ਸੀਗੇ, ਸਿਮਰਨ ਹੋ ਰਿਹਾ ਸੀ। ਅਖੀਰ ਦੰਦੀਆਂ ਵੜਦਾ, ਆਪਣਾ ਸਿਰ ਝੂਰਦਾ, ਆਪਣੇ ਸਿਰ ਤੇ ਮੱਥੇ ਤੇ ਹੱਥ ਮਾਰਦਾ, ਚੰਦੂ ਵਾਪਸ ਚਲਾ ਗਿਆ। ਅਗਲੇ ਦਿਨ ਕਹਿੰਦਾ, ਮੈਂ ਮਨਾਵਾਂਗਾ। ਹੁਣ ਸਤਿਗੁਰਾਂ ਦਾ ਸਰੀਰ ਬਿਲਕੁਲ ਦੁਰਬਲ ਹੋ ਗਿਆ, ਕਮਜ਼ੋਰ ਹੋ ਗਿਆ। ਹੌਲੀ ਹੌਲੀ ਹਜੂਰ ਬੋਲਦੇ ਆ। ਰਾਤਾਂ ਪਈਆਂ, ਸ਼ਾਮਾਂ ਪਈਆਂ। ਸਾਈਂ ਮੀਆਂ ਮੀਰ ਜੀ ਨੂੰ ਪਤਾ ਲੱਗਿਆ ਕਿ ਬ੍ਰਹਮ ਸਰੂਪ ਗੁਰੂ ਅਰਜਨ ਦੇਵ ਮਹਾਰਾਜ ਨਾਲ ਇੰਨੀ ਵੱਡੀ ਸਜ਼ਾ। ਇਹ ਦੌੜ ਕੇ ਆਇਆ, ਜਦੋਂ ਸਾਹਮਣੇ ਤੱਕਿਆ, ਹਜੂਰ ਦਾ ਸਰੀਰ
ਅੱਗ ਨੇ ਸਾਰਾ ਪਿਘਲਾ ਦਿੱਤਾ। ਮਾਸ ਪਿਘਲ ਰਿਹਾ ਸੀਗਾ, ਮਾਸ ਦੇ ਵਿੱਚੋਂ ਗੁਰਮੁਖ ਪਿਆਰਿਓ ਆਪਾਂ ਨੂੰ ਪਤਾ ਹੀ ਆ ਵੀ ਮਾਸ ਦਾ ਅੱਗ ਕੀ ਛੱਡੇਗੀ। ਮਾਸ ਪਿਘਲ ਪਿਘਲ ਕੇ, ਜਿਵੇਂ ਆਪਾਂ ਕਹਿੰਦੇ ਨਾ ਮੋਮ ਪਿਘਲ ਪਿਘਲ ਕੇ ਡਿੱਗਦੀ ਆ ਧਰਤੀ ਤੇ, ਧੰਨ ਗੁਰੂ ਅਰਜਨ ਦੇਵ ਮਹਾਰਾਜ। ਮਨ ਭਰ ਜਾਂਦਾ ਗੁਰਮੁਖ ਪਿਆਰਿਓ। ਐਸੇ ਗੁਰੂ ਅਰਜਨ ਦੇਵ ਮਹਾਰਾਜ ਜਿਹੜੇ ਸਾਡੇ ਲਈ ਐਡੀਆਂ ਕੁਰਬਾਨੀਆਂ ਦੇ ਗਏ। ਅੱਜ ਕਈ ਦਾ ਕੇਸ ਰੱਖ ਲਾ, ਕਹਿੰਦਾ ਕੀ ਲੋੜ ਆ ਕੇਸ ਰੱਖਣ ਦੀ। ਮਨ ਭਰ ਜਾਂਦਾ, ਕਹਿੰਦੇ ਕੀ ਲੋੜ ਆ ਗੁਰੂ ਨਾਨਕ ਦੀ ਬਾਣੀ ਪੜ੍ਹਨ ਦੀ, ਕੀ ਲੋੜ ਆ ਅੰਮ੍ਰਿਤ ਛਕਣ ਦੀ। ਇਉਂ ਗੁਰੂ ਅਰਜਨ ਦੇਵ ਮਹਾਰਾਜ ਦਾ ਜਿਹੜਾ ਸਰੀਰ ਆ ਨਾ, ਤੇ ਸਰੀਰ ਤੋਂ ਮਾਸ ਇਉਂ ਭੁਰ ਭੁਰ ਕੇ ਡਿੱਗਦਾ, ਭੁਰ ਭੁਰ ਕੇ। ਜਿਵੇਂ ਆਪਾਂ ਕਹਿੰਦੇ ਆ ਨਾ ਵੀ ਆਹ ਤਾਰ ਪਲਾਸਟਿਕ ਦੀ ਆ ਜਾਂ ਕੋਈ ਲਿਫਾਫਾ ਜਾਂ ਕੱਪੜਾ ਉਹ ਡਿੱਗਦਾ ਹੁੰਦਾ, ਮਹਾਰਾਜ ਦਾ ਮਾਸ ਡਿੱਗ ਰਿਹਾ। ਹਜ਼ੂਰ ਨੇ ਬੈਠਣਾ ਤਾਂ ਕੀ ਸੀ, ਹਜ਼ੂਰ ਲੰਮੇ ਪਏ ਆ, ਥੋੜੇ ਜਿਹੇ ਬੇਹੋਸ਼ ਹੈ। ਬਾਬੇ ਸਾਈਂ ਮੀਆਂ ਮੀਰ ਨੂੰ ਪਤਾ ਲੱਗਿਆ, ਦੌੜ ਕੇ ਆਇਆ, ਹਜ਼ੂਰ ਦੇ ਚਰਨ ਫੜੇ। ਹਜ਼ੂਰ ਨੇ ਥੋੜੇ ਜਿਹੇ ਆਪਣੇ ਨੇਤਰ ਖੋਲੇ। ਮਹਾਰਾਜ ਕਹਿੰਦੇ ਕੌਣ? ਮਹਾਰਾਜ ਮੈਂ ਤੇਰੇ ਚਰਨਾਂ ਦਾ ਸੇਵਕ। ਮਹਾਰਾਜ ਥੋੜਾ ਜਿਹਾ ਬੋਲੇ, ਨੇਤਰ ਪੁੱਟੇ। ਸਾਈਂ ਜੀ ਤੁਸੀਂ? ਮਹਾਰਾਜ ਐਡੀ ਵੱਡੀ ਅਵੱਗਿਆ ਦੁਸ਼ਟੇ ਕਰ ਰਹੇ ਆ, ਜੜਾਂ ਪੁੱਟੀਆਂ ਜਾਣਗੀਆਂ। ਮਹਾਰਾਜ ਕਹਿਣ ਲੱਗੇ ਸਾਈਂ ਜੀ ਤੁਸੀਂ ਤੇ ਸਾਈਂ ਹੋ, ਸਤ ਕਰਤਾਰ ਕਹੋ, ਕਰਤਾਰ ਦਾ ਭਾਣਾ ਮਿੱਠਾ ਮੰਨੋ, ਨਿਰੰਕਾਰ ਦਾ ਹੁਕਮ ਮੰਨੋ। ਜੋ ਕੁਝ ਹੋ ਰਿਹਾ ਉਹਦੇ ਹੁਕਮ ਮਹਾਰਾਜ ਤੱਕਿਆ ਨਹੀਂ ਜਾਂਦਾ। ਇੱਕ ਵਾਰੀ ਹੁਕਮ ਕਰੋ, ਦਿੱਲੀ ਤੇ ਲਾਹੌਰ ਨੂੰ ਜਿਵੇਂ ਇੱਟ ਨਾਲ ਇੱਟ ਖੜਕਾ ਕੇ ਤੋੜ ਦੇਈਦੀ ਆ, ਦਿੱਲੀ ਤੇ ਲਾਹੌਰ ਨੂੰ ਖੜਕਾ ਕੇ ਰੱਖ ਦੇਵਾਂਗਾ। ਮਹਾਰਾਜ ਕਹਿਣ ਲੱਗੇ ਸਾਈਂ ਜੀ ਨੇਤਰ ਬੰਦ ਕਰੋ। ਇਹਨੇ ਨੇਤਰ ਬੰਦ ਕੀਤੇ। ਮਹਾਰਾਜ ਕਹਿੰਦੇ ਖੋਲੋ। ਨੇਤਰ ਖੋਲੇ ਤੇ ਹਜ਼ੂਰ ਦੇ ਚਰਨਾਂ ਤੇ ਡਿੱਗ ਪਿਆ। ਮਹਾਰਾਜ ਕਹਿੰਦੇ ਤੱਕਿਆ ਕੁਝ? ਹਾਂ ਮਹਾਰਾਜ, ਪੀਰ ਪਕੰਬਰ ਅਵਤਾਰ ਔਲੀਏ ਸਭ ਮੁੱਠੀਆਂ ਬੰਦ ਕਰੀ ਬੈਠੇ ਆ ਵੀ ਇੱਕ ਵਾਰੀ ਗੁਰੂ ਅਰਜਨ ਦੇਵ ਮਹਾਰਾਜ ਹੁਕਮ ਕਰੇ, ਚੰਦੂ ਤਾਂ ਕੀ ਸਭ ਕੁਝ ਮਲੀਆ ਮੇਟ ਕਰ ਦੇਵਾਂਗੇ। ਮਹਾਰਾਜ ਕਹਿੰਦੇ ਨਹੀਂ, ਜਿੱਥੋਂ ਇਹ ਤਾਕਤ ਲਈ ਹੈ, ਘੜਾ ਤਾਕਤ ਲੈ ਕੇ ਘੜਾ ਉੱਛਣ ਲੱਗ ਪਏ ਤੇ ਘੜੇ ਦੀ ਸਿਆਣਪ ਨਹੀਂ। ਸਮੁੰਦਰ ਸ਼ਾਂਤ ਹੈ, ਅਸੀਂ ਸ਼ਾਂਤ ਬੈਠੇ ਆ। ਹਜ਼ੂਰ ਕਹਿਣ ਲੱਗੇ ਨਹੀਂ। ਸਾਈਂ ਨੂੰ ਗੁਰੂ ਸਾਹਿਬ ਨਾਲ ਥੋੜੇ ਜਿਹੇ ਬਚਨ, ਕਿਉਂਕਿ ਸਰੀਰ ਤੇ ਢਲਿਆ ਪਿਆ ਸੀਗਾ। ਮਹਾਰਾਜ ਕਹਿਣ ਲੱਗੇ ਸਾਈਂ ਕੁਝ ਚੇਤੇ ਆ? ਸਾਈਂ ਸਮਝਣ ਲੱਗਿਆ, ਟਾਈਮ ਨਾ ਲਾਇਆ ਸਾਈਂ ਮੀਆਂ ਮੀਰ ਨੇ। ਹਾਂ ਮਹਾਰਾਜ ਮੈਂ ਸਮਝ ਗਿਆ। ਇੱਕ ਵਾਰੀ ਮਹਾਰਾਜ ਕਹਿਣ ਲੱਗੇ ਤੂੰ ਬਚਨ ਕਹੇ ਸੀ ਕਿ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਬਚਨ ਆਉਂਦੇ ਆ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸੀ ਅੰਮ੍ਰਿਤ ਤੈਸੀ ਬਿਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ। ਤੂੰ ਪੁੱਛਿਆ ਸੀ ਕਿ ਮਹਾਰਾਜ ਜੀ ਇਹ ਪ੍ਰੈਕਟੀਕਲ ਵੀ ਆ ਕਿ ਕਹਿਣ ਮਾਤਰੀ ਆ? ਮਹਾਰਾਜ ਕਹਿੰਦੇ ਤੈਨੂੰ ਕਿਹਾ ਸੀਗਾ, ਸਮਾਂ ਆਇਆ ਦੱਸਾਂਗੇ। ਇਹ ਫੇਰ ਰੋਣ ਲੱਗ ਗਿਆ, ਕਹਿੰਦਾ ਮਹਾਰਾਜ ਕੇਵਲ ਬਾਣੀ ਪੜ੍ਹਨ ਨੂੰ ਨਹੀਂ, ਪਰ ਮੇਰੀਆਂ ਅੱਖਾਂ ਦੇ ਸਾਹਮਣੇ ਵੀ ਅੱਜ 8ਵੀਂ ਅਸ਼ਟਪਦੀ ਉਹਦੇ ਅਰਥ ਹੋ ਰਹੇ ਆ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ। ਉਹ ਸਾਹਮਣੇ ਅਰਥ ਮੈਂ ਪ੍ਰੈਕਟੀਕਲ ਵਿੱਚ ਦੇਖ ਰਿਹਾ। ਮਹਾਰਾਜ ਕਹਿੰਦੇ ਜੇ ਦੇਖ ਰਿਹਾ ਨਾ ਤੇ ਸ਼ਾਂਤ ਰਹਿ। ਇੱਕ ਕਵੀ ਨੇ ਬੜੇ ਪਿਆਰੇ ਬਚਨ ਲਿਖੇ ਆ, ਮੈਨੂੰ ਚੇਤੇ ਆ ਗਏ। ਉਹ ਕਹਿਣ ਲੱਗਾ, ਉਹਨੇ ਆਪਣੀ ਕਲਮ ਦੇ ਨਾਲ ਲਿਖਿਆ ਹੋਇਆ। ਉਹ ਕਹਿੰਦਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਕ ਕੇ ਸਾਈਂ ਜਿਹੜਾ ਮੀਆਂ ਮੀਰ ਸੀ ਨਾ, ਉਹ ਵਿਆਕਲ ਹੋ ਗਿਆ। ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿੰਦਾ ਮਹਾਰਾਜ ਤੁਸੀਂ ਧੰਨ ਹੈ, ਚਾਰੇ ਤਰਫੋਂ ਅੱਗ ਵਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਜੁੱਸਾ ਹੋਇਆ ਸੱਚੀ ਸਰਕਾਰ ਦਾ। ਸਾਈਂ ਮੀਆਂ ਮੀਰ ਹਾਲ ਡਿੱਠਾ ਅਜਬ ਯਾਰ ਦਾ, ਹੋ ਵਿਆਕਲ ਰੋਪਿਆ ਚੀਖੇ ਤੇ ਧਾਹਾਂ ਮਾਰਦਾ। ਸਤਿਗੁਰੂ ਕਹਿਣ ਲੱਗੇ ਸਾਈਂ ਮੀਆਂ ਮੀਰ ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਤਪ ਰਿਆ, ਹਮ ਸ਼ਾਂਤ ਹੈ ਹਰੀ ਨਾਮ ਸੇ। ਅਸੀਂ ਤੇ ਸ਼ਾਂਤ ਬੈਠੇ ਆ ਨਾ, ਸਤ ਕਰਤਾਰ ਕਹਿ ਕੇ ਵਾਹਿਗੁਰੂ ਦਾ ਹੁਕਮ ਮੰਨ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕ ਕੇ ਸਾਈਂ ਮੀਆਂ ਮੀਰ ਜੀ ਵਾਪਸ ਚਲੇ ਗਏ। ਤੇ ਗੁਰਮੁਖ ਪਿਆਰਿਓ ਇੱਧਰ ਉਹ ਰਾਤ ਨੰਗੀ। ਅਗਲੇ ਦਿਨ ਗੁਰੂ ਸਾਹਿਬ ਨੂੰ ਕੋਈ ਹੋਸ਼ ਨਹੀਂ। ਚੰਦੂ ਆਇਆ ਚੌਥੇ ਦਿਨ, ਕਹਿੰਦਾ ਮੰਨ ਜਾਓ। ਮਹਾਰਾਜ ਨੇ ਸਿਰ ਮਾਰਿਆ, ਕਹਿਣ ਲੱਗੇ ਕੀ? ਕਹਿੰਦਾ ਮੈਂ ਹੁਣ ਤੈਨੂੰ ਗਾਂ ਦੇ ਚਮੜੇ ਵਿੱਚ ਲਪੇਟ ਕੇ ਇਦਾਂ ਦਾ ਤਸੀਹਾ ਦੇਵਾਂਗਾ। ਮਹਾਰਾਜ ਕਹਿੰਦੇ ਸਾਡੀ ਇੱਕ ਮਨ ਦੀ ਇੱਛਾ। ਕਹਿੰਦਾ ਦੱਸੋ? ਮਹਾਰਾਜ ਕਹਿੰਦੇ ਅਸੀਂ ਰਾਵੀ ਇਸ਼ਨਾਨ ਕਰਨਾ ਚਾਹੁੰਦੇ ਆ। ਕਹਿੰਦਾ ਕੋਈ ਗੱਲ ਨਹੀਂ। ਇੱਧਰ ਗੁਰਮੁਖ ਪਿਆਰਿਓ 5 ਜਿਹੜੇ ਸਿੱਖ ਸੀ ਉਹਨਾਂ ਨੇ ਹਜ਼ੂਰ ਦਾ ਸਰੀਰ ਤੱਕਿਆ,
ਕੁਝ ਸਿੱਖਾਂ ਨੇ ਹਜੂਰ ਨੂੰ ਮੋਢਾ, ਜਿਵੇਂ ਆਪਾਂ ਕਹਿੰਦੇ ਆ, ਸਹਾਰਾ ਦਿੱਤਾ, ਕਿਉਂਕਿ ਸਰੀਰ ਦੁਰਬਲ ਹੋਇਆ ਪਿਆ ਸੀ, ਕਾਇਆ ਕਮਜ਼ੋਰ ਹੋਈ ਪਈ ਸੀਗੀ। ਭਾਈ ਪੈੜਾ, ਭਾਈ ਵਿਧਿਆ, ਭਾਈ ਜਿਹੜੇ ਆਦਿਕ ਸਨ ਜੈਤਾ, ਭਾਈ ਪੁਰਾਣਾ, ਉਹ ਧਾਹਾਂ ਮਾਰ ਮਾਰ ਕੇ, ਪੁੱਬਾਂ ਮਾਰ ਕੇ, ਮਹਾਰਾਜ ਆ ਸਥਿਤੀ ਇਹ ਦੁਸ਼ਟੇ ਨੇ ਕੀਤੀ, ਇਹ ਦੁਸ਼ਟੇ ਦੇ ਨੱਕ ਨਕੇਲ ਜ਼ਰੂਰ ਪਵੇਗੀ, ਜ਼ਰੂਰ ਗੁਰੂ ਕਿਰਪਾ ਕਰੇਗਾ ਤਾਂ ਬਦਲਾ ਲਵੇਗਾ ਮਹਾਰਾਜ। ਜਾਨੀ ਛੇਵੇਂ ਪਾਤਸ਼ਾਹ ਵੱਲ ਇਸ਼ਾਰਾ ਸੀਗਾ, ਆਪਾਂ ਨੂੰ ਪਤਾ। ਪਰ ਛੇਵੇਂ ਪਾਤਸ਼ਾਹ ਨੇ ਚੰਦੂ ਨੂੰ ਨੱਕ ਵਿੱਚ ਪਾ ਕੇ ਨੱਥ ਤੇ ਲਾਹੌਰ ਦੀਆਂ ਗਲੀਆਂ ਵਿੱਚ ਦੜਾਇਆ। ਸੋ ਰਹੋ ਵਿਚਾਰ, ਇਉਂ ਜਿਹੜੇ ਪੰਜ ਸਿੱਖ ਸੀ ਕਹਿਣ ਲੱਗੇ, ਧੰਨ ਗੁਰੂ ਅਰਜਨ, ਸੰਗਤਾਂ ਤੋਂ ਤੱਕਿਆ ਨਾ ਗਿਆ, ਸੰਗਤਾਂ ਨੇਤਰ ਬੰਦ ਕਰਕੇ ਭੁੱਬਾਂ ਮਾਰ ਮਾਰ ਕੇ ਗੁਰੂ ਅਰਜਨ ਦੇਵ ਮਹਾਰਾਜ ਦਾ ਸਰੀਰ ਦੇਖਿਆ ਨਾ, ਜਦੋਂ ਮਹਾਰਾਜ ਨੂੰ ਸਹਾਰਾ ਦਵਾਇਆ, ਹਜੂਰ ਰਾਵੀ ਦੇ ਕੰਢੇ ਤੇ ਆਏ। ਇਤਿਹਾਸ ਦੱਸਦਾ ਹਜੂਰ ਨੇ ਇਸ਼ਨਾਨ ਪਾਣੀ ਕਾਹਦਾ ਹੋਣਾ ਸੀ, ਸਰੀਰ ਤੇ ਸਾਰਾ ਇਦਾਂ ਦਾ ਹੋਇਆ ਸੀਗਾ, ਇਸ਼ਨਾਨ ਪਾਣੀ ਉੱਦਾਂ ਜ਼ਰੂਰ ਕੀਤਾ। ਚੌਂਕੜਾ ਮਾਰਨ ਦੀ ਸਥਿਤੀ ਤਾਂ ਨਹੀਂ ਸੀ, ਜਿਵੇਂ ਬੈਠਣਾ ਗਿਆ ਉਸੇ ਤਰ੍ਹਾਂ ਹਜੂਰ ਬੈਠ ਕੇ ਜਪਜੀ ਸਾਹਿਬ ਦਾ ਪਾਠ ਆਪਣੇ ਮੁਖ ਤੋਂ ਸੁਣਿਆ ਜਾਂ ਸੁਣਾਇਆ, ਕਿਉਂਕਿ ਗੁਰੂ ਸਾਹਿਬ ਜਪਜੀ ਸਾਹਿਬ ਸੁਣਦੇ ਸੁਣਦੇ ਸ਼ਲੋਕ ਤੇ ਜਿਨੀ ਨਾਮ ਤੇ ਆਇਆ, ਗਏ ਮੁਸਕਤ ਘਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਇਉਂ ਹਜੂਰ ਜਪਜੀ ਸਾਹਿਬ ਦੇ ਭੋਗ ਤੇ ਆਪਣਾ ਸਰੀਰ, ਪੰਜ ਭੂਤਕ ਸਰੀਰ ਤੇ ਆ ਗਏ, ਸੱਚਖੰਡ ਪਿਆਨਾ ਕਰ ਗਏ। ਮਗਰੋਂ ਚਿਖਾ ਤੇ ਹਜੂਰ ਦਾ ਸਰੀਰ ਰੱਖ ਕੇ ਹਜੂਰ ਦੀ ਕਾਇਆ ਦਾ ਗੁਰਮੁਖ ਪਿਆਰਿਓ ਸੰਸਕਾਰ ਕੀਤਾ। 22 ਜੇਠ ਇਤਿਹਾਸ ਵਿੱਚ, 22 ਜੇਠ 1662 ਬਿਕਰਮੀ ਦਿਨ ਸ਼ੁੱਕਰਵਾਰ ਹਜੂਰ ਦਾ ਸਰੀਰ ਦਾ ਜਿਹੜਾ ਗੁਰਮੁਖ ਪਿਆਰਿਓ ਇਸ ਤਰ੍ਹਾਂ ਅੰਤਮ ਸੰਸਕਾਰ ਕੀਤਾ ਗਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਦੀ ਸ਼ਹੀਦੀ ਦੇ 3 ਕਾਰਨ ਆਪ ਸੰਗਤਾਂ ਨਾਲ ਗੁਰਮੁਖ ਪਿਆਰਿਓ ਸਾਂਝੇ ਕੀਤੇ ਆ। ਇਹ ਕਥਾ ਗੁਰੂ ਸਾਹਿਬ ਨੇ ਆਪ ਕਰਵਾਈ। ਪਹਿਲੇ 2 ਕਾਰਨ ਤੇ ਆਮ ਸੁਣਦੇ ਆ, ਤੀਸਰਾ ਕਾਰਨ ਜਹਾਂਗੀਰ ਦਾ ਵੀ ਸੀਗਾ, ਕਿਉਂਕਿ ਇੱਕ ਗੱਲ ਚੇਤੇ ਰੱਖਿਓ ਵੀ ਜਹਾਂਗੀਰ ਤੋਂ ਬਿਨਾ ਚੰਦੂ ਦੀ ਕੀ ਮਜਾਲ ਆ ਕਿ ਗੁਰੂ ਸਾਹਿਬ ਨੂੰ ਇਹੋ ਜਿਹੇ ਤਸੀਹੇ ਦੇ ਦੇਵੇ। ਬਾਦਸ਼ਾਹ ਤੋਂ ਬਿਨਾ ਮੰਤਰੀ ਇਹੋ ਜਿਹਾ ਕੁਛ ਕਰ ਜਾਵੇ, ਇਹ ਤਾਂ ਇਸ਼ਾਰਾ ਸੀ। ਇਸ ਕਰਕੇ ਜਹਾਂਗੀਰ ਦੇ ਵੀ ਹੱਥ ਸੀਗਾ ਗੁਰੂ ਸਾਹਿਬ ਨੂੰ, ਜਿਹੜਾ ਮੇਨ ਕਾਰਨ। ਹਾਂ, 2 ਕਾਰਨ ਜਿਹੜੇ ਪਹਿਲੇ ਸੀ ਨਾ, ਪਹਿਲਾ ਜਿਵੇਂ ਬਾਬੇ ਪ੍ਰਿਥੀਏ ਦੀ ਈਰਖਾ ਔਰ ਚੰਦੂ ਦੀ, ਉਹ ਤਾਂ ਕਿਤੇ ਨਾ ਕਿਤੇ ਇਹ ਸੁਲਝਾਇਆ ਜਾ ਸਕਦਾ ਸੀ, ਕਿਉਂਕਿ ਬਾਬਾ ਪ੍ਰਿਥੀਆ ਸਰੀਰ ਛੱਡ ਗਿਆ ਸੀ, ਗੁਰੂ ਕੁਲ ਵਿੱਚੋਂ ਬਾਬਾ ਮਿਹਰਬਾਨ ਸਨ ਕਿਵੇਂ ਨਾ ਕਿਵੇਂ। ਤੇ ਦੂਜੀ ਗੱਲ ਆ ਗਈ ਚੰਦੂ ਦੀ ਕੀ ਮਜਾਲ ਸੀ, ਚੰਦੂ ਕੁਛ ਨਹੀਂ ਕਰ ਸਕਦਾ ਸੀਗਾ, ਪਰ ਬਾਦਸ਼ਾਹ ਨੇ ਇਹ ਸਾਰਾ ਕੁਝ ਕਰਵਾਇਆ ਸੀ। ਤੀਜਾ ਮੂਲ ਕਾਰਨ ਜਹਾਂਗੀਰ ਬਾਦਸ਼ਾਹ ਦਾ ਵੀ ਆਉਂਦਾ। ਇਹ ਤੁਝਕੇ ਜਹਾਂਗੀਰ ਵਿੱਚੋਂ ਮੈਂ ਪੜ੍ਹਿਆ, ਇਹ ਹਵਾਲਾ ਮੈਂ ਤਾਂ ਦਿੱਤਾ। ਸੋ ਭਾਈ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਪੜ੍ਹੀਏ, ਸਿਮਰਨ ਕਰੀਏ, ਅਭਿਆਸ ਕਰੀਏ, ਨਾਮ ਜਪੀਏ। ਔਰ ਇਹ ਕਥਾ ਰਿਕਾਰਡਿੰਗ ਵੀ ਹੋਈ ਆ। ਬੇਨਤੀ ਕਰਦਾ ਕਿ ਬਾਬਾ ਗੁਰਲਾਲ ਸਿੰਘ ਜੀ ਸ੍ਰੀ ਮੁਕਤਸਰ ਸਾਹਿਬ ਵਾਲੇ, ਮੇਰਾ ਫੇਸਬੁੱਕ ਪੇਜ ਹੈ, ਉਹਦੇ ਉੱਪਰ ਇਹ ਕਥਾ ਤੁਸੀਂ ਸੁਣ ਵੀ ਸਕਦੇ, ਅੱਗੇ ਵੀ ਸ਼ੇਅਰ ਕਰ ਸਕਦੇ ਹੋ। ਇਹ ਇਤਿਹਾਸ ਜਿਹੜਾ ਗੁਰੂ ਸਾਹਿਬ ਦਾ ਸਾਂਝਾ ਹੋਇਆ। ਬਲਾਓ ਫਤਿਹ।